ਹੈਲੋ ਫਰੈਂਡਸ, ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਤੇ ਇਹ ਜਿਹੜੀ ਵੀਡੀਓ ਹੈ ਇਹ ਵਨ ਸ਼ਾਟ ਰਿਵੀਜ਼ਨ ਵੀਡੀਓ ਹੈ। ਇਸ ਵੀਡੀਓ ਵਿੱਚ ਅਸੀਂ ਪੂਰੇ ਸਿਲੇਬਸ ਦੀ ਰਿਵੀਜ਼ਨ ਇੱਕੋ ਹੀ ਵੀਡੀਓ ਵਿੱਚ ਕਰਾਂਗੇ ਤੇ ਆਪ ਸਾਰੇ ਇਸ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ। ਅਤੇ ਇਸ ਵੀਡੀਓ ਵਿੱਚ ਅਸੀਂ ਸਾਰੇ ਹੀ ਤਰ੍ਹਾਂ ਦੇ ਪ੍ਰਸ਼ਨ ਜਿਵੇਂ ਕਿ ਵਸਤੂਨਿਸ਼ਟ ਪ੍ਰਸ਼ਨ, ਪ੍ਰਸੰਗ ਸਹਿਤ ਵਿਆਖਿਆ, ਸੰਖੇਪ ਉੱਤਰਾਂ ਵਾਲੇ, ਸਾਰ, ਪਾਤਰ ਚਿਤਰਨ, ਸਾਰੇ ਹੀ ਤਰ੍ਹਾਂ ਦੇ ਪ੍ਰਸ਼ਨ ਇਸ ਵੀਡੀਓ ਵਿੱਚ ਕਵਰ ਕੀਤੇ ਹਨ ਤੇ ਤੁਹਾਡਾ ਪੂਰਾ ਸਿਲੇਬਸ ਇਸੇ ਵੀਡੀਓ ਵਿੱਚ ਹੀ ਕਵਰ ਹੋ ਜਾਏਗਾ। ਆਓ ਬਹੁਤਾ ਸਮਾਂ ਨਾ ਵੇਸਟ ਕਰਦੇ ਹੋਏ ਸ਼ੁਰੂ ਕਰਦੇ ਹਾਂ ਰਿਵੀਜ਼ਨ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਲਿਖੋ। ਤੇ ਇਸ ਦਾ ਆਨਸਰ ਆ ਸਕਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਜਾਂ ਫਿਰ ਮਿੱਠ ਬੋਲੜਾ ਜੀ ਹਰ ਸੱਜਣ, ਜਾਂ ਫਿਰ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਅਤੇ ਤਿੰਨਾਂ ਵਿੱਚੋਂ ਕੋਈ ਵੀ ਇੱਕ ਆਪਸ਼ਨ ਆਪ ਸਾਰੇ ਲਿਖ ਸਕਦੇ ਹੋ। ਦੂਜਾ ਪ੍ਰਸ਼ਨ ਹੈ, ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਬਿਲਪ ਰਿਹਾ ਹੈ। ਇਸ ਦਾ ਉੱਤਰ ਹੈ ਚਾਤ੍ਰਿਕ ਵਾਂਗ, ਪਪੀਹੇ ਵਾਂਗ ਜਾਂ ਸਾਰੰਗ ਵਾਂਗ। ਅਤੇ ਇਸ ਦਾ ਉੱਤਰ ਇਹਨਾਂ ਸਤਰਾਂ ਵਿੱਚ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, बिलप करे चात्रिक की न्यायी। अगला है, गुरु जी ने मेरे सज्जन मीत मुरारे जियो किसनू किया है। इसका उत्तर है गुरु पिता नो। अगला प्रश्न है, भाई गुरदास जी दी किसे एक रचना का नाम लिखो। इसका उत्तर असीं लिख सकते हैं सतगुरु नानक प्रगटिया, या फिर देख पराइया चंगियाँ, या फिर आप भला सब जग भला, या अकृतगण। ते चारां विचों कोई भी एक असी रचना का नाम लिख सकते हाँ। अगला प्रश्न है, बुल्ले शाह किस कावधारा नाल संबंधित कवि हैं। इसका उत्तर है सूफी कावधारा। अगला प्रश्न है, इश्क दी नवीं नवीं बहार कविता विच कवि किस विरुद्ध आवाज़ उठाउंदा है। इसका उत्तर है मजहबी कर्म कांड विरुद्ध। बुल्ले शाह दा महरम यार कौन है। रब। बुल्ले शाह ने हीर शब्द किस लिए वरत्या है। अपने लिए। रंगण नालों चंगा किसनू कहा गया है। खिंगर नू। किस्सा सस्सी पुन्नू किस दी रचना है। हाशम शाह दी। सस्सी दे पैर कादे नाल शिंगारे हुए हैं। मेहंदी नाल। किस्सा पूरन भगत किस दी रचना है। कादर यार। पूरन दा जन्म कित्थे होया। सियालकोट विच। अगला प्रश्न है, जंगनामा सिंगा ते फिरंगियां किस दी रचना है। इसका उत्तर है शाह मुहम्मद। अगला प्रश्न है, जंग दा हाल कविता विच केड़ी थां दा जिक्र है। तो इस विच असी शहर दा नाम भरना। तो तुसी सोचो भी इस विच केड़ा शहर आ सकदा है। इसका उत्तर है फेरू शहर। तो दोस्तों यह जोड़े असी वस्तुनिष्ठ प्रश्न किए हैं ऐसे कविता भाग विचों। हुण असी करांगे वार्तक भाग विचों मोस्ट इंपोर्टेंट वस्तुनिष्ठ प्रश्न। तो जिस विच सब तो पहला है, बाबा राम सिंह कूका लेख किस दी रचना है। इसका उत्तर है सरदार कपूर सिंह दी। बाबा राम सिंह दे पैरोकार की अखवाउंदे सन। इसका उत्तर है कूके या नामधारी। महाकवि कालिदास लेख का लेखक कौन है। इसका उत्तर है प्रोफेसर प्यारा सिंह पदम। अगला मोस्ट इंपोर्टेंट क्वेश्चन, पश्चिम वालिया ने कालिदास नू की कहा है। तो इसका उत्तर है हिंदुस्तान दा शेक्सपीयर। अगला प्रश्न, मेरे वड्डे वडेरे लेख विचों
ਮੇਰੇ ਵੱਡੇ ਵਡੇਰੇ ਲੇਖ ਕਿਸ ਦੀ ਰਚਨਾ ਹੈ? ਅਤੇ ਇਸ ਦਾ ਉੱਤਰ ਹੈ ਗਿਆਨੀ ਗੁਰਦਿੱਤ ਸਿੰਘ ਦੀ। ਅਗਲਾ ਪ੍ਰਸ਼ਨ, ਮੇਰੇ ਵੱਡੇ ਵਡੇਰੇ ਲੇਖ ਵਿੱਚ ਲੇਖਕ ਦੇ ਦਾਦੇ ਕਿੰਨੇ ਭਰਾ ਸਨ? ਅਤੇ ਇਸ ਦਾ ਉੱਤਰ ਹੈ 4। ਤੇ ਦੋਸਤੋ, ਆਪ ਸਾਰਿਆਂ ਨੂੰ ਕੀ ਉਹਨਾਂ ਦੇ ਨਾਂ ਪਤਾ ਹਨ? ਉਹਨਾਂ ਦੇ ਨਾਂ ਹਨ ਦਾਸ, ਪੁੰਨੂ, ਰਾਮਦਿੱਤਾ ਅਤੇ ਸਾਹਿਬ ਸਿੰਘ। ਲੇਖਕ ਦੇ ਦਾਦੇ ਵਿਆਹ ਵਿੱਚ ਕਿਹੜੇ ਪਿੰਡ ਗਏ? ਅਤੇ ਇਸ ਦਾ ਉੱਤਰ ਹੈ ਛਾਪੇ ਪਿੰਡ। ਤੇ ਦੋਸਤੋ, ਮੈਨੂੰ ਛਾਪੇ ਪਿੰਡ ਤੋਂ ਯਾਦ ਆਇਆ, ਜਦੋਂ ਅਸੀਂ ਮੇਰੇ ਵੱਡੇ ਵਡੇਰੇ ਲੇਖ ਦੀ ਵੀਡੀਓ ਬਣਾਈ ਸੀਗੀ ਤੇ ਸਾਨੂੰ ਵੀਡੀਓ ਵਿੱਚ ਇੱਕ ਕਮੈਂਟ ਆਇਆ ਸੀਗਾ ਇੱਕ ਸਟੂਡੈਂਟ ਦਾ, ਇੱਕ ਵਿਦਿਆਰਥੀ ਦਾ, ਕਿ ਉਹ ਛਾਪੇ ਪਿੰਡ ਤੋਂ ਨੇ। ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀ ਵੀਡੀਓਜ਼ ਛਾਪੇ ਪਿੰਡ ਵਿੱਚ ਵੀ ਦੇਖੀਆਂ ਜਾਂਦੀਆਂ ਹਨ। ਚਲੋ ਅੱਗੇ ਵਧਦੇ ਹਾਂ। ਤੁਰਨ ਦਾ ਹੁਨਰ ਲੇਖ ਦਾ ਲੇਖਕ ਕੌਣ ਹੈ? ਤੇ ਤੁਰਨ ਦਾ ਹੁਨਰ ਲੇਖ ਦੇ ਲੇਖਕ ਹਨ ਨਰਿੰਦਰ ਸਿੰਘ ਕਪੂਰ ਜੀ। ਅਗਲਾ ਪ੍ਰਸ਼ਨ ਹੈ, ਹਲਕੇ ਫੁਲਕੇ ਹੋਣ ਦਾ ਹੁਨਰ ਕਿਹੜਾ ਹੈ? ਤੇ ਇਸ ਦਾ ਉੱਤਰ ਹੈ ਤੁਰਨ ਦਾ। ਅਗਲਾ ਬਹੁਤ ਹੀ ਮਹੱਤਵਪੂਰਨ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਅਮੀਰ ਘਰਾਂ ਵਿੱਚ ਕਿਹਨਾਂ ਦੀ ਸਿਹਤ ਠੀਕ ਹੁੰਦੀ ਹੈ? ਤੇ ਇਸ ਦਾ ਉੱਤਰ ਹੈ ਨੌਕਰਾਂ ਦੀ। ਤੇ ਅਮੀਰ ਘਰਾਂ ਵਿੱਚ ਸਿਰਫ ਨੌਕਰਾਂ ਦੀ ਸਿਹਤ ਹੀ ਕਿਉਂ ਠੀਕ ਹੁੰਦੀ ਹੈ? ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ ਤੇ ਉਹੀ ਹਨ ਜਿਹੜੇ ਤੁਰਦੇ ਹਨ। ਇਸ ਕਰਕੇ ਅਮੀਰ ਘਰਾਂ ਵਿੱਚ ਨੌਕਰਾਂ ਦੀ ਸਿਹਤ ਠੀਕ ਹੁੰਦੀ ਹੈ। ਸਭ ਤੋਂ ਚੰਗੀ ਸੈਰ ਕਿਸ ਥਾਂ ਦੀ ਮੰਨੀ ਜਾਂਦੀ ਹੈ? ਬਹੁਤ ਇੰਪੋਰਟੈਂਟ ਤੇ ਈਜ਼ੀ ਕੁਐਸਚਨ ਹੈ। ਤੇ ਇਸ ਦਾ ਉੱਤਰ ਹੈ ਪਾਣੀ ਦੇ ਕਿਨਾਰੇ। ਪਾਣੀ ਦੇ ਕਿਨਾਰੇ ਦੀ ਸੈਰ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ? ਤੇ ਇਸ ਦਾ ਉੱਤਰ ਹੈ ਸਵੈ ਵਿਸ਼ਵਾਸ। ਤੁਰਨ ਨਾਲ ਮਨ ਵਿੱਚ ਸਵੈ ਵਿਸ਼ਵਾਸ ਉਪਜਦਾ ਹੈ। ਅਗਲਾ ਪ੍ਰਸ਼ਨ ਹੈ, ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ? ਇਹ ਜਿਹੜਾ ਪ੍ਰਸ਼ਨ ਹੈ ਬੁੱਲੇ ਸ਼ਾਹ ਵਿੱਚੋਂ ਹੈ ਅਤੇ ਇਸ ਦਾ ਉੱਤਰ ਹੈ ਬੁੱਲੇ ਨਾਲੋਂ ਚੰਗਾ ਚੁੱਲ੍ਹੇ ਨੂੰ ਕਿਹਾ ਗਿਆ ਹੈ। ਬੰਬ ਬਹਾਦਰ ਕਹਾਣੀ ਦਾ ਲੇਖਕ ਕੌਣ ਹੈ? ਅਤੇ ਇਸ ਦਾ ਉੱਤਰ ਹੈ ਗੁਰਬਖਸ਼ ਸਿੰਘ। ਅਗਲਾ ਪ੍ਰਸ਼ਨ ਹੈ, ਬੰਬ ਬਹਾਦਰ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ। ਤੇ ਇਸ ਦੋ ਪਾਤਰ ਹੋ ਗਏ ਮਹਾਰਾਣੀ ਅਤੇ ਮਾਤਾ ਦੀਨ। ਬੰਬ ਬਹਾਦਰ ਕਹਾਣੀ ਵਿੱਚ ਮਹੌਤ ਕੌਣ ਹੈ? ਅਤੇ ਇਸ ਦਾ ਉੱਤਰ ਹੈ ਮਾਤਾ ਦੀਨ। ਬੰਬ ਬਹਾਦਰ ਮਹਾਰਾਣੀ ਨੂੰ ਸਲਾਮੀ ਕਿਵੇਂ ਦਿੰਦਾ ਹੈ? ਬੰਬ ਸੁੰਡ ਚੁੱਕ ਕੇ ਮਹਾਰਾਣੀ ਨੂੰ ਸਲਾਮੀ ਦਿੰਦਾ ਹੈ। ਅਗਲਾ ਪ੍ਰਸ਼ਨ ਹੈ, ਬੜੇ ਧਿਆਨ ਨਾਲ ਸੁਣਨਾ। ਬਾਗੀ ਦੀ ਧੀ ਕਹਾਣੀ ਦਾ ਲੇਖਕ ਕਰਤਾਰ ਸਿੰਘ ਦੁੱਗਲ ਹੈ। ਕੀ ਇਹ ਕਥਨ ਸਹੀ ਹੈ? ਸੋਚੋ ਧਿਆਨ ਨਾਲ। ਤੇ ਇਹ ਕਥਨ ਗਲਤ ਹੈ, ਕਿਉਂਕਿ ਬਾਗੀ ਦੀ ਧੀ ਕਹਾਣੀ ਦੇ ਲੇਖਕ ਗੁਰਮੁਖ ਸਿੰਘ ਮੁਸਾਫਿਰ ਹਨ। ਵੀਰਾਂ ਵਾਲੇ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ? ਤੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਵੀਰਾਂ ਵਾਲੇ ਕਿਸ਼ਨ ਸਿੰਘ ਦੀ ਭੈਣ ਲੱਗਦੀ ਸੀ। ਬਾਗੀ ਦੀ ਧੀ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਕਿਸ਼ਨ ਸਿੰਘ ਅਤੇ ਸ਼ਰਨ ਕੌਰ। ਇਹ ਦੋਵੇਂ ਬਾਗੀ ਦੀ ਧੀ ਕਹਾਣੀ ਦੇ ਦੋ ਪਾਤਰ ਹਨ। ਅਗਲਾ ਪ੍ਰਸ਼ਨ ਬੜਾ ਇੰਪੋਰਟੈਂਟ ਹੈ, ਖੱਦਰਪੋਸ਼ ਬੀਬੀ ਕੌਣ ਸੀ? ਤੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਖੱਦਰਪੋਸ਼ ਬੀਬੀ ਸ਼ਰਨ ਕੌਰ ਸੀਗੀ। ਧਰਤੀ ਹੇਠਲਾ ਬਲਦ ਕਹਾਣੀ ਦਾ ਲੇਖਕ ਕੌਣ ਹੈ? ਅਤੇ ਇਸ ਦਾ ਉੱਤਰ ਹੈ ਧਰਤੀ ਹੇਠਲਾ ਬਲਦ ਕਹਾਣੀ ਦੇ ਲੇਖਕ ਕੁਲਵੰਤ ਸਿੰਘ ਵਿਰਖਨ। ਤੇ ਦੋਸਤੋ, ਕੀ ਆਪ ਸਾਰਿਆਂ ਨੂੰ ਪਤਾ ਹੈ ਜਿਹੜੀ ਧਰਤੀ ਹੇਠਲਾ ਬਲਦ ਕਹਾਣੀ ਹੈ ਉਹ PSEB ਪੰਜਾਬ ਸਕੂਲ ਸਿੱਖਿਆ ਬੋਰਡ ਇੰਗਲਿਸ਼ 12th ਵਿੱਚ ਵੀ ਚੈਪਟਰ ਹੈ ਤੇ ਇਸ ਦਾ ਨਾਮ ਉੱਥੇ ਹੈ ਦ ਬੁੱਲ ਬੀਨੀਥ ਦ ਅਰਥ। ਤੇ ਬਿਲਕੁਲ ਸੇਮ ਸਟੋਰੀ 12th ਦੀ ਇੰਗਲਿਸ਼ ਵਿੱਚ ਵੀ ਹੈ। ਧਰਤੀ ਹੇਠਲਾ ਬਲਦ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ। ਤੇ ਦੋ ਪਾਤਰ ਮਾਨ ਸਿੰਘ ਅਤੇ ਕਰਮ ਸਿੰਘ। ਅਗਲਾ ਪ੍ਰਸ਼ਨ ਹੈ, ਠੱਠੀ ਖਾਰਾ ਪਿੰਡ ਕਿੱਥੇ ਹੈ? ਤੇ ਇਸ ਦਾ ਉੱਤਰ ਹੈ ਅੰਮ੍ਰਿਤਸਰ ਦੇ ਕੋਲ। ਧਰਤੀ ਹੇਠਲਾ ਬਲਦ ਕਹਾਣੀ ਦੇ ਕਿਹੜੇ ਪਾਤਰ ਦੀ ਜੀਭ ਵਿੱਚ ਬਹੁਤ ਰਸ ਸੀ? ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਵਾਲਾ। ਅਤੇ ਇਸ ਦਾ ਉੱਤਰ ਹੈ ਕਰਮ ਸਿੰਘ ਦੀ। ਕਰਮ ਸਿੰਘ ਦੀ ਜੀਭ ਵਿੱਚ ਬਹੁਤ ਰਸ ਸੀ।
ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਸ ਨੂੰ ਕਿਹਾ ਗਿਆ ਹੈ? ਤੇ ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਰਮ ਸਿੰਘ ਦੇ ਬਾਪੂ ਜੀ ਨੂੰ ਕਿਹਾ ਗਿਆ ਹੈ। ਮਾਨ ਸਿੰਘ ਕਿੱਥੋਂ ਛੁੱਟੀ ਲੈ ਕੇ ਆਇਆ ਸੀਗਾ? ਮਾਨ ਸਿੰਘ ਫੌਜ ਵਿੱਚੋਂ ਛੁੱਟੀ ਲੈ ਕੇ ਆਇਆ ਸੀ। ਇੱਕ ਪੈਰ ਘੱਟ ਤੁਰਨਾ ਕਹਾਣੀ ਕਿਸ ਦੀ ਰਚਨਾ ਹੈ? ਇੱਕ ਪੈਰ ਘੱਟ ਤੁਰਨਾ ਕਹਾਣੀ ਅਜੀਤ ਕੌਰ ਦੀ ਰਚਨਾ ਹੈ। ਰਸ਼ੀਦ ਦੀ ਪਤਨੀ ਦਾ ਕੀ ਨਾਂ ਸੀ? ਰਸ਼ੀਦ ਦੀ ਪਤਨੀ ਦਾ ਨਾਂ ਸੀ ਫਰੀਦਾ। ਰਸ਼ੀਦ ਦੇ ਪੁੱਤਰ ਦਾ ਕੀ ਨਾਂ ਸੀ? ਰਸ਼ੀਦ ਦੇ ਪੁੱਤਰ ਦਾ ਨਾਂ ਅਸਲਮ ਸੀ। ਇੱਕ ਪੈਰ ਘੱਟ ਤੁਰਨਾ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਇੱਕ ਪੈਰ ਘੱਟ ਤੁਰਨਾ ਕਹਾਣੀ ਦਾ ਮੁੱਖ ਪਾਤਰ ਹੈ ਰਸ਼ੀਦ। ਰਸ਼ੀਦ ਕਿੱਥੇ ਨੌਕਰੀ ਕਰਦਾ ਸੀ? ਰਸ਼ੀਦ ਦਿੱਲੀ ਦੇ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਰਸ਼ੀਦ ਦੇ ਕਿੰਨੇ ਬੱਚੇ ਸਨ? ਰਸ਼ੀਦ ਦੇ 3 ਬੱਚੇ ਸਨ। ਅਸਲਮ ਕਿੱਥੇ ਰਹਿੰਦਾ ਸੀ? ਅਸਲਮ ਅਮਰੀਕਾ ਰਹਿੰਦਾ ਸੀ। ਰਸ਼ੀਦ ਨੇ ਘਰ ਦੇ ਆਸ-ਪਾਸ ਕਾਹਦੇ ਪੌਦੇ ਲਗਵਾਏ? ਰਸ਼ੀਦ ਨੇ ਘਰ ਦੇ ਆਸ-ਪਾਸ ਨੇੜੇ ਤੇੜੇ ਗੁਲਾਬ ਦੇ ਪੌਦੇ ਲਗਵਾਏ। ਰਸ਼ੀਦ ਨੇ ਮੁੰਡੇ ਨੂੰ 10 ਰੁਪਏ ਕਾਹਦੇ ਲਈ ਦਿੱਤੇ? ਰਸ਼ੀਦ ਨੇ ਮੁੰਡੇ ਨੂੰ 10 ਰੁਪਏ ਪਤੰਗ ਲਿਆਉਣ ਲਈ ਦਿੱਤੇ। ਤੇ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਰਸ਼ੀਦ ਨੇ ਮੁੰਡੇ ਨੂੰ 10 ਰੁਪਏ ਪਤੰਗ ਅਤੇ ਡੋਰ ਲਿਆਉਣ ਲਈ ਦਿੱਤੇ। ਜ਼ਫਰਨਾਮਾ ਇਕਾਂਗੀ ਦਾ ਲੇਖਕ ਕੌਣ ਹੈ? ਇਸ ਦਾ ਉੱਤਰ ਹੈ ਹਰਚਰਨ ਸਿੰਘ। ਜ਼ਫਰਨਾਮਾ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ? ਜ਼ਫਰਨਾਮਾ ਇਕਾਂਗੀ ਦਾ ਮੁੱਖ ਪਾਤਰ ਹੈ ਔਰੰਗਜ਼ੇਬ। ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ? ਔਰੰਗਜ਼ੇਬ ਨੂੰ ਜ਼ਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਜ਼ੀਨਤ-ਉਨ ਨਿਸਾ ਔਰੰਗਜ਼ੇਬ ਦੀ ਕੀ ਲੱਗਦੀ ਸੀ? ਜ਼ੀਨਤ-ਉਨ ਨਿਸਾ ਔਰੰਗਜ਼ੇਬ ਦੀ ਬੇਟੀ ਲੱਗਦੀ ਸੀ। ਔਰੰਗਜ਼ੇਬ ਦੀ ਬੇਗਮ ਜਾਂ ਉਸ ਦੀ ਪਤਨੀ ਦਾ ਕੀ ਨਾਂ ਹੈ? ਤੇ ਉਸ ਦਾ ਨਾਂ ਹੈ ਬੇਗਮ ਉਦੈਪੁਰੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ? ਇਹ ਕੁਐਸਚਨ ਕਈ ਵਾਰ ਆ ਚੁੱਕਿਆ ਬੋਰਡ ਦੇ ਪੇਪਰਾਂ ਵਿੱਚ ਅਤੇ ਇਸ ਦਾ ਉੱਤਰ ਹੈ ਔਰੰਗਜ਼ੇਬ ਨੇ। ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਦੇ ਹੱਥ ਭੇਜਿਆ? ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਭਾਈ ਦਇਆ ਸਿੰਘ ਜੀ ਦੇ ਹੱਥ ਭੇਜਿਆ। ਹੁਣ ਅਸੀਂ ਕੁਝ ਪ੍ਰਸ਼ਨ ਕਰਾਂਗੇ ਦੂਜਾ ਵਿਆਹ ਇਕਾਂਗੀ ਤੋਂ। ਦੂਜਾ ਵਿਆਹ ਇਕਾਂਗੀ ਦਾ ਲੇਖਕ ਕੌਣ ਹੈ? ਅਤੇ ਇਸ ਦਾ ਉੱਤਰ ਹੈ ਸੰਤ ਸਿੰਘ ਸੇਖੋਂ। ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਹੈ? ਮਨਜੀਤ ਨਿਹਾਲ ਕੌਰ ਦੀ ਨੂੰਹ ਲੱਗਦੀ ਹੈ। ਮਨਜੀਤ ਦਾ ਨਿਹਾਲ ਕੌਰ ਪ੍ਰਤੀ ਰਵੱਈਆ ਕਿਹੋ ਜਿਹਾ ਸੀ? ਤੇ ਇਸ ਦਾ ਉੱਤਰ ਹੈ ਸਤਿਕਾਰ ਭਰਿਆ, ਕਿਉਂਕਿ ਮਨਜੀਤ ਆਪਣੀ ਸੱਸ ਨਿਹਾਲ ਕੌਰ ਦਾ ਬਹੁਤ ਸਤਿਕਾਰ ਕਰਦੀ ਸੀ। ਨਿਹਾਲ ਕੌਰ ਆਪਣੀ ਨੂੰਹ ਨੂੰ ਕੀ ਡਰਾਵਾ ਦਿੰਦੀ ਹੈ? ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦਾ। ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ? ਸੁਖਦੇਵ ਕੌਰ ਦੀਆਂ 2 ਧੀਆਂ ਸਨ। ਅਗਲਾ ਕੁਐਸਚਨ ਬੜਾ ਇੰਪੋਰਟੈਂਟ। ਮਨਜੀਤ ਨਿਹਾਲ ਕੌਰ ਨੂੰ ਕਿਸ ਦੀ ਧੀ ਵਿਆਹੁਣ ਦੀ ਸਲਾਹ ਦਿੰਦੀ ਹੈ? ਤੇ ਇਸ ਦਾ ਉੱਤਰ ਹੈ ਥਾਣੇਦਾਰ ਦੀ। ਮਨਜੀਤ ਨਿਹਾਲ ਕੌਰ ਨੂੰ ਥਾਣੇਦਾਰ ਦੀ ਧੀ ਵਿਆਹੁਣ ਦੀ ਸਲਾਹ ਦਿੰਦੀ ਹੈ। ਦੂਜਾ ਵਿਆਹ ਇਕਾਂਗੀ ਦਾ ਵਿਸ਼ਾ ਕਿਹੋ ਜਿਹਾ ਹੈ? ਦੂਜਾ ਵਿਆਹ ਇਕਾਂਗੀ ਦਾ ਵਿਸ਼ਾ ਸਮਾਜ ਸੁਧਾਰਕ ਅਤੇ ਵਿਅੰਗਾਤਮਕ ਹੈ। ਸੁਖਦੇਵ ਕੌਰ ਦੇ ਪਤੀ ਦਾ ਕੀ ਨਾਂ ਹੈ? ਤੇ ਸੁਖਦੇਵ ਕੌਰ ਦੇ ਪਤੀ ਦਾ ਨਾਂ ਹੈ ਬਲਵੰਤ ਸਿੰਘ। ਸੁਖਰਾਜ ਕੌਣ ਸੀ? ਸੁਖਰਾਜ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀ। ਮਨਜੀਤ ਦਾ ਪਤੀ ਕੌਣ ਹੈ? ਮਨਜੀਤ ਦਾ ਪਤੀ ਹੈ ਸੁਖਦੇਵ। ਇੱਕ ਹੋਰ ਨਵਾਂ ਸਾਲ ਨੋਵਲ ਦਾ ਲੇਖਕ ਕੌਣ ਹੈ? ਅਤੇ ਇਸ ਦਾ ਉੱਤਰ ਹੈ ਨਰਿੰਜਨ ਤਸਨੀਮ। ਅਗਲਾ ਪ੍ਰਸ਼ਨ ਹੈ ਇੱਕ ਹੋਰ ਨਵਾਂ ਸਾਲ ਨੋਵਲ ਦੇ ਕਿੰਨੇ ਕਾਂਡ ਹਨ? ਅਤੇ ਇਸ ਦਾ ਉੱਤਰ ਹੈ 3। ਇਸ ਨੋਵਲ ਦੇ 3 ਕਾਂਡ ਹਨ।
ਅਗਲਾ ਪ੍ਰਸ਼ਨ ਹੈ, ਇੱਕ ਹੋਰ ਨਵਾਂ ਸਾਲ ਨੋਵਲ ਦੇ ਦੂਜੇ ਹਿੱਸੇ ਜਾਂ ਦੂਜੇ ਕਾਂਡ ਦਾ ਕੀ ਨਾਂ ਹੈ? ਤੇ ਇਸ ਦਾ ਉੱਤਰ ਹੈ ਦੁਪਹਿਰ। ਬੰਤੇ ਦੀ ਪਤਨੀ ਦਾ ਕੀ ਨਾਂ ਹੈ? ਬੰਤੇ ਦੀ ਪਤਨੀ ਦਾ ਨਾਂ ਹੈ ਤਾਰੋ। ਬੰਤੇ ਦੇ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਹਨ? ਤੇ ਬੰਤੇ ਦਾ ਇੱਕ ਮੁੰਡਾ ਹੈ ਅਤੇ 2 ਕੁੜੀਆਂ ਹਨ। ਜਲਿਆਂਵਾਲਾ ਬਾਗ ਵਿੱਚ ਸ਼ਹੀਦਾਂ ਦਾ ਖੂਨ ਕਿਸ ਦਿਨ ਡੁੱਲਾ ਸੀ? ਇਸ ਦਾ ਉੱਤਰ ਹੈ ਵਿਸਾਖੀ ਵਾਲੇ ਦਿਨ। ਫੁੰਮਣ ਆਪਣੇ ਪਿਤਾ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਹੈ? ਇਸ ਦਾ ਉੱਤਰ ਹੈ ਆਪਣਾ ਦੇਸ਼। ਬੰਤੇ ਨੂੰ ਕਿਸ ਦਾ ਚੁੱਪਚਾਪ ਰਹਿਣਾ ਚੰਗਾ ਨਹੀਂ ਲੱਗਦਾ? ਤਾਰੋ ਦਾ। ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ? ਭੈਣਾਂ ਦੇ ਵਿਆਹ ਲਈ ਬੰਤੇ ਨੇ ਕਰਜ਼ਾ ਲਿਆ ਸੀ। ਦਿਆਲੇ ਦੀ ਪਤਨੀ ਕਿੱਥੇ ਗਈ ਸੀ? ਪੇਕੇ ਗਈ ਸੀ। ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ? ਬੰਤੇ ਦੇ ਵਾਲ ਉਸਦੇ ਮਾਮੇ ਨੇ ਕਟਵਾ ਦਿੱਤੇ। ਬੰਤਾ ਕਿਸ ਤੋਂ ਬਾਤਾਂ ਸੁਣਨ ਦਾ ਆਨੰਦ ਲੈਂਦਾ ਸੀ? ਆਪਣੀ ਬੇਬੇ ਤੋਂ। ਬੰਤੇ ਨੂੰ ਕਿਹੜੀ ਮਾਮੀ ਸਭ ਤੋਂ ਚੰਗੀ ਲੱਗਦੀ ਸੀ? ਸਭ ਤੋਂ ਛੋਟੀ ਮਾਮੀ। ਬੰਤਾ ਪੜ੍ਹਨ ਤੋਂ ਕਿਉਂ ਹਟ ਗਿਆ? ਪਿਤਾ ਦੀ ਮੌਤ ਹੋਣ ਕਾਰਨ। ਨਾਵਲ ਦਾ ਨਾਇਕ ਜੋ ਕਿ ਬੰਤਾ ਹੈ, ਰਿਕਸ਼ੇ ਦੇ ਪਹੀਏ ਦੀ ਤੁਲਨਾ ਕਿਸ ਨਾਲ ਕਰਦਾ ਹੈ? ਤੇ ਬੰਤਾ ਜਾਂ ਨਾਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਜ਼ਿੰਦਗੀ ਨਾਲ ਕਰਦਾ ਹੈ। ਬੰਤਾ ਕੀ ਕੰਮ ਕਰਦਾ ਹੈ? ਰਿਕਸ਼ਾ ਚਾਲਕ ਦਾ। ਇੱਕ ਹੋਰ ਨਵਾਂ ਸਾਲ ਨਾਵਲ ਦਾ ਮੁੱਖ ਪਾਤਰ ਕੌਣ ਹੈ? ਬੰਤਾ। ਤੇ ਸਭ ਤੋਂ ਪਹਿਲਾਂ ਅਸੀਂ ਕੇਂਦਰੀ ਭਾਵ ਕਰਨਾ ਹੈ ਗੁਰਮਤਿ ਕਾਵਿ ਵਿੱਚੋਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦਾ। ਤੇ ਇਸ ਵਿੱਚ ਅਸੀਂ ਲਿਖਣਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ ਪਰਮਾਤਮਾ ਹੀ ਮਨੁੱਖ ਦਾ ਸਿਰਜਣਹਾਰ ਤੇ ਪਾਲਣਹਾਰ ਹੈ। ਉਸ ਵਰਗਾ ਹੋਰ ਕੋਈ ਨਹੀਂ। ਇਸ ਸੰਸਾਰ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਉਸ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਮਨੁੱਖ ਲਈ ਉਸ ਤੋਂ ਵੱਡਾ, ਉਸ ਤੋਂ ਨੇੜੇ ਅਤੇ ਉਸ ਤੋਂ ਸਗਾ ਕੋਈ ਨਹੀਂ ਹੈ। ਜਿਹੜਾ ਮਨੁੱਖ ਉਸ ਦਾ ਨਾਮ ਸਿਮਰਨ ਕਰਦਾ ਹੈ ਉਹ ਮਹਾਸੁਖ ਹਾਸਲ ਕਰ ਲੈਂਦਾ ਹੈ। ਪੂਰੇ ਗੁਰੂ ਦੀ ਅਗਵਾਈ ਤੋਂ ਬਿਨਾਂ ਉਸ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਮਨੁੱਖ ਦਾ ਅਸਲੀ ਜੀਵਨ ਆਸਰਾ ਉਹ ਪਰਮਾਤਮਾ ਹੀ ਹੈ। ਹੁਣ ਅਸੀਂ ਕਰਾਂਗੇ ਮਿੱਠ ਬੋਲੜਾ ਜੀ ਹਰ ਸੱਜਣ ਇਸ ਸ਼ਬਦ ਦਾ ਕੇਂਦਰੀ ਭਾਵ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਰਚਿਆ ਹੋਇਆ ਹੈ। ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਾਲਿਕ ਪ੍ਰਭੂ ਦਾ ਸੁਭਾਅ ਬਹੁਤ ਮਿੱਠਾ ਹੈ। ਉਹ ਹਰ ਜੀਵ ਵਿੱਚ ਵਸਦਾ ਹੈ ਅਤੇ ਸਾਰਿਆਂ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਉਸ ਦਾ ਦਰਸ਼ਨ ਕਰਕੇ ਹਰ ਜੀਵ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਹ ਕਣ-ਕਣ ਵਿੱਚ ਵਸਦਾ ਹੈ ਅਤੇ ਉਸ ਦਾ ਧਿਆਨ ਧਰ ਕੇ ਮਨੁੱਖ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਇਸ ਤੋਂ ਬਾਅਦ ਹੈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਇਸ ਦਾ ਕੇਂਦਰੀ ਭਾਵ। ਇਸ ਵਿੱਚ ਅਸੀਂ ਲਿਖਣਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਇੱਕ ਗੁਰਸਿੱਖ ਮਨੁੱਖ ਗੁਰੂ ਦੇ ਵਿਛੋੜੇ ਵਿੱਚ ਬੇਕਰਾਰ ਹੁੰਦਾ ਹੈ ਅਤੇ ਉਸ ਦੇ ਮਿਲਾਪ ਲਈ ਤੜਫਦਾ ਹੈ। ਅੰਤ ਵਿੱਚ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਭਰਪੂਰਤਾ ਅਤੇ ਸਥਿਰਤਾ ਆ ਜਾਂਦੀ ਹੈ। ਮਨ ਵਿੱਚ ਆਨੰਦ ਛਾ ਜਾਂਦਾ ਹੈ ਅਤੇ ਗੁਰਸਿੱਖ ਆਪਣੇ ਪ੍ਰਭੂ ਤੇ ਕੁਰਬਾਨੀਆਂ ਬਲਿਹਾਰ ਜਾਂਦਾ ਹੈ। ਇਸ ਤੋਂ ਬਾਅਦ ਸਤਿਗੁਰੂ ਨਾਨਕ ਪ੍ਰਗਟਿਆ ਦਾ ਕੇਂਦਰੀ ਭਾਵ ਲਿਖੋ। ਤੇ ਇਸ ਵਿੱਚ ਅਸੀਂ ਲਿਖਣਾ ਹੈ, ਭਾਈ ਗੁਰਦਾਸ ਜੀ ਦੇ ਸ਼ਬਦ ਸਤਿਗੁਰੂ ਨਾਨਕ ਪ੍ਰਗਟਿਆ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰੇ ਅਗਿਆਨਤਾ ਦੇ ਹਨੇਰੇ ਤੇ ਪਾਪਾਂ ਦਾ ਨਾਸ਼ ਹੋ ਗਿਆ। ਗੁਰੂ ਜੀ ਦੇ ਆਗਮਨ ਨਾਲ ਘਰ ਘਰ ਵਿੱਚ ਧਰਮਸ਼ਾਲਾ ਬਣ ਗਈ ਹੈ ਜਿੱਥੇ ਕੀਰਤਨ ਹੁੰਦਾ ਹੈ। ਗੁਰੂ ਜੀ ਨੇ ਥਾਂ ਥਾਂ ਸੱਚ ਅਤੇ ਧਰਮ ਦਾ ਪ੍ਰਚਾਰ ਕੀਤਾ ਅਤੇ ਇਸ ਤਰ੍ਹਾਂ ਚਾਰੇ ਦਿਸ਼ਾਵਾਂ ਅਤੇ 9 ਖੰਡ ਪ੍ਰਿਥਵੀ ਨੂੰ ਤਾਰ ਦਿੱਤਾ। ਦੇਖ ਪਰਾਈਆ ਚੰਗੀਆ ਦਾ ਕੇਂਦਰੀ ਭਾਵ ਲਿਖੋ। ਦੇਖ ਪਰਾਈਆ ਚੰਗੀਆ ਭਾਈ ਗੁਰਦਾਸ ਜੀ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ, ਮਨੁੱਖ ਨੂੰ ਚੰਗਾ ਆਚਰਣ ਧਾਰਨ ਕਰਨਾ ਚਾਹੀਦਾ ਹੈ ਅਤੇ ਪਰਾਈ ਇਸਤਰੀ ਪਰਾਏ ਧਨ ਲਈ ਬੁਰੇ ਵਿਚਾਰ ਨਹੀਂ ਰੱਖਣੇ ਚਾਹੀਦੇ। ਪਰਿਵਾਰ ਦੇ ਮੋਹ ਵਿੱਚ ਆ ਕੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਹਉਮੈ ਅਤੇ ਹੰਕਾਰ ਕਾਰਨ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਇਹ ਗੁਣ ਮਨੁੱਖ ਨੂੰ
ਸਾਧ ਸੰਗਤ ਤੋਂ ਪ੍ਰਾਪਤ ਹੁੰਦੇ ਹਨ। ਆਪ ਭਲਾ ਸਭ ਜਗ ਭਲਾ ਦਾ ਕੇਂਦਰੀ ਭਾਵ ਲਿਖੋ। ਆਪ ਭਲਾ ਸਭ ਜਗ ਭਲਾ ਭਾਈ ਗੁਰਦਾਸ ਜੀ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਭਾਈ ਗੁਰਦਾਸ ਜੀ ਅਨੁਸਾਰ ਭਲੇ ਮਨੁੱਖ ਨੂੰ ਹਰ ਪਾਸੇ ਭਲੇ ਲੋਕ ਹੀ ਦਿਖਾਈ ਦਿੰਦੇ ਹਨ ਅਤੇ ਬੁਰੇ ਮਨੁੱਖ ਨੂੰ ਸਾਰਾ ਸੰਸਾਰ ਬੁਰਾ ਹੀ ਦਿਖਦਾ ਹੈ। ਕ੍ਰਿਸ਼ਨ ਜੀ ਨੇ ਵੀ ਪ੍ਰੇਮ ਭਗਤੀ ਕਾਰਨ ਪਾਂਡਵਾਂ ਦੀ ਸਹਾਇਤਾ ਕੀਤੀ। ਗੰਗਾ ਸਾਗਰ ਵਿੱਚ ਜੋ ਹੁੰਦਾ ਹੈ ਟੂਟੀ ਵਿੱਚੋਂ ਉਹੀ ਬਾਹਰ ਆਉਂਦਾ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਅਕ੍ਰਿਤਗਣ ਦਾ ਕੇਂਦਰੀ ਭਾਵ ਤੇ ਇਸ ਵਿੱਚ ਅਸੀਂ ਲਿਖਣਾ ਹੈ ਭਾਈ ਗੁਰਦਾਸ ਜੀ ਦੀ ਰਚਨਾ ਅਕ੍ਰਿਤਗਣ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਧਰਤੀ ਨੂੰ ਪਰਬਤ, ਕਿਲੇ, ਸਮੁੰਦਰ, ਦਰਖਤ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ। ਇਹ ਧਰਤੀ ਕਿਸੇ ਦੇ ਕਿੱਤੇ ਨੂੰ ਨਾ ਜਾਣਨ ਵਾਲੇ ਅਕ੍ਰਿਤਗਣ ਲੋਕਾਂ ਦਾ ਭਾਰ ਨਹੀਂ ਸਹਿ ਸਕਦੀ ਕਿਉਂਕਿ ਉਹ ਬੁਰੇ ਤੋਂ ਵੀ ਬੁਰੇ ਹੁੰਦੇ ਹਨ। ਇਸ ਤੋਂ ਬਾਅਦ ਹੈ ਬੁੱਲਾ ਕੀ ਜਾਣਾ ਮੈਂ ਕੌਣ ਦਾ ਕੇਂਦਰੀ ਭਾਵ ਲਿਖੋ। ਬੁੱਲਾ ਕੀ ਜਾਣਾ ਮੈਂ ਕੌਣ ਬੁੱਲੇ ਸ਼ਾਹ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸੂਫੀ ਰਹੱਸਵਾਦੀ ਅਨੁਭਵ ਰਾਹੀਂ ਰੱਬ ਨਾਲ ਇੱਕ ਮਿਕਤਾ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਆਪਣੀ ਮੈਂ ਦੀ ਕਿਸੇ ਸਥਿਤੀ ਵਿੱਚ ਵੀ ਕੋਈ ਹੋਂਦ ਨਹੀਂ ਰਹਿੰਦੀ ਅਤੇ ਉਸ ਨੂੰ ਆਪਣੇ ਆਪ ਸਮੇਤ ਸਾਰਾ ਸੰਸਾਰ ਉਸ ਸੱਚੇ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ। ਇਸ਼ਕ ਦੀ ਨਵੀਂ ਨਵੀਂ ਬਹਾਰ ਦਾ ਕੇਂਦਰੀ ਭਾਵ ਲਿਖੋ। ਇਸ਼ਕ ਦੀ ਨਵੀਂ ਨਵੀਂ ਬਹਾਰ ਬੁੱਲੇ ਸ਼ਾਹ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸੂਫੀ ਫਕੀਰ ਮਜ਼ਹਬਾਂ ਦੇ ਕਰਮ ਕਾਂਡਾਂ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਦਾ ਪਿਆਰ ਪਾ ਕੇ ਉਸ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇੱਕ ਮਿਕ ਹੋ ਜਾਂਦਾ ਹੈ। ਕਿੱਸਾ ਸੱਸੀ ਪੁੰਨੂ ਦਾ ਕੇਂਦਰੀ ਭਾਵ ਲਿਖੋ। ਹਾਸ਼ਮ ਸ਼ਾਹ ਦੀ ਰਚਨਾ ਕਿੱਸਾ ਸੱਸੀ ਪੁੰਨੂ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਆਪਣੇ ਪ੍ਰੀਤਮ ਪੁੰਨੂ ਨੂੰ ਪਾਉਣ ਲਈ ਸੱਸੀ ਤਪਦੇ ਮਾਰੂਥਲ ਵਿੱਚ ਚੱਲ ਪਈ ਜਿੱਥੇ ਉਸ ਦੀ ਗਰਮੀ ਵਿੱਚ ਮੌਤ ਹੋ ਗਈ। ਉਹ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਕਿ ਇਸ਼ਕ ਵਿੱਚ ਉਹ ਪੂਰੀ ਉਤਰੀ ਹੈ। ਪੂਰਨ ਦਾ ਜਨਮ ਕਵਿਤਾ ਦਾ ਕੇਂਦਰੀ ਭਾਵ ਲਿਖੋ। ਪੂਰਨ ਦਾ ਜਨਮ ਕਵਿਤਾ ਕਾਦਰ ਯਾਰ ਦੇ ਕਿੱਸੇ ਕਿੱਸਾ ਪੂਰਨ ਭਗਤ ਵਿੱਚ ਦਰਜ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਉਸ ਦੀ ਪਤਨੀ ਇਛਰਾ ਨੇ ਪੂਰਨ ਨੂੰ ਜਨਮ ਦਿੱਤਾ। ਜੋਤਸ਼ੀਆਂ ਦੇ ਕਹਿਣ ਤੇ ਰਾਜੇ ਨੇ ਉਸ ਨੂੰ 12 ਸਾਲ ਲਈ ਭੋਰੇ ਦੀ ਕੋਠੜੀ ਵਿੱਚ ਪਾ ਦਿੱਤਾ। ਇਛਰਾ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ ਦਾ ਕੇਂਦਰੀ ਭਾਵ ਲਿਖੋ। ਇਛਰਾ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ ਕਵਿਤਾ ਕਾਦਰ ਯਾਰ ਦੇ ਕਿੱਸੇ ਕਿੱਸਾ ਪੂਰਨ ਭਗਤ ਵਿੱਚ ਦਰਜ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸਲਵਾਨ ਨੇ ਆਪਣੀ ਦੂਜੀ ਪਤਨੀ ਲੂਣਾ ਦੁਆਰਾ ਪੂਰਨ ਤੇ ਇਲਜ਼ਾਮ ਲਾਉਣ ਤੋਂ ਬਾਅਦ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਜਦੋਂ ਪੂਰਨ ਦੀ ਮਾਂ ਇਛਰਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋ ਰੋ ਕੇ ਅੰਨੀ ਹੋ ਗਈ। ਜੱਲਾਦਾਂ ਨੇ ਪੂਰਨ ਦੇ ਹੱਥ ਵੱਢ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ। ਮਾਂ ਪੁੱਤਰ ਦਾ ਮੇਲ ਕਵਿਤਾ ਦਾ ਕੇਂਦਰੀ ਭਾਵ ਲਿਖੋ। ਮਾਂ ਪੁੱਤਰ ਦਾ ਮੇਲ ਕਵਿਤਾ ਕਾਦਰ ਯਾਰ ਦੇ ਕਿੱਸੇ ਕਿੱਸਾ ਪੂਰਨ ਭਗਤ ਵਿੱਚ ਦਰਜ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਇਛਰਾ ਆਪਣੇ ਪੂਰਨ ਦੇ ਬਾਗ ਵਿੱਚ ਆਏ ਜੋਗੀ ਪੂਰਨ ਦੀ ਮਾਨਤਾ ਸੁਣ ਕੇ ਡਿੱਗਦੀ ਢਹਿੰਦੀ ਉੱਥੇ ਪਹੁੰਚਦੀ ਹੈ। ਉਹ ਪੂਰਨ ਦੀ ਆਵਾਜ਼ ਪਛਾਣ ਕੇ ਉਸ ਦਾ ਖਾਨਦਾਨ ਪੁੱਛਦੀ ਹੈ। ਪੂਰਨ ਦੇ ਅਸਲੀਅਤ ਦੱਸਣ ਤੇ ਮਾਤਾ ਇਛਰਾ ਦੀ ਨਜ਼ਰ ਪਰਤ ਆਉਂਦੀ ਹੈ ਤੇ ਇਸ ਤਰ੍ਹਾਂ ਮਾਂ ਪੁੱਤਰ ਦਾ ਮੇਲ ਹੁੰਦਾ ਹੈ। ਸਿੰਘਾਂ ਦਾ ਜੰਗ ਲਈ ਗੁਰਮਤਾ ਦਾ ਕੇਂਦਰੀ ਭਾਵ ਲਿਖੋ। ਸਿੰਘਾਂ ਦਾ ਜੰਗ ਲਈ ਗੁਰਮਤਾ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਅੰਸ਼ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸਿੰਘਾਂ ਨੇ ਅੰਗਰੇਜ਼ਾਂ ਦੀ ਆਪਣੇ ਵਿਰੁੱਧ ਹੋ ਰਹੀ ਗਤੀਵਿਧੀ ਨੂੰ ਵੇਖ ਕੇ ਫੈਸਲਾ ਕੀਤਾ ਕਿ ਉਹਨਾਂ ਦਾ ਮੁਕਾਬਲਾ ਕੀਤਾ ਜਾਵੇ। ਸਿੱਖਾਂ ਦੀ ਬਹਾਦਰੀ ਅੱਗੇ ਅੰਗਰੇਜ਼ ਟਿਕ ਨਹੀਂ ਸਕਣਗੇ ਤੇ ਉਹ ਝੱਟ ਹੀ ਲੁਧਿਆਣੇ ਨੂੰ ਫਤਿਹ ਕਰਕੇ ਦਿੱਲੀ ਤੱਕ ਪਹੁੰਚ ਜਾਣਗੇ। ਸਿੰਘਾਂ ਦੀ ਚੜ੍ਹਤ ਕਵਿਤਾ ਦਾ ਕੇਂਦਰੀ ਭਾਵ ਲਿਖੋ। ਸਿੰਘਾਂ ਦੀ ਚੜ੍ਹਤ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਅੰਸ਼ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਅੰਗਰੇਜ਼ਾਂ ਵਿਰੁੱਧ ਚੜ੍ਹਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫੌਜਾਂ ਤੁਰ ਪਈਆਂ। ਇਸ ਫੌਜ ਵਿੱਚ ਸਿੱਖ ਸਰਦਾਰਾਂ ਦੇ ਗੱਭਰੂ ਪੁੱਤਰ ਦੁਆਬੇ ਤੇ ਮਾਝੇ ਦੇ ਵਸਨੀਕ ਤੋਂ ਇਲਾਵਾ ਜੰਬੂਰ ਖਾਨਾ ਵੀ ਸ਼ਾਮਲ ਸਨ। ਜੰਗ ਦਾ ਹਾਲ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਜੰਗ ਦਾ ਹਾਲਸਾ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਅੰਸ਼ ਹੈ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰ ਮਹਾਰਾਜਾ ਰਣਜੀਤ ਸਿੰਘ ਵਰਗੇ ਵਿਅਕਤੀ ਦੀ ਯੋਗ ਅਗਵਾਈ ਦੀ ਅਣਹੋਂਦ ਕਾਰਨ ਅੰਤ ਵਿੱਚ ਸਿੱਖ ਫੌਜਾਂ ਨੂੰ ਹਾਰ ਮਿਲੀ। ਉੱਤਰ ਬਾਬਾ ਬਾਲਕ ਸਿੰਘ ਦਾ ਬਾਬਾ ਰਾਮ ਸਿੰਘ ਨੇ ਕਿਹੜਾ ਪ੍ਰਭਾਵ ਕਬੂਲਿਆ? ਬਾਬਾ ਬਾਲਕ ਸਿੰਘ ਹਜ਼ਰੇ ਵਿੱਚ ਰਹਿੰਦੇ ਸਨ ਤੇ ਬੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ। ਆਪ ਹਿੰਦੂ, ਮੁਸਲਮਾਨ, ਸਿੱਖ ਸਭ ਨੂੰ ਸ਼ੁਭ ਆਚਰਣ, ਧਰਮ ਦੀ ਕਿਰਤ ਕਮਾਈ ਤੇ ਈਸ਼ਵਰ ਦਾ ਚਿੰਤਨ, ਅੱਲਾ ਨੂੰ ਯਾਦ ਤੇ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਜੀ ਉੱਤੇ ਬਾਬਾ ਬਾਲਕ ਸਿੰਘ ਦੇ ਉਪਦੇਸ਼ਾਂ ਦਾ ਬੜਾ ਪ੍ਰਭਾਵ ਪਿਆ ਤੇ ਉਸ ਤੋਂ ਪਿੱਛੋਂ ਬਾਬਾ ਰਾਮ ਸਿੰਘ ਪਹਿਲਾਂ ਨਾਲੋਂ ਵੀ ਵੱਧ ਤਤਪਰ ਹੋ ਕੇ ਵਾਹਿਗੁਰੂ ਦਾ ਭਜਨ ਕਰਨ ਲੱਗੇ। ਕਿਹੜੀ ਜਥੇਬੰਦੀ ਨਾਮਧਾਰੀ ਜਥੇਬੰਦੀ ਜਾਂ ਕੂਕਿਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਪਾਸਾਰ ਕਿਵੇਂ ਹੋਇਆ? ਜਿਗਿਆਸੂ ਅਭਿਆਸੀਆਂ ਦੀ ਜਥੇਬੰਦੀ ਸਮਾਂ ਪਾ ਕੇ ਨਾਮਧਾਰੀਆਂ ਕੂਕਿਆਂ ਦੀ ਜਮਾਤ ਅਖਵਾਈ। ਸ਼ਰਧਾਲੂ ਆਪਣੀ ਦਸਵੰਧ ਦੀ ਕਮਾਈ ਬਾਬਾ ਰਾਮ ਸਿੰਘ ਜੀ ਕੋਲ ਪੈਣੀ ਭੇਜਣ ਲੱਗੇ। ਬਾਬਾ ਰਾਮ ਸਿੰਘ ਉਹ ਸਾਰੀ ਆਮਦਨ ਸਾਂਝੇ ਲੰਗਰ ਵਿੱਚ ਪਾ ਦਿੰਦੇ ਸਨ, ਜਿਸ ਵਿੱਚੋਂ ਆਈਆਂ ਗਈਆਂ ਸੰਗਤਾਂ ਲੰਗਰ ਛਕਦੀਆਂ ਸਨ। ਥੋੜੇ ਸਾਲਾਂ ਵਿੱਚ ਨਾਮਧਾਰੀ ਜਥੇਬੰਦੀਆਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਣ ਗਈਆਂ। ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਹਨ ਉਹਨਾਂ ਨੂੰ ਸੰਖੇਪ ਵਿੱਚ ਲਿਖੋ। ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਉਹ ਇਸ ਪ੍ਰਕਾਰ ਹਨ। ਲੋਕ ਆਪਣੇ ਸਰੀਰ ਤੇ ਆਪਣੀ ਰਹਿਣੀ ਬਹਿਣੀ ਨੂੰ ਸਾਫ਼ ਰੱਖਣ। ਲੋਕਾਂ ਦੇ ਮਨ ਭਰਮਾਂ ਭੁਲੇਖਿਆਂ ਤੇ ਵਹਿਮਾਂ ਵਿੱਚੋਂ ਨਿਕਲ ਕੇ ਨਰੋਏ ਹੋ ਜਾਣ। ਸਮਾਜਿਕ ਤੌਰ ਉੱਤੇ ਇਸਤਰੀ ਤੇ ਮਰਦ ਬਰਾਬਰ ਦੇ ਮੰਨੇ ਜਾਣ ਤੇ ਸਰਬ ਸਾਂਝੇ ਵਿਦਿਆ ਦੇ ਪ੍ਰਚਾਰ ਰਾਹੀਂ ਉન્નਤੀ ਕਰਨ। ਲੋਕਾਂ ਦੀ ਆਤਮਾ ਧਾਰਮਿਕ ਤੌਰ ਤੇ ਸੁਰਜੀਤ ਤੇ ਤਕੜੀ ਹੋਵੇ। ਦੇਸ਼ ਤੇ ਜਨਤਾ ਵਿਦੇਸ਼ੀਆਂ ਤੇ ਰਾਜੇ ਰਾਣੀਆਂ ਦੀ ਪ੍ਰਾਧੀਨਤਾ ਤੋਂ ਸੁਤੰਤਰ ਹੋ ਕੇ ਆਪਣਾ ਰਾਜ ਆਪ ਕਰਨ। ਬਾਬਾ ਰਾਮ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ? ਬਾਬਾ ਅਰਬ ਦੇਸ਼ ਦੀ ਬੋਲੀ ਵਿੱਚ ਵੱਡੇ ਬਜ਼ੁਰਗ, ਉੱਚੀ ਬੁੱਧੀ, ਉੱਚੇ ਚਾਲ ਚੱਲਣ ਵਾਲੇ ਅਤੇ ਪੂਜਣਯੋਗ ਵਿਅਕਤੀ ਲਈ ਵਰਤਿਆ ਜਾਂਦਾ ਹੈ ਅਤੇ ਪੰਜਾਬੀ ਬੋਲੀ ਵਿੱਚ ਉੱਚੀ ਆਤਮਿਕ ਅਵਸਥਾ ਵਾਲੇ ਮਹਾਂਪੁਰਖਾਂ ਲਈ ਵਰਤਿਆ ਜਾਂਦਾ ਹੈ। ਬਾਬਾ ਰਾਮ ਸਿੰਘ ਜੀ ਵਿੱਚ ਇਹ ਸਾਰੇ ਗੁਣ ਸਨ, ਇਸ ਲਈ ਉਹਨਾਂ ਨੂੰ ਬਾਬਾ ਕਿਹਾ ਜਾਂਦਾ ਹੈ। ਬਾਬਾ ਰਾਮ ਸਿੰਘ ਜੀ ਨੇ ਆਪਣੇ ਜੀਵਨ ਨਿਰਵਾਹ ਲਈ ਕਿਹੜੇ ਕਿੱਤੇ ਅਪਣਾਏ? ਬਾਬਾ ਰਾਮ ਸਿੰਘ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਚੜਿਆਂ ਦੀ ਪਲਟਨ ਵਿੱਚ ਨੌਕਰੀ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਵਿੱਚ ਹੀ ਲੋਹੇ ਕੱਪੜੇ ਦੀ ਹੱਟੀ ਪਾ ਲਈ। ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ ਉਪਦੇਸ਼ ਦਿੱਤੇ? ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦੇ ਵਿਰੁੱਧ ਆਵਾਜ਼ ਚੁੱਕੀ। ਉਹ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਪਾਲਣ ਪੋਸ਼ਣ ਤੇ ਪੜ੍ਹਾਉਣ ਵਿਆਹੁਣ ਤੇ ਜ਼ੋਰ ਦਿੰਦੇ ਰਹੇ। ਉਹਨਾਂ ਨੇ ਸਮਾਜ ਵਿੱਚ ਮਰਦ ਅਤੇ ਔਰਤ ਦੀ ਸਮਾਜਿਕ ਬਰਾਬਰੀ ਤੇ ਜ਼ੋਰ ਦਿੱਤਾ, ਜਿਹੜਾ ਉਹਨਾਂ ਨੂੰ ਸੰਸਾਰ ਦੇ ਸ਼੍ਰੋਮਣੀ ਸੁਧਾਰਕਾਂ ਦੀ ਸਫ਼ ਵਿੱਚ ਖੜਾ ਕਰਦਾ ਹੈ। ਕਿਹੜੇ ਕੰਮਾਂ ਕਰਕੇ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਉਸ ਵੇਲੇ ਹੀ ਅੱਧਾ ਪਚੱਧਾ ਨਿਕਲ ਆਏ? ਬਾਬਾ ਰਾਮ ਸਿੰਘ ਦੇ ਉਪਦੇਸ਼ਾਂ ਨੂੰ ਮੰਨਣ ਵਾਲਿਆਂ ਨੇ ਅੰਗਰੇਜ਼ਾਂ ਦੇ ਚਲਾਏ ਹੋਏ ਡਾਕ, ਰੇਲ, ਕਚਹਿਰੀਆਂ ਅਤੇ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰਨੀ ਛੱਡ ਦਿੱਤੀ। ਉਹਨਾਂ ਨੇ ਆਪਣਾ ਡਾਕ ਪ੍ਰਬੰਧ ਸਥਾਪਿਤ ਕਰ ਲਿਆ। ਆਪਸੀ ਝਗੜਿਆਂ ਨੂੰ ਕਚਹਿਰੀਆਂ ਦੀ ਥਾਂ ਆਪਣੀਆਂ ਪੰਚਾਇਤਾਂ ਵਿੱਚ ਹੀ ਖਤਮ ਕਰ ਦਿੰਦੇ ਸਨ। ਇਸ ਤਰ੍ਹਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਉਸ ਵੇਲੇ ਹੀ ਅੱਧਾ ਪਚੱਧਾ ਨਿਕਲ ਆਏ। ਬਾਬਾ ਰਾਮ ਸਿੰਘ ਦੀ ਚਲਾਈ ਨਾ ਮਿਲਵਰਤਨ ਲਹਿਰ ਦਾ ਵਰਣਨ ਕਰੋ। ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਚਲਾਈ ਗਈ ਨਾ ਮਿਲਵਰਤਨ ਲਹਿਰ ਤੇ ਮੋਢੀ ਸਨ। ਬਾਬਾ ਰਾਮ ਸਿੰਘ ਦੇ ਉਪਦੇਸ਼ਾਂ ਨੂੰ ਮੰਨਣ ਵਾਲਿਆਂ ਨੇ ਅੰਗਰੇਜ਼ਾਂ ਤੇ ਚਲਾਏ ਹੋਏ ਡਾਕ, ਰੇਲ, ਕਚਹਿਰੀਆਂ ਅਤੇ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰਨੀ ਛੱਡ ਦਿੱਤੀ। ਉਹਨਾਂ ਨੇ ਆਪਣਾ ਡਾਕ ਪ੍ਰਬੰਧ ਸਥਾਪਿਤ ਕਰ ਲਿਆ। ਆਪਸੀ ਝਗੜਿਆਂ ਨੂੰ ਕਚਹਿਰੀਆਂ ਦੀ ਥਾਂ ਆਪਣੀਆਂ ਪੰਚਾਇਤਾਂ ਵਿੱਚ ਹੀ ਖਤਮ ਕਰ ਦਿੰਦੇ ਸਨ। ਬਾਬਾ ਰਾਮ ਸਿੰਘ ਕੂਕਾ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਬਾਬਾ ਰਾਮ ਸਿੰਘ ਜੀ ਦਾ ਜਨਮ 1816 ਈਸਵੀ ਵਿੱਚ ਭੈਣੀ ਰਾਈਆਂ ਵਿਖੇ ਸਰਦਾਰ ਜੱਸਾ ਸਿੰਘ ਦੇ ਘਰ ਹੋਇਆ। ਜਵਾਨ ਹੋਣ ਤੇ ਆਪ ਆਪਣੇ ਪੜਵਈਏ ਸਰਦਾਰ ਕਾਬਲ ਸਿੰਘ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਦੀ ਘੋੜਚੜਿਆਂ ਦੀ ਪਲਟਨ ਵਿੱਚ ਭਰਤੀ ਹੋ ਗਏ।
ਆਪ ਦੇ ਘਰ ਦੋ ਪੁੱਤਰੀਆਂ ਦਾ ਜਨਮ ਹੋਇਆ। ਉਹਨਾਂ ਦਿਨਾਂ ਵਿੱਚ ਮਾਲਵੇ ਵਿੱਚ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦਾ ਰਿਵਾਜ ਸੀ। ਬਾਬਾ ਰਾਮ ਸਿੰਘ ਨੇ ਇਸ ਰਿਵਾਜ ਦਾ ਮੂੰਹ ਤੋੜ ਉੱਤਰ ਦਿੰਦਿਆਂ ਆਪਣੀਆਂ ਬੱਚੀਆਂ ਨੂੰ ਪਿਆਰ ਨਾਲ ਪਾਲਿਆ ਅਤੇ ਉਹਨਾਂ ਨੂੰ ਵਿੱਦਿਆ ਵੀ ਦਿੱਤੀ। ਹਜ਼ਰੋ ਵਿਖੇ ਆਪ ਮਹਾਂਪੁਰਖ ਬਾਬਾ ਬਾਲਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਭਜਨ ਕਰਨ ਲੱਗੇ। ਸਿੰਘਾਂ ਦੀ ਅੰਗਰੇਜ਼ਾਂ ਨਾਲ ਮੁਕਦੀ ਦੀ ਲੜਾਈ ਮਗਰੋਂ ਆਪ ਭੈਣੀ ਆ ਕੇ ਦੁਕਾਨ ਕਰਨ ਤੇ ਦਸਵੰਧ ਕੱਢਣ ਲੱਗੇ। ਬਾਬਾ ਬਾਲਕ ਸਿੰਘ ਦੁਆਰਾ ਸਥਾਪਿਤ ਜਿਗਿਆਸੂਆਂ ਅਭਿਆਸੀਆਂ ਦੀ ਜਥੇਬੰਦੀ ਦੇ ਪੰਜਾਬ ਵਿੱਚ ਪ੍ਰਚਾਰਕ ਥਾਪੇ ਗਏ, ਜੋ ਮਗਰੋਂ ਕੂਕਾ ਜਾਂ ਨਾਮਧਾਰੀ ਜਥੇਬੰਦੀ ਅਖਵਾਈ। ਆਪਣੇ ਸ਼ਰਧਾਲੂਆਂ ਦੁਆਰਾ ਭੇਜੇ ਗਏ ਦਸਵੰਧ ਨੂੰ ਆਪ ਲੰਗਰ ਉੱਤੇ ਖਰਚ ਕਰਦੇ ਤੇ ਉਹ ਆਪ ਨੂੰ ਬਾਬਾ, ਗੁਰੂ ਜਾਂ ਸਤਿਗੁਰੂ ਕਹਿਣ ਲੱਗੇ। ਆਪ ਦਾ ਨਿਸ਼ਾਨਾ ਲੋਕਾਂ ਵਿੱਚ ਸਰੀਰ ਤੇ ਰਹਿਣੀ ਬਹਿਣੀ ਦੀ ਸਵੱਛਤਾ, ਵਹਿਮਾਂ ਭਰਮਾਂ ਤੋਂ ਮੁਕਤੀ, ਇਸਤਰੀ ਮਰਦ ਨੂੰ ਬਰਾਬਰੀ, ਆਤਮਾ ਨੂੰ ਧਾਰਮਿਕ ਤੌਰ ਤੇ ਤਕੜੀ ਕਰਨਾ ਸੀ। ਆਪ ਜੀ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਕਈ ਹਿੰਦੂ ਅਤੇ ਮੁਸਲਮਾਨ ਆਪ ਦੇ ਪੈਰੋਕਾਰ ਬਣ ਗਏ। ਆਪ ਦੀ ਪ੍ਰੇਰਣਾ ਨਾਲ ਆਪ ਦੇ ਸ਼ਰਧਾਲੂਆਂ ਨੇ ਅੰਗਰੇਜ਼ਾਂ ਦੇ ਡਾਕ ਪ੍ਰਬੰਧ, ਰੇਲਾਂ ਅਤੇ ਕਚਹਿਰੀਆਂ ਦਾ ਮੁਕੰਮਲ ਬਾਈਕਾਟ ਕਰਕੇ ਆਪਣਾ ਪ੍ਰਬੰਧ ਸ਼ੁਰੂ ਕੀਤਾ। ਆਪ ਨੂੰ ਅੰਗਰੇਜ਼ਾਂ ਨੇ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ, ਜਿੱਥੇ ਆਪ ਦਾ 1885 ਵਿੱਚ ਦੇਹਾਂਤ ਹੋ ਗਿਆ। ਕਾਲੀਦਾਸ ਕੌਣ ਸੀ? ਉਸ ਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ? ਕਾਲੀਦਾਸ ਭਾਰਤ ਦਾ ਇੱਕ ਮਹਾਨ ਕਵੀ ਸੀ, ਜਿਹੜਾ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਹੋਏ ਰਾਜਾ ਬਿਕਰਮਾਜੀਤ ਦੇ 9 ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਉਸ ਨੂੰ ਆਪਣੀਆਂ ਕਾਵਿ ਰਚਨਾਵਾਂ ਅਤੇ ਨਾਟਕਾਂ ਕਾਰਨ ਪ੍ਰਸਿੱਧੀ ਮਿਲੀ। ਬਿਕਰਮੀ ਸੰਮਤ ਕਦੋਂ ਤੇ ਕਿਹੜੇ ਬਾਦਸ਼ਾਹ ਦੇ ਨਾਂ ਤੋਂ ਸ਼ੁਰੂ ਹੋਇਆ? ਬਿਕਰਮੀ ਸੰਮਤ ਪਹਿਲੀ ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਹੋਏ ਉਜੈਨ ਦੇ ਰਾਜਾ ਬਿਕਰਮਾਜੀਤ ਦੇ ਨਾਂ ਤੋਂ ਸ਼ੁਰੂ ਹੋਇਆ। ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ? ਕਾਲੀਦਾਸ ਇੱਕ ਉੱਚ ਕੋਟੀ ਦਾ ਸਾਹਿਤਕਾਰ ਸੀ। ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਇਸ ਕਰਕੇ ਦੱਸਦੇ ਹਨ ਕਿਉਂਕਿ ਉਹ ਆਪਣੀ ਕਾਵਿ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲੱਗਦਾ ਹੈ ਤੇ ਹਰ ਕੋਈ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ। ਮਹਾਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਸੰਖੇਪ ਵਿੱਚ ਦੱਸੋ। ਕਾਲੀਦਾਸ ਦੀਆਂ 7 ਪੁਸਤਕਾਂ ਪ੍ਰਸਿੱਧ ਹਨ, 4 ਕਾਵਿ ਤੇ 3 ਨਾਟਕ। ਰਘੂਵੰਸ਼, ਕੁਮਾਰ ਸੰਭਵ, ਵਿਕਰਮੋਰਵੰਸ਼ੀ ਤੇ ਮੇਘਦੂਤ ਇਹ 4 ਕਾਵਿ ਹਨ ਤੇ ਅਭਿਗਿਆਨ ਸ਼ਕੁੰਤਲਾ, ਵਿਕਰਮੋਰਵੰਸ਼ੀ ਤੇ ਮਾਲਵਿਕਾ ਗਿਨੀਮ੍ਰਿਤ 3 ਨਾਟਕ ਹਨ। ਇਹਨਾਂ ਤੋਂ ਇਲਾਵਾ ਹੋਰ ਵੀ 10-15 ਪੁਸਤਕਾਂ ਕਾਲੀਦਾਸ ਦੇ ਨਾਮ ਨਾਲ ਮਨਸੂਬ ਕੀਤੀਆਂ ਜਾਂਦੀਆਂ ਹਨ, ਪਰ ਉਹਨਾਂ ਬਾਰੇ ਨਿਸ਼ਚਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਕਵੀ ਨੇ ਮੇਘਦੂਤ ਰਚਨਾ 'ਚ ਮੇਘ ਨੂੰ ਕੀ ਤਾਕੀਦ ਕੀਤੀ? ਕਵੀ ਨੇ ਮੇਘ ਨੂੰ ਸੁਨੇਹਾ ਦੇ ਕੇ ਅਲਕਾਪੁਰੀ ਵੱਲ ਤੋਰਿਆ ਤੇ ਤਾਕੀਦ ਕੀਤੀ ਹੈ, ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ। ਜਾਂਦਾ ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ਼ ਜ਼ਰੂਰ ਪਹੁੰਚਣਾ। ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਣਨ ਲਈ ਉਡੀਕ ਵਿੱਚ ਖਲੋਤੀ ਹੋਵੇਗੀ। ਸ਼ਕੁੰਤਲਾ ਕੌਣ ਸੀ? ਉਸ ਦਾ ਦੁਸ਼ਯੰਤ ਨਾਲ ਦੁਬਾਰਾ ਮਿਲਾਪ ਕਿਵੇਂ ਹੋਇਆ? ਸ਼ਕੁੰਤਲਾ ਜੰਗਲ ਵਿੱਚ ਰਹਿੰਦੇ ਰਿਸ਼ੀਆਂ ਦੀ ਧੀ ਸੀ। ਜਦੋਂ ਦੋਹਾਂ ਤੋਂ ਭਾਵ ਹੈ ਸ਼ਕੁੰਤਲਾ ਤੇ ਦੁਸ਼ਯੰਤ ਦਾ ਮਿਲਾਪ ਹੁੰਦਾ ਹੈ, ਸ਼ਹਿਜ਼ਾਦਾ ਸ਼ਕੁੰਤਲਾ ਦੀ ਉਂਗਲੀ ਵਿੱਚ ਪ੍ਰੀਤ ਨਿਸ਼ਾਨੀ ਆਪਣੀ ਮੁੰਦਰੀ ਪਾ ਜਾਂਦਾ ਹੈ। ਕੁਝ ਸਮੇਂ ਬਾਅਦ ਸ਼ਕੁੰਤਲਾ ਦਾ ਪਿਤਾ ਉਸ ਨੂੰ ਆਪਣੇ ਸਹੁਰੇ ਘਰ ਭੇਜਦਾ ਹੈ, ਪਰੰਤੂ ਦੁਸ਼ਯੰਤ ਦੁਰਵਾਸਾ ਦੇ ਸਰਾਪ ਕਾਰਨ ਉਸ ਨੂੰ ਭੁੱਲ ਜਾਂਦਾ ਹੈ। ਸ਼ਕੁੰਤਲਾ ਮੁੰਦਰੀ ਦਿਖਾਉਣ ਲੱਗਦੀ ਹੈ, ਪਰੰਤੂ ਮੁੰਦਰੀ ਰਸਤੇ ਵਿੱਚ ਹੀ ਕਿਤੇ ਪਾਣੀ ਪੀਣ ਲੱਗਿਆਂ ਦਰਿਆ ਵਿੱਚ ਡਿੱਗ ਪੈਂਦੀ ਹੈ, ਜਿਸ ਨੂੰ ਇੱਕ ਮੱਛੀ ਨਿਕਲ ਜਾਂਦੀ ਹੈ। ਮੱਛੀ ਪਕੜ ਕੇ ਲੈ ਜਾਂਦਾ ਹੈ ਤੇ ਮੁੰਦਰੀ ਦੁਸ਼ਯੰਤ ਪਾਸ ਪੁੱਜ ਜਾਂਦੀ ਹੈ। ਮੁੰਦਰੀ ਨੂੰ ਵੇਖਣ ਸਾਰ ਉਸ ਨੂੰ ਸ਼ਕੁੰਤਲਾ ਦੇ ਮਾਸੂਮ ਪ੍ਰੇਮ ਦੀ ਯਾਦ ਆ ਜਾਂਦੀ ਹੈ ਤੇ ਇਸ ਤਰ੍ਹਾਂ ਦੋਹਾਂ ਦਾ ਦੁਬਾਰਾ ਮਿਲਾਪ ਹੁੰਦਾ ਹੈ। ਅਨਾਮਿਕਾ ਤੋਂ ਕੀ ਭਾਵ ਹੈ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ? ਅਨਾਮਿਕਾ ਤੋਂ ਭਾਵ ਉਸ ਦਾ ਕੋਈ ਨਾਂ ਥਾਂ ਨਹੀਂ ਜਾਂ ਉਹ ਹੈ ਹੀ ਨਹੀਂ। ਇੱਕ ਵਿਦਵਾਨ
ਸਮਾਲੋਚਕ ਅਨੁਸਾਰ ਹੱਥ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਿਕਾ ਦਾ ਨਾਮ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗਿਆਂ ਪਹਿਲੇ ਚੀਚੀ ਉੱਤੇ ਕਾਲੀਦਾਸ ਦਾ ਨਾਮ ਗਿਣਿਆ ਗਿਆ ਤਾਂ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ। ਇਸ ਕਰਕੇ ਅਗਲੀ ਉਂਗਲੀ ਦਾ ਨਾਮ ਅਨਾਮਿਕਾ ਪੈ ਗਿਆ। ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ? ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਵਿੱਚ ਵਰਤਦੇ ਹਨ। ਪੱਛਮ ਵਾਲਿਆਂ ਪਾਸ ਸਭ ਤੋਂ ਚੰਗਾ ਕਵੀ ਸ਼ੇਕਸਪੀਅਰ ਹੈ। ਉਹਨਾਂ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਇਹ ਕਹਿ ਕੇ ਕੀਤਾ ਕਿ ਉਹ ਹਿੰਦੁਸਤਾਨ ਦਾ ਸ਼ੇਕਸਪੀਅਰ ਸੀ। ਮਹਾਕਵੀ ਕਾਲੀਦਾਸ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਕਿਸੇ ਹਿੰਦੁਸਤਾਨੀ ਕਲਾਕਾਰ ਅਨੁਸਾਰ ਕਵਿਤਾ ਮਹਾਕਵੀ ਕਾਲੀਦਾਸ ਦੀ ਪ੍ਰੀਤਮਾ ਸੀ ਤੇ ਦੋਹਾਂ ਦੀ ਅਜਿਹੀ ਪ੍ਰੇਮ ਜੋੜੀ ਬਣੀ ਕਿ ਦੋਵੇਂ ਹੀ ਅਮਰ ਹੋ ਗਏ। ਕਾਲੀਦਾਸ ਦੇ ਮਾਤਾ ਪਿਤਾ, ਥਾਂ ਟਿਕਾਣੇ ਤੇ ਧਰਮ ਜਾਤੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਖੋਜੀਆਂ ਅਨੁਸਾਰ ਇਹ ਈਸਾ ਤੋਂ 56 ਸਾਲ ਪਹਿਲਾਂ ਹੋਏ ਬਾਦਸ਼ਾਹ ਬਿਕਰਮਾਜੀਤ ਪਹਿਲੇ ਦੇ 9 ਦਰਬਾਰੀ ਰਤਨਾਂ ਵਿੱਚ ਸ਼ਾਮਲ ਸੀ। ਉਸ ਦੇ ਲਿਖੇ 4 ਕਾਵਿ ਰਘੁਵੰਸ਼, ਕੁਮਾਰ ਸੰਭਵ, ਰਿਤੂ ਸਹਾਰ ਤੇ ਮੇਘਦੂਤ ਤੇ 3 ਨਾਟਕ ਅਭਿਗਿਆਨ ਸ਼ਕੁੰਤਲਾ, ਵਿਕਰਮੋਰ ਵੰਸ਼ੀ, ਮਾਲਵਿਕਾ ਗਨਿਮ੍ਰਿਤ ਪ੍ਰਸਿੱਧ ਹਨ। ਉਸ ਦੇ ਨਾਂ ਤੇ ਕੁਝ 15 ਪੁਸਤਕਾਂ ਹੋਰ ਵੀ ਜੋੜੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਸਿੱਧ ਨਹੀਂ ਹੋ ਸਕੀ। ਉਸ ਦੇ ਨਾਟਕ ਭਾਰਤੀ ਨਾਟਕ ਪਰੰਪਰਾ ਅਨੁਸਾਰ ਸੁਖਾਂਤ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ ਜੋ ਚਮਤਕਾਰਾਂ, ਉਪਮਾਵਾਂ, ਕਟਾਕਸ਼, ਸੁੰਦਰ ਸ਼ਬਦਾਵਲੀ ਤੇ ਸੰਕੇਤਿਕ ਬਿਆਨ ਨਾਲ ਭਰਪੂਰ ਹੈ। ਪੂਰਬੀ ਲੋਕ ਉਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਪੱਛਮੀ ਲੋਕ ਉਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿੰਦੇ ਹਨ। ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ? ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਨੂੰ ਵਿਆਹ ਤੇ ਸੱਦਿਆ ਤਾਂ ਉਹ ਮੇਲ ਗੇਲ ਲਈ ਬਣਾਏ ਗਏ ਪ੍ਰਸ਼ਾਦ ਦੇ ਕੜਾਹੇ ਨੂੰ ਇਕੱਲੇ ਹੀ ਚਟਮ ਕਰ ਗਏ, ਜਿਸ ਕਰਕੇ ਛਾਪੇ ਪਿੰਡ ਵਾਲੇ ਨਾਰਾਜ਼ ਹੋ ਗਏ ਤੇ ਉਹਨਾਂ ਨੇ ਲੇਖਕ ਦੇ ਵਡੇਰਿਆਂ ਨਾਲ ਆਪਣਾ ਨਾਤਾ ਤੋੜ ਲਿਆ। ਦੂਜਾ ਪ੍ਰਸ਼ਨ ਹੈ, ਪੁਰਾਣੇ ਸਮੇਂ ਵਿੱਚ ਪਹਿਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ? ਇਸ ਦਾ ਉੱਤਰ ਹੈ, ਪੁਰਾਣੇ ਸਮਿਆਂ ਵਿੱਚ ਪਹਿਲਵਾਨ ਢੋਲ ਵਾਲੇ ਨੂੰ ਨਾਲ ਲੈ ਕੇ ਦਿਗਵਿਜੇ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ ਸਨ। ਉਹ ਇੱਕ ਪਿੰਡ ਨੂੰ ਫਤਿਹ ਕਰਦੇ ਅਤੇ ਦੂਜੇ ਪਿੰਡ ਉੱਤੇ ਚੜ੍ਹਾਈ ਕਰ ਦਿੰਦੇ। ਜਿਸ ਪਿੰਡ ਉਹ ਪੁੱਜਦੇ ਉੱਥੋਂ ਦੇ ਲੋਕਾਂ ਲਈ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਉਹ ਝੰਡਾ ਗੱਡ ਦਿੰਦੇ ਕਿ ਜੇਕਰ ਕੋਈ ਉੱਥੇ ਜ਼ੋਰ ਵਾਲਾ ਹੈ ਤਾਂ ਉਹਨਾਂ ਨਾਲ ਕੁੱਲ ਲਵੇ। ਅਗਲਾ ਪ੍ਰਸ਼ਨ ਹੈ, ਲੋਕ ਪਹਿਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ? ਪਿੰਡਾਂ ਦੇ ਲੋਕ ਪਹਿਲਵਾਨਾਂ ਦਾ ਸਵਾਗਤ ਕਰਦੇ ਸਨ। ਪਹਿਲਵਾਨਾਂ ਨੂੰ ਪਿੰਡਾਂ ਦੇ ਲੋਕ ਘਿਓ ਇਕੱਠਾ ਕਰਕੇ ਦਿੰਦੇ ਹੁੰਦੇ ਸਨ। ਗੁੜ ਦੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ ਦਿੰਦੇ ਸਨ। ਨਕਦੀ ਵੀ ਪੀਰਾ ਫਕੀਰਾਂ ਵਾਂਗ ਚੜਾਉਂਦੇ ਸਨ। ਬਾਬੇ ਪੁੰਨੂ ਤੇ ਪਹਿਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ। ਬਾਬੇ ਪੁੰਨੂ ਨੇ ਆਰੰਭਿਕ ਹੱਥ ਕਰਨ ਮਗਰੋਂ ਪਹਿਲਵਾਨ ਦੀ ਠੋਡੀ ਥੱਲੇ ਕੂਣੀ ਦੇ ਕੇ ਉਸ ਨੂੰ ਅਜਿਹਾ ਉਤਾਰ ਚੁੱਕਿਆ ਕਿ ਉਸ ਦੀ ਅੱਖਾਂ ਦੇ ਆਨੇ ਬਾਹਰ ਆ ਗਏ। ਮਸਾ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖੇੜਾ ਛੁਡਾਇਆ। ਲੋਕ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਉੱਥੋਂ ਭੱਜਣ ਦਾ ਰਾਹ ਲੱਭੇ। ਆਖਿਰ ਉਹ ਆਪਣਾ ਲੁੰਗ ਲਾਣਾ ਛੱਡ ਕੇ ਭੱਜ ਗਿਆ। ਬਾਬੇ ਪੁੰਨੂ ਦੀ ਜੈ ਜੈਕਾਰ ਹੋਈ। ਕਿਧਰੇ ਸਾਡੇ ਬਾਬੇ ਵੀ ਕੋਈ ਦਿਓ ਦਾਨੇ ਤਾਂ ਨਹੀਂ ਸਨ? ਮੇਰੇ ਵੱਡੇ ਵਡੇਰੇ ਲੇਖ ਦੇ ਪ੍ਰਸੰਗ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ। ਇਸ ਲੇਖ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਲੇਖਕ ਦੇ ਬਾਬੇ ਨਰੋਏ ਸਰੀਰਾਂ ਦੇ ਮਾਲਕ, ਖੂਬ ਖਾਣ ਪੀਣ ਵਾਲੇ, ਪਹਿਲਵਾਨਾਂ ਦੀਆਂ ਪਿੱਠਾਂ ਲਾਉਣ ਵਾਲੇ ਅਤੇ ਵੱਡੇ ਰੁੱਖਾਂ ਨੂੰ ਇਕੱਲੇ ਹੀ ਚੁੱਕ ਕੇ ਲਿਆਉਣ ਵਾਲੇ ਸਨ। ਉਹਨਾਂ ਦੀਆਂ ਪੈੜਾਂ ਵੀ ਤਕੜੀਆਂ ਸਨ। ਐਸੇ ਕਰਕੇ ਲੇਖਕ ਨੂੰ ਉਹ ਦਿਓਦਾਨੋਂ ਪ੍ਰਤੀਤ ਹੁੰਦੇ ਸਨ। ਇਸ ਪਾਠ ਵਿੱਚ ਬਾਬਿਆਂ ਦੀਆਂ ਪੈੜਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ
ਆਪਣੇ ਸ਼ਬਦਾਂ ਵਿੱਚ ਲਿਖੋ। ਬਾਬਿਆਂ ਦੀ ਭੈਣ ਦੁਆਰਾ ਚੁੱਕ ਕੇ ਲਿਆਂਦੀ ਸਿੱਟੀਆਂ ਦੀ ਪੰਡ ਵਿੱਚੋਂ 5 ਮਣ ਕੱਚੀ ਜਵਾਰ ਨਿਕਲੀ ਸੀ। ਉਹਨਾਂ ਦੀ ਚੜਿਕ ਵਿਆਹੀ ਭੈਣ ਨੇ ਪਹਿਲਵਾਨ ਦਾ ਭਾਰਾ ਮੁਗਦਰ, ਜਿਸ ਨੂੰ ਹੋਰ ਕੋਈ ਨਹੀਂ ਚੁੱਕ ਸਕਦਾ ਸੀ, 2 ਵਾਰੀ ਚੁੱਕ ਕੇ ਸੁੱਟ ਦਿੱਤਾ ਸੀ। ਲੇਖਕ ਅਨੁਸਾਰ ਕਿਹੜਾ ਵਿਅਕਤੀ ਲੰਬੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ? ਲੇਖਕ ਅਨੁਸਾਰ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਬੇ ਪੈਂਡੇ ਤੁਰਨ ਦਾ ਸਾਹਸ ਅਤੇ ਸਿੱਧਕ ਦਿਖਾ ਸਕਦਾ ਹੈ। ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਕਿਉਂ ਵੱਧ ਗਈਆਂ ਹਨ ਅਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਕਾਰਾਂ, ਗੱਡੀਆਂ, ਬੱਸਾਂ ਆਦਿ ਦੀ ਸਹੂਲਤ ਨੇ ਮਨੁੱਖ ਦੀ ਤੁਰਨ ਦੀ ਆਦਤ ਨੂੰ ਬਦਲ ਦਿੱਤਾ ਹੈ ਅਤੇ ਮਨੁੱਖ ਨੂੰ ਤੁਰਨ ਦੇ ਜਿਹੜੇ ਕੁਝ ਮੌਕੇ ਮਿਲਦੇ ਹਨ ਉਹ ਉਹਨਾਂ ਦਾ ਲਾਭ ਨਹੀਂ ਉਠਾਉਂਦਾ। ਇਸ ਕਰਕੇ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਇਸ ਦਾ ਹੱਲ ਕੇਵਲ ਤੁਰਨਾ ਹੈ। ਜਦੋਂ ਵੀ ਮੌਕਾ ਮਿਲੇ ਤੁਰੋ। ਤੁਰਨ ਨਾਲ 5 ਮਿੰਟਾਂ ਵਿੱਚ ਹੀ ਤਬਦੀਲੀ ਮਹਿਸੂਸ ਹੋਣ ਲੱਗ ਪਵੇਗੀ। ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੁੰਦੀ ਹੈ। ਇਸ ਕਥਨ ਦੀ ਵਿਆਖਿਆ ਕਰੋ। ਅਮੀਰ ਘਰਾਂ ਦੇ ਲੋਕ ਘਰ ਦੇ ਸਧਾਰਨ ਕੰਮਕਾਜ ਲਈ ਨੌਕਰਾਂ ਤੇ ਨਿਰਭਰ ਰਹਿੰਦੇ ਹਨ ਅਤੇ ਬਹੁਤ ਘੱਟ ਤੁਰਦੇ ਫਿਰਦੇ ਹਨ। ਤੁਰਨ ਦੀ ਥਾਂ ਉਹ ਗੱਡੀਆਂ, ਕਾਰਾਂ ਦੀ ਵਰਤੋਂ ਕਰਦੇ ਹਨ। ਅਮੀਰ ਘਰਾਂ ਵਿੱਚ ਸਿਰਫ ਨੌਕਰਾਂ ਦੀ ਹੀ ਸਿਹਤ ਠੀਕ ਰਹਿੰਦੀ ਹੈ ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਉਹੀ ਹਨ ਜਿਹੜੇ ਤੁਰਦੇ ਹਨ। ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ? ਤੁਰਨ ਨਾਲ ਸਵੈ ਵਿਸ਼ਵਾਸ ਉਪਜਦਾ ਹੈ। ਤੁਰਨ ਵਾਲੇ ਲੋਕ ਘੱਟ ਬਿਮਾਰ ਹੁੰਦੇ ਹਨ। ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ। ਤੁਰਨ ਨਾਲ ਪ੍ਰਕਿਰਤੀ ਨਾਲ ਨਾਤਾ ਜੁੜਦਾ ਹੈ ਅਤੇ ਇਹ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ। ਜਿਹੜੇ ਵਿਅਕਤੀ ਤੁਰ ਕੇ ਆਪਣੇ ਕੰਮ ਦੀ ਥਾਂ ਆਪੜ ਦਾ ਅਰਥ ਤੱਕ ਪਹੁੰਚ ਸਕਦੇ ਹਨ, ਉਹਨਾਂ ਨੂੰ ਸੌਖਿਆਂ ਦੁਖੀ ਨਹੀਂ ਕੀਤਾ ਜਾ ਸਕਦਾ। ਤੁਰਨ ਨਾਲ ਸਾਨੂੰ ਕਿਹੜੇ-ਕਿਹੜੇ ਨੈਤਿਕ ਅਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ? ਪੈਦਲ ਤੁਰਨ ਨਾਲ ਮਨੁੱਖ ਨੂੰ ਸਰੀਰਕ ਤੌਰ ਤੇ ਸਿਹਤ, ਸੁੰਦਰਤਾ ਤੇ ਖੁਸ਼ੀ ਆਦਿ ਗੁਣ ਪ੍ਰਾਪਤ ਹੁੰਦੇ ਹਨ। ਨੈਤਿਕ ਤੌਰ ਤੇ ਮਨੁੱਖ ਵਿੱਚ ਸਬਰ, ਸੰਤੋਖ, ਧੀਰਜ, ਗੰਭੀਰਤਾ, ਸਲੀਕਾ, ਸਵੈ ਵਿਸ਼ਵਾਸ ਤੇ ਪਿਆਰ ਆਦਿ ਗੁਣ ਪੈਦਾ ਹੁੰਦੇ ਹਨ। ਲੇਖਕ ਅਨੁਸਾਰ ਪੈਦਲ ਤੁਰਿਆ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਕਿਵੇਂ ਹੋ ਜਾਂਦਾ ਹੈ? ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ। ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜਦਾ ਹੈ ਅਤੇ ਇਹ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ। ਤੁਰਨ ਨਾਲ ਨਿਗੂਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ। ਦਰਖਤ ਕਵਿਤਾਵਾਂ ਪ੍ਰਤੀਤ ਹੋਣ ਲੱਗ ਪੈਂਦੇ ਹਨ ਅਤੇ ਗਊਆਂ, ਮੱਝਾਂ ਸਬਰ ਸੰਤੋਖ ਦੀਆਂ ਮੂਰਤੀਆਂ ਭਾਸਣ ਲੱਗ ਪੈਂਦੀਆਂ ਹਨ। ਪੈਦਲ ਤੁਰਨ ਸੰਬੰਧੀ ਯੂਨਾਨੀ ਫਿਲਾਸਫਰ ਦੇ ਕੀ ਵਿਚਾਰ ਹਨ? ਇੱਕ ਯੂਨਾਨੀ ਫਿਲਾਸਫਰ ਜਦੋਂ ਭਾਰਤ ਲਈ ਤੁਰਿਆ ਤਾਂ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਉਸ ਨੇ ਕਿਹਾ, ਵੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ। ਤੁਰਨ ਦਾ ਹੁਨਰ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਤੁਰਨ ਦਾ ਹੁਨਰ ਪਾਠ ਨਰਿੰਦਰ ਸਿੰਘ ਕਪੂਰ ਦਾ ਲਿਖਿਆ ਹੋਇਆ ਹੈ। ਇਸ ਵਿੱਚ ਲੇਖਕ ਦੱਸਦਾ ਹੈ ਕਿ ਕੇਵਲ ਸਬਰ ਸੰਤੋਖ ਵਾਲਾ ਆਦਮੀ ਹੀ ਲੰਬੇ ਪੈਂਡੇ ਉੱਤੇ ਤੁਰ ਸਕਦਾ ਹੈ। ਇੱਕ ਥਾਂ ਰਹਿ ਕੇ ਅੱਕਿਆ ਆਦਮੀ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ। ਤੁਰਨਾ ਇੱਕ ਤਰ੍ਹਾਂ ਹਲਕੇ ਹੋਣ ਦਾ ਹੁਨਰ ਹੈ। ਪੰਜਾਬੀ ਸੱਭਿਆਚਾਰ ਨਿਰੰਤਰ ਵਹਿਣ ਵਿੱਚ ਪਿਆ ਰਹਿਣ ਵਾਲਾ ਸੱਭਿਆਚਾਰ ਹੈ। ਅਜੋਕੇ ਮਨੁੱਖ ਨੇ ਆਪਣੇ ਫਾਸਲੇ ਲੰਬੇ ਕਰ ਲਏ ਹਨ। ਇਸ ਕਰਕੇ ਕਾਰਾਂ, ਗੱਡੀਆਂ ਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ। ਤੁਰਨ ਦੇ ਮੌਕਿਆਂ ਦਾ ਲਾਭ ਨਾ ਪ੍ਰਾਪਤ ਕਰਕੇ ਉਸ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਤੁਰਨ ਨਾਲ ਸਵੈ ਵਿਸ਼ਵਾਸ ਵੱਧਦਾ ਹੈ। ਇਸ ਤੋਂ ਕਿਸੇ ਦੀ ਆਜ਼ਾਦੀ ਦਾ ਪਤਾ ਲੱਗਦਾ ਹੈ। ਇਸ ਨਾਲ ਕਲਪਨਾ ਉਡਾਰੀਆਂ ਮਾਰਦੀ ਹੈ ਅਤੇ ਪ੍ਰਾਂਤ ਤੇ ਦੇਸ਼ ਦੀ ਵਿਸ਼ਾਲਤਾ ਦਾ ਪਤਾ ਲੱਗਦਾ ਹੈ। ਤੁਰਨ ਨਾਲ ਕੁਦਰਤ ਨਾਲ ਜੁੜੇ ਮਨੁੱਖ ਦਾ ਮਨ ਅਮੀਰ ਤੇ ਵਿਸ਼ਾਲ ਹੁੰਦਾ ਹੈ। ਉਹ ਦੁਨੀਆ ਵਿੱਚ ਖੁਸ਼ੀ ਵੰਡ ਸਕਦਾ ਹੈ। ਉਹ ਬੀਰ, ਧੀਰ ਅਤੇ ਗੰਭੀਰ ਹੋ ਜਾਂਦਾ ਹੈ। ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ ਉਹਨਾਂ ਦੀਆਂ ਬਹੁਤੀਆਂ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ। ਅਸਲ ਵਿੱਚ ਜਿੱਥੇ ਤੁਰ ਕੇ ਪਹੁੰਚਿਆ ਜਾ ਸਕੇ ਉੱਥੇ ਤੁਰਨਾ ਚਾਹੀਦਾ ਹੈ। ਤੁਰਨ ਦਾ ਉਦੇਸ਼ ਅਨੁਭਵ ਨੂੰ ਵੰਡਣਾ ਤੇ ਕਮਾਉਣਾ ਹੋਣਾ ਚਾਹੀਦਾ ਹੈ।
ਬੰਮ ਬਹਾਦਰ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਇੱਕ ਮਹਾਰਾਜੇ ਦਾ ਹਾਥੀ ਬੰਮ ਬਹਾਦਰ ਮਹੰਤ ਮਾਤਾ ਦੀਨ ਵੱਲੋਂ ਹਰ ਰੋਜ਼ ਆਪਣੇ ਰਾਤਬ ਵਿੱਚ ਚੋਰੀ ਕੀਤੇ ਜਾਣ ਕਰਕੇ ਹਾਥੀਖਾਨੇ ਵਿੱਚ ਕਰੋਧ ਮਚਾਈ ਰੱਖਦਾ ਸੀ। ਪਰ ਮਹਾਰਾਜ ਬੰਮ ਬਹਾਦਰ ਦੇ ਪਿਆਰ ਤੇ ਕੋਮਲਤਾ ਨੂੰ ਜਾਣਦੇ ਸਨ। ਇਸ ਕਰਕੇ ਜਿੱਦਣ ਉਹ ਆਪਣੀ ਨਵ ਵਿਆਹੀ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਮਹਿਲਾਂ ਵਿੱਚ ਆਏ ਤਾਂ ਕੋਈ ਬੰਮ ਦੀ ਗਲਤੀ ਨਾ ਕੱਢ ਸਕਿਆ। ਫਿਰ ਜਦੋਂ ਬੰਮ ਨਾਲ ਜਾਣ ਪਛਾਣ ਕਰਾਉਣ ਮਗਰੋਂ ਮਹਾਰਾਣੀ ਮਹਾਰਾਜ ਦੀ ਇੱਛਾ ਅਨੁਸਾਰ ਉਸ ਨੂੰ ਦੇਖਣ ਲਈ ਗਈ ਤੇ ਉਸ ਲਈ ਬੂੰਦੀ ਦੇ ਲੱਡੂ ਬਣਵਾ ਕੇ ਲੈ ਗਈ ਤਾਂ ਬੰਮ ਨੂੰ ਉਸ ਦੇ ਹੱਥੋਂ ਲੱਡੂ ਖਾ ਕੇ ਮਸਤੀ ਚੜ ਗਈ। ਪਰ ਮਾਤਾ ਦੀਨ ਨੇ ਲੱਡੂਆਂ ਦੇ ਬਦਲੇ ਬੰਮ ਦੇ ਰਾਤਾਂ ਵਿੱਚ ਹੋਰ ਕਮੀ ਕਰ ਦਿੱਤੀ ਤਾਂ ਉਸ ਨੂੰ ਹੋਰ ਗੁੱਸਾ ਚੜ ਗਿਆ। ਮਹਾਰਾਣੀ ਹਫਤੇ ਵਿੱਚ 2 ਵਾਰੀ ਬੰਮ ਨੂੰ ਮਿਲਣ ਜਾਂਦੀ ਤੇ ਉਹ ਉਸ ਦੇ ਹੱਥੋਂ ਲੱਡੂ ਜਾਂ ਪਰੌਂਠੇ ਖਾ ਕੇ ਉਸ ਨੂੰ ਸਿਰ ਉੱਤੇ ਬਿਠਾ ਕੇ ਸਲਾਮੀਆਂ ਦਿੰਦਾ। ਪਿੱਛੋਂ ਇੱਕ ਦਿਨ ਜਦੋਂ ਮਾਤਾ ਦੀ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਹੋਰ ਹਾਥੀ ਭੇਜ ਦਿੱਤਾ ਤਾਂ ਬੰਮ ਨੇ ਗੁੱਸੇ ਵਿੱਚ ਮਾਤਾ ਦੀ ਨੂੰ ਪੈਰਾਂ ਹੇਠ ਮਲ ਸੁੱਟਿਆ ਤੇ ਫਿਰ ਸੰਗਲ ਤੁੜਾ ਕੇ ਉਸ ਦਾ ਕੋਠਾ ਢਾ ਦਿੱਤਾ। ਖਬਰ ਪਾ ਕੇ ਮਹਾਰਾਣੀ ਉਸ ਦੇ ਰਾਹ ਵਿੱਚ ਪੁੱਜੀ। ਬੰਮ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਬੰਦੇ ਉੱਤੇ ਸੁੰਡ ਵਿੱਚ ਭਰਿਆ ਗੰਦਾ ਪਾਣੀ ਸੁੱਟ ਰਿਹਾ ਸੀ, ਪਰ ਮਹਾਰਾਣੀ ਨੂੰ ਦੇਖ ਕੇ ਉਹ ਖੜਾ ਹੋ ਗਿਆ। ਮਹਾਰਾਣੀ ਨੇ ਸਮਝ ਲਿਆ ਕਿ ਮਾਤਾ ਦੀ ਨੇ ਉਸ ਨੂੰ ਦੁੱਖ ਦਿੱਤਾ ਹੈ। ਉਸਨੇ ਉਸ ਨੂੰ ਕਿਹਾ ਕਿ ਉਸਨੇ ਮਾਤਾ ਦੀਨ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾ ਕੇ ਚੰਗਾ ਨਹੀਂ ਕੀਤਾ, ਜਿਸ ਦਾ ਹਰਜਾਨਾ ਉਸ ਨੂੰ ਆਪਣਾ ਅੱਧਾ ਰਾਤਬ ਕਟਾ ਕੇ ਭਰਨਾ ਪਵੇਗਾ। ਬੰਬ ਆਪਣੀ ਸੁਣਨ ਨਾਲ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ। ਇਸ ਪਿੱਛੋਂ ਸਾਰੇ ਜਣੇ ਮਹਿਲਾਂ ਵਿੱਚ ਪਹੁੰਚੇ। ਹੁਣ ਬੰਬ ਅੱਧੇ ਰਾਤਬ ਉੱਤੇ ਵੀ ਖੁਸ਼ ਸੀ। ਮਹਾਰਾਣੀ ਦੀ ਅਗਲੀ ਫੇਰੀ ਤੇ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਗਵਾਉਣ ਲੱਗ ਪਿਆ। ਬੰਬ ਨੂੰ ਮਾਤਾ ਦੀ ਨਾਲ ਕਿਸ ਗੱਲੋਂ ਈਰਖਾ ਸੀ? ਬੰਬ ਨੂੰ ਮਾਤਾ ਦੀ ਨਾਲ ਈਰਖਾ ਸੀ ਕਿਉਂਕਿ ਮਾਤਾ ਦੀ ਉਸ ਦੇ ਰਾਤਾਂ ਵਿੱਚੋਂ ਚੋਰੀ ਕਰਦਾ ਸੀ ਅਤੇ ਉਸ ਦਾ ਹੱਕ ਖੋਂਦਾ ਜਾ ਰਿਹਾ ਸੀ। ਬੰਬ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਮਾਤਾ ਦੀਨ ਦੇ ਵਿਤਕਰੇ ਕਾਰਨ ਮਹਾਰਾਜ ਸ਼ਿਕਾਰ ਖੇਡਣ ਲਈ ਬੰਬ ਦੀ ਥਾਂ ਦੂਜੇ ਹਾਥੀ ਨੂੰ ਲੈ ਗਏ ਸਨ। ਮਹਾਰਾਣੀ ਨੂੰ ਮਹਿਲ ਦੇ ਦਰਾਂ ਤੇ ਲਿਆਉਣ ਸਮੇਂ ਬੰਬ ਬਹਾਦਰ ਨੇ ਕਿਹੋ ਜਿਹਾ ਵਿਹਾਰ ਪ੍ਰਗਟਾਇਆ? ਬੰਬ ਬਹਾਦਰ ਨੇ ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਤੇ ਲਿਆਉਣ ਸਮੇਂ ਇੱਕ ਚੰਗੇ ਸਿਪਾਹੀ ਵਾਂਗ ਚੇਤਨਤਾ ਦਿਖਾਈ ਅਤੇ ਬੜੀ ਸ਼ਾਨ ਨਾਲ ਝੂਮਦੇ ਚਾਮਦੇ ਲਟਕਦੇ ਮਟਕਦੇ ਬੜੇ ਅਦਬ ਨਾਲ ਯਾਤਰਾ ਪੂਰੀ ਕੀਤੀ। ਮਹਿਲ ਪਹੁੰਚਦਿਆਂ ਹੀ ਬੰਬ ਨੇ ਸੁੰਡ ਚੁੱਕ ਕੇ ਮਹਾਰਾਣੀ ਨੂੰ ਸਲਾਮੀ ਵੀ ਦਿੱਤੀ। ਮਹਾਰਾਜ ਅਤੇ ਮਹਾਰਾਣੀ ਦਾ ਬੰਬ ਬਹਾਦਰ ਪ੍ਰਤੀ ਕਿਹੋ ਜਿਹਾ ਵਰਤਾਓ ਸੀ? ਮਹਾਰਾਜ ਅਤੇ ਮਹਾਰਾਣੀ ਦਾ ਬੰਬ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਿਆ ਸੀ। ਮਹਾਰਾਜ ਜਾਣਦੇ ਸਨ ਕਿ ਬੰਬ ਤਮਾਸ਼ਬੀਨ ਹੈ, ਇਸ ਲਈ ਉਸ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ। ਮਹਾਰਾਜ ਉਸ ਦੀ ਅਣਖ ਦੀ ਕਦਰ ਕਰਦੇ ਸਨ। ਮਹਾਰਾਣੀ ਬੰਬ ਨੂੰ ਹਫ਼ਤੇ ਵਿੱਚ 2 ਵਾਰ ਮਿਲਣ ਜਾਂਦੀ ਸੀ। ਉਸ ਨੂੰ ਆਪਣੇ ਹੱਥਾਂ ਨਾਲ ਪਰੌਂਠੇ ਅਤੇ ਲੱਡੂ ਖਵਾਉਂਦੇ ਸੀ। ਬੰਬ ਵੀ ਇੱਕ ਬਾਲਕ ਵਾਂਗ ਉਹਨਾਂ ਦੀ ਆਗਿਆ ਦਾ ਪਾਲਣ ਕਰਦਾ ਸੀ। ਬੰਬ ਬਹਾਦਰ ਨੇ ਪੈਰਾਂ ਦੇ ਸੰਗਲ ਤੋੜ ਕੇ ਕੀ ਤਬਾਹੀ ਕੀਤੀ? ਬੰਬ ਬਹਾਦਰ ਨੇ ਮਾਤਾ ਦੀਨ ਨੂੰ ਪੈਰਾਂ ਵਿੱਚ ਸੁੱਟ ਲਿਆ ਅਤੇ ਸੱਜਾ ਪੈਰ ਉਹਦੀ ਛਾਤੀ ਤੇ ਰੱਖ ਕੇ ਉਸ ਨੂੰ ਮਸਲ ਦਿੱਤਾ। ਉਸ ਦੇ ਘਰ ਜਾ ਕੇ ਉਸ ਦਾ ਬਾਗ ਬਗੀਚਾ ਤਹਿਸ ਨਹਿਸ ਕਰ ਦਿੱਤਾ। ਮਾਤਾ ਦੀਨ ਦੇ ਬਾਲ ਬੱਚੇ ਘਰ ਖਾਲੀ ਕਰਕੇ ਨੱਠ ਗਏ ਅਤੇ ਬੰਬ ਨੇ ਉਸ ਦੀ ਕੋਠਰੀ ਨੂੰ ਢਾ ਦਿੱਤਾ। ਨਾਰਾਜ਼ ਹੋਏ ਬੰਬ ਬਹਾਦਰ ਨੂੰ ਮਹਾਰਾਣੀ ਨੇ ਆਪਣੇ ਵਸ ਵਿੱਚ ਕਿਵੇਂ ਕੀਤਾ? ਮਹਾਰਾਣੀ ਬੰਬ ਨੂੰ ਰਸਤੇ ਵਿੱਚ ਜਾ ਕੇ ਮਿਲੀ। ਉਸਨੇ ਬੰਬ ਨੂੰ ਕਿਹਾ ਕਿ ਉਹ ਉਸਦੇ ਗੁੱਸੇ ਅਤੇ ਨਫ਼ਰਤ ਨੂੰ ਸਮਝਦੀ ਹੈ। ਉਸਨੇ ਜਿਸ ਦਾ ਅਰਥ ਮਹਾਰਾਣੀ ਨੇ ਵਾਅਦਾ ਕੀਤਾ ਵੀ ਕੋਈ ਉਸ ਨੂੰ ਜਿਸ ਦਾ ਅਰਥ ਬੰਬ ਨੂੰ ਨਹੀਂ ਦੁਖਾਏਗਾ। ਬੰਬ ਨੇ ਸੁੰਡ ਨਾਲ ਉਸਦੇ ਦੁਆਲੇ ਚੱਕਰ ਖਿੱਚ ਕੇ ਹਰ ਗੱਲ ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ ਪਿਆਰ ਨਾਲ ਮਹਾਰਾਣੀ ਨੇ ਬੰਬ ਨੂੰ ਆਪਣੇ ਵਸ ਵਿੱਚ ਕੀਤਾ। ਤੇਰੀ ਸੁੱਚੀ ਹੈਵਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਿਸ਼ਾਂ ਤੋਂ ਮੈਂ ਬਚਾ ਕੇ ਰੱਖਾਂਗੀ। ਮਹਾਰਾਣੀ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਬੰਬ ਹੈਵਾਨ ਬਣਿਆ ਕਿਉਂਕਿ ਉਸ ਦਾ ਵਾਹ ਚੋਰ ਇਨਸਾਨਾਂ ਨਾਲ ਪੈ ਰਿਹਾ ਸੀ। ਮਾਤਾ ਦੀਨ ਉਸ ਦੇ ਰਾਤਾਂ ਵਿੱਚੋਂ ਹਰ ਰੋਜ਼ ਚੋਰੀ ਕਰਦਾ ਸੀ। ਮਹਾਰਾਣੀ ਸਮਝਦੀ ਸੀ ਕਿ ਉਸ ਦੀ ਹੈਵਾਨੀਅਤ ਦੇ ਪਿੱਛੇ ਇਨਸਾਨਾਂ ਦੀ ਚੋਰੀ ਹੈ। ਇਸ ਲਈ ਉਹ ਉਸ ਦੀ ਸੁੱਚੀ ਮੁਹੱਬਤ ਨੂੰ ਬਚਾਉਣ ਲਈ ਉਸ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਚੋਰੀ ਤੋਂ ਬਚਾਉਣਾ ਚਾਹੁੰਦੀ ਸੀ। ਮਹਾਰਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੰਬ ਦੇ ਵਤੀਰੇ ਵਿੱਚ ਕੀ ਤਬਦੀਲੀ ਆਈ? ਮਹਾਰਾਣੀ ਦੇ ਸੰਪਰਕ ਵਿੱਚ ਆਉਣ ਨਾਲ ਬੰਬ ਇੱਕਦਮ ਸ਼ਾਂਤ ਹੋ ਗਿਆ। ਉਹ ਮਹਾਰਾਣੀ ਦੇ ਕਹਿਣ ਤੇ
ਅੱਧੇ ਰਾਤਵ ਤੇ ਗੁਜ਼ਾਰਾ ਕਰਨ ਲਈ ਵੀ ਤਿਆਰ ਹੋ ਗਿਆ। ਉਸਨੇ ਮਹਾਰਾਣੀ ਦੀ ਹਰ ਗੱਲ ਨੂੰ ਮੰਨਣ ਦੀ ਸਹਿਮਤੀ ਵਜੋਂ ਸੁੰਡ ਨਾਲ ਉਸਦੇ ਦੁਆਲੇ ਕਈ ਚੱਕਰ ਖਿੱਚ ਦਿੱਤੇ। ਬਾਗੀ ਦੀ ਧੀ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਦੇਸ਼ ਦੀ ਆਜ਼ਾਦੀ ਲਹਿਰ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਸਮੇਂ ਉਸ ਦੀ 12 ਕੁ ਵਰ੍ਹੇ ਦੀ ਧੀ ਲਾਜ ਨੂੰ 102 ਡਿਗਰੀ ਬੁਖਾਰ ਸੀ। ਉਸ ਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਇੱਕ ਮੀਟਿੰਗ ਵਿੱਚ ਗਈ ਹੋਈ ਸੀ। ਕਿਸ਼ਨ ਸਿੰਘ ਨੂੰ ਲਾਜ ਦੀ ਬਿਮਾਰੀ ਦਾ ਫਿਕਰ ਸੀ, ਪਰੰਤੂ ਉਸਨੇ ਉਸ ਨੂੰ ਬੇਫਿਕਰ ਹੋ ਕੇ ਜੇਲ੍ਹ ਜਾਣ ਲਈ ਪ੍ਰੇਰਿਆ। ਕਿਸ਼ਨ ਸਿੰਘ ਲਾਜ ਨੂੰ ਘਰ ਲਈ ਆਪਣੀ ਭੈਣ ਦੇ ਹਵਾਲੇ ਕਰਕੇ ਆਪ ਪੁਲਿਸ ਵਾਲਿਆਂ ਨਾਲ ਟਾਂਗੇ ਤੇ ਸਵਾਰ ਹੋ ਗਿਆ। ਦੂਜੇ ਪਾਸੇ ਕੌਮੀ ਝੰਡਾ ਹੱਥ ਵਿੱਚ ਫੜ ਕੇ ਇਸਤਰੀਆਂ ਦੇ ਜਲੂਸ ਦੀ ਅਗਵਾਈ ਕਰਦੇ ਸ਼ਰਨ ਕੌਰ ਨੇ ਵੀ ਗ੍ਰਿਫਤਾਰੀ ਦੇ ਦਿੱਤੀ। ਉੱਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ੍ਹ ਅਧਿਕਾਰੀਆਂ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਵੀ ਨਿਪਟਾਇਆ ਤੇ ਫਿਰ ਦੋਵੇਂ ਪਤੀ ਪਤਨੀ ਵੱਖ-ਵੱਖ ਵਾਰਡਾਂ ਵਿੱਚ ਕੈਦ ਕਰ ਦਿੱਤੇ ਗਏ। ਲਾਜ ਦਾ ਬੁਖਾਰ ਟੁੱਟਣ ਮਗਰੋਂ ਵੀਰਾਵਲੀ ਉਸਦੀ ਭੂਆ ਉਸ ਨੂੰ ਆਪਣੇ ਘਰ ਲੈ ਗਈ। ਕੁਝ ਸਮੇਂ ਮਗਰੋਂ ਉਸ ਦਾ ਪਤੀ ਹੁਸ਼ਨਾਕ ਸਿੰਘ ਛੁੱਟੀ ਆਇਆ ਤਾਂ ਉਹ ਲਾਜ ਨੂੰ ਆਪਣੇ ਘਰ ਦੇਖ ਕੇ ਗੁੱਸੇ ਨਾਲ ਭਰ ਗਿਆ। ਉਸਨੇ ਆਪਣੀ ਪਤਨੀ ਨੂੰ ਬੜੇ ਹੱਠ ਨਾਲ ਕਿਹਾ ਕਿ ਉਹ ਬਾਗੀਆਂ ਦੀ ਧੀ ਨੂੰ ਘਰ ਰੱਖ ਕੇ ਉਸ ਦੀ ਤਰੱਕੀ ਦੇ ਰਸਤੇ ਵਿੱਚ ਰੋਕ ਪਾ ਰਹੀ ਹੈ। ਵੀਰਾਵਲੀ ਦੀ ਇੱਕ ਨਾ ਚੱਲੀ। ਛੁੱਟੀ ਖਤਮ ਹੋਣ ਤੇ ਹੁਸ਼ਨਾਕ ਸਿੰਘ ਵੀਰਾਵਲੀ ਨੂੰ ਟਾਂਗੇ ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਲਾਜ ਬੂਹੇ ਵਿੱਚ ਕੁੜੀਆਂ ਨਾਲ ਖੇਡਦੀ ਰਹਿ ਗਈ। ਅੰਤ ਵੀਰਾਵਲੀ ਦੇ ਮਨ ਉੱਪਰ ਭਰਾ ਦੀ ਅਮਾਨਤ ਵਿੱਚ ਖਿਆਨਤ ਕਰਨ ਦੇ ਸਦਮੇ ਦਾ ਬਹੁਤ ਬੋਝ ਰਿਹਾ ਤੇ ਉਹ ਇਸ ਸਦਮੇ ਨਾਲ ਮਰ ਗਈ। ਲਾਜ ਹੁਣ ਤਬਦੀਕ ਦੇ ਹਸਪਤਾਲ ਵਿੱਚ ਦਾਖਲ ਸੀ। ਰਿਹਾਈ ਮਗਰੋਂ ਸ਼ਰਨ ਕੌਰ ਹਸਪਤਾਲ ਪੁੱਜੀ। ਉੱਥੇ ਲਾਜ ਨੂੰ ਉਸਦੇ ਅਸਲੀ ਨਾਂ ਨਾਲ ਕੋਈ ਨਹੀਂ ਜਾਣਦਾ ਸੀ। ਉਸਦਾ ਨਾਂ ਬਾਗੇ ਦੀ ਧੀ ਪ੍ਰਸਿੱਧ ਹੋ ਚੁੱਕਾ ਸੀ। ਇੱਕ ਸਫਾਈ ਸੇਵਿਕਾ ਤੋਂ ਪਤਾ ਕਰਕੇ ਜਦੋਂ ਉਹ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਉਹ ਮਰ ਚੁੱਕੀ ਸੀ। ਮੇਰੇ ਲਈ ਇੱਕੋ ਗੱਲ ਹੈ, ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਫਸਲੀਆਂ ਕਸਾਈਆਂ ਹਨ। ਕਿਸ਼ਨ ਸਿੰਘ ਨੇ ਇਹ ਸ਼ਬਦ ਕਿਉਂ ਕਹੇ? ਇਹ ਸ਼ਬਦ ਕਿਸ਼ਨ ਸਿੰਘ ਨੇ ਥਾਣੇਦਾਰ ਨੂੰ ਉਦੋਂ ਇਸ ਕਰਕੇ ਕਹੇ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਆਇਆ ਕਹਿ ਰਿਹਾ ਸੀ ਕਿ ਉਹ ਛੇਤੀ ਤੁਰ ਪਵੇ। ਜੇਕਰ ਇੱਥੇ ਦੇਰ ਹੋ ਗਈ ਤਾਂ ਉਸ ਨੂੰ ਥਾਣੇ ਦੀ ਹਵਾਲਾਤ ਵਿੱਚ ਰਹਿਣਾ ਪਵੇਗਾ, ਜਿੱਥੇ ਕੈਦੀ ਨੂੰ ਕੋਈ ਸਹੂਲਤ ਨਹੀਂ ਮਿਲਦੀ। ਇਹ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ ਕਿ ਉਸ ਨੂੰ ਕੋਈ ਫਰਕ ਨਹੀਂ ਪਵੇਗਾ। ਪੁਲਿਸ ਇੰਸਪੈਕਟਰ ਨਾਲ ਜਾਣ ਸਮੇਂ ਕਿਸ਼ਨ ਸਿੰਘ ਦਾ ਧਿਆਨ ਕਿਸ ਵੱਲ ਸੀ ਤੇ ਕਿਉਂ? ਕਿਸ਼ਨ ਸਿੰਘ ਦਾ ਧਿਆਨ ਆਪਣੀ ਧੀ ਲਾਜ ਵੱਲ ਸੀ। ਉਸ ਦੀ ਪਤਨੀ ਸ਼ਰਨ ਕੌਰ ਵੀ ਘਰ ਨਹੀਂ ਸੀ। ਉਸ ਦੀ ਬੇਟੀ ਬੁਖਾਰ ਨਾਲ ਤਪ ਰਹੀ ਸੀ। ਇਹ ਉਸ ਦੀ ਪਰੇਸ਼ਾਨੀ ਦਾ ਕਾਰਨ ਸੀ। ਪਿਤਾ ਦੇ ਜੇਲ੍ਹ ਜਾਣ ਤੇ ਲਾਜ ਨੇ ਆਪਣੀ ਭੂਆ ਵੀਰਾਵਾਲੀ ਨੂੰ ਕੀ ਕਿਹਾ? ਲਾਜ ਨੇ ਆਪਣੀ ਭੂਆ ਵੀਰਾਵਾਲੀ ਨੂੰ ਕਿਹਾ ਕਿ ਉਹ ਦਵਾ ਦਾਰੂ ਕਰਨ ਲਈ ਉਸਦੇ ਕੋਲ ਹੀ ਹਨ। ਉਸਦੇ ਮਾਤਾ ਜੀ ਵੀ ਹਨ। ਇਸ ਵਾਰ ਉਹ ਠੀਕ ਹੋਣ ਤੇ ਆਪਣੇ ਪਿਤਾ ਨਾਲ ਜੇਲ੍ਹ ਵਿੱਚ ਚਲੀ ਜਾਵੇਗੀ। ਵੀਰਾਵਾਲੀ ਦੀ ਮੌਤ ਦਾ ਕੀ ਕਾਰਨ ਸੀ? ਆਪਣੇ ਪਤੀ ਦੀ ਜਿੱਦ ਕਾਰਨ ਵੀਰਾਵਾਲੀ ਲਾਜ ਨੂੰ ਗਲੀ ਵਿੱਚ ਖੇਡਦਿਆਂ ਛੱਡ ਕੇ ਉਸ ਨਾਲ, ਜਿਸ ਦਾ ਅਰਥ ਆਪਣੇ ਪਤੀ ਨਾਲ, ਚਲੀ ਗਈ। ਉਸ ਦੇ ਭਰਾ ਨੇ ਆਪਣੀ ਬੱਚੀ ਉਸ ਕੋਲ ਅਮਾਨਤ ਦਿੱਤੀ ਸੀ। ਉਹ ਆਪਣੀ ਭਤੀਜੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਸੀ। ਇਸ ਸਦਮੇ ਨਾਲ ਉਸ ਦੀ ਮੌਤ ਹੋ ਗਈ। ਹੁਸ਼ਨਾਕ ਸਿੰਘ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਵਿੱਚ ਕਿਉਂ ਨਹੀਂ ਸੀ ਰੱਖਣਾ ਚਾਹੁੰਦਾ? ਹੁਸ਼ਨਾਕ ਸਿੰਘ ਇੱਕ ਫੌਜੀ ਸੀ ਤੇ ਉਸ ਨੂੰ ਸੂਬੇਦਾਰ ਮੇਜਰ ਬਣਨ ਦੀ ਆਸ ਸੀ। ਉਸ ਨੂੰ ਡਰ ਸੀ ਕਿ ਜੇਕਰ ਸਰਕਾਰ ਨੂੰ ਪਤਾ ਲੱਗਿਆ ਕਿ ਉਸ ਦੇ ਰਿਸ਼ਤੇਦਾਰ ਬਾਗੀ ਹਨ ਤਾਂ ਉਸ ਦੀ ਤਰੱਕੀ ਰੁਕ ਜਾਵੇਗੀ। ਇਸ ਕਰਕੇ ਉਹ ਲਾਜ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ ਸੀ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਜੇਲ੍ਹ ਅੰਦਰ ਝੰਡਾ ਨਾ ਲਹਿਰਾਉਣ ਬਾਰੇ ਕਿਵੇਂ ਸਮਝਾਇਆ? ਕਿਸ਼ਨ ਸਿੰਘ ਨੇ ਕਿਹਾ ਕਿ ਜੇਕਰ ਉਹ ਝੰਡਾ ਨਾਲ ਲੈ ਵੀ ਗਈਆਂ ਤਾਂ ਉਹਨਾਂ ਨੂੰ ਬੈਰਕ ਵਿੱਚ ਬੰਦ ਕਰਨ ਤੋਂ ਬਾਅਦ ਝੰਡਾ ਪਾੜ ਦਿੱਤਾ ਜਾਵੇਗਾ। ਇਸ ਬੇਅਦਬੀ ਤੋਂ ਬਚਣ ਲਈ ਝੰਡੇ ਨੂੰ ਅਦਬ ਨਾਲ ਕਾਂਗਰਸ ਦਫ਼ਤਰ ਪਹੁੰਚਾ ਦਿੱਤਾ ਜਾਵੇ। ਆਪਣੇ ਪਿਤਾ ਕਿਸ਼ਨ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲਾਂ ਬਿਮਾਰ ਪਈ ਲਾਜ ਨੇ ਕੀ ਸ਼ਬਦ ਕਹੇ? ਜੇਲ੍ਹ ਜਾਣ ਲਈ ਤਿਆਰ ਹੋ ਰਹੇ ਕਿਸ਼ਨ ਸਿੰਘ ਨੇ ਲਾਜ ਨੂੰ ਕਿਹਾ ਕਿ ਜੇ ਉਹ ਬਿਮਾਰ ਨਾ ਹੁੰਦੀ ਤਾਂ ਹੁਣ ਤੱਕ ਉਸਨੇ ਜੇਲ੍ਹ ਚਲੇ ਜਾਣਾ ਸੀ। ਲਾਜ ਨੇ ਕਿਹਾ ਕਿ ਫਿਰ ਤਾਂ ਉਹ ਮਾੜੀ ਕੁੜੀ ਹੈ ਜਿਸਨੇ ਉਹਨਾਂ ਦੇ ਕੰਮ ਵਿੱਚ ਰੋਕ ਪਾਈ ਹੈ। ਫਿਰ ਲਾਜ ਨੇ ਕਿਹਾ ਕਿ ਭੂਆ ਜੀ ਦਵਾਈ ਦਾਰੂ ਕਰਨ ਲਈ ਉਸਦੇ ਨਾਲ ਹਨ, ਮਾਤਾ ਜੀ ਵੀ ਹਨ। ਉਹ ਠੀਕ ਹੋ ਕੇ ਆਪ ਪਿਤਾ ਜੀ ਨਾਲ ਜੇਲ੍ਹ ਵਿੱਚ ਆ ਜਾਵੇਗੀ। ਅੰਤ ਵਿੱਚ ਲਾਜ ਨੇ ਆਪਣੇ ਪਿਤਾ ਜੀ ਨੂੰ ਆਪਣੀ ਫਿਕਰ ਨਾ ਕਰਨ ਲਈ ਕਿਹਾ। ਧਰਤੀ ਹੇਠਾਂ ਬਲਦ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਧਰਤੀ ਹੇਠਾਂ ਬਲਦ ਕਹਾਣੀ ਵਿੱਚ ਬਾਪੂ ਜੀ ਜੋ ਕਰਮ ਸਿੰਘ ਫੌਜੀ ਦਾ ਪਿਤਾ ਹੈ ਦੀ ਤੌਲ ਵਰਗੀ ਜਰਨ ਸ਼ਕਤੀ ਦਾ ਵਿਖਾਲਾ ਕੀਤਾ ਹੈ। ਉਸ ਦੇ ਸ਼ਹੀਦ ਹੋਏ ਫੌਜੀ ਪੁੱਤਰ ਦਾ ਦੋਸਤ ਮਾਨ ਸਿੰਘ ਜੋ ਆਪਣੇ ਦੋਸਤ ਦੀ ਮੌਤ ਤੋਂ ਬੇਖਬਰ ਹੈ ਘਰ ਮਹਿਮਾਨ ਵਜੋਂ ਆਉਂਦਾ ਹੈ। ਜਦੋਂ ਮਾਨ ਸਿੰਘ ਆਪਣੇ ਦੋਸਤ ਦੀਆਂ ਫੌਜ ਵਿੱਚ ਮਚਾਈਆਂ ਧੁੰਮਾਂ ਦੀ ਗੱਲ ਕਰਦਾ ਹੈ ਉਸ ਸਮੇਂ ਪਿਤਾ ਦੇ ਦਿਲ ਵਿੱਚ ਭਾਵੇਂ ਦਾਤੀਆਂ ਵੱਜਦੀਆਂ ਹਨ ਪਰ ਉਹ ਆਏ ਮਹਿਮਾਨ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਫਿਕ ਨਹੀਂ ਪੈਣ ਦੇਣਾ ਚਾਹੁੰਦਾ। ਉਹ ਤੇ ਉਸਦਾ ਸਾਰਾ ਪਰਿਵਾਰ ਉਸ ਦੀ ਚੁੱਪ ਚਪੀਤੇ ਖਾਤਰਦਾਰੀ ਕਰੀ ਜਾਂਦੇ ਹਨ। ਉਹਨਾਂ ਦੀ ਇਹ ਚੁੱਪ ਮਾਨ ਸਿੰਘ ਨੂੰ ਖਟਕਦੀ ਹੈ। ਮਾਨ ਸਿੰਘ ਨੂੰ ਡਾਕੀਏ ਦੇ ਆਉਣ ਤੇ ਜਦੋਂ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਬਾਪੂ ਦੀ ਤੁਲਨਾ ਧਰਤੀ ਹੇਠਲੇ ਬਲਦ ਨਾਲ ਕਰਦਾ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਹੈ। ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ? ਕਰਮ ਸਿੰਘ ਜ਼ੁਬਾਨ ਦਾ ਬਹੁਤ ਮਿੱਠਾ ਸੀ। ਉਹ ਹਰ ਕਿਸੇ ਨਾਲ ਬੋਲਣ ਵਾਲਾ ਇਨਸਾਨ ਸੀ। ਉਹ ਬਹੁਤ ਪੱਕਾ ਨਿਸ਼ਾਨ ਸੀ, ਚੁਸਤ ਸਰੀਰ ਵਾਲਾ, ਪਰਿਵਾਰ ਅਤੇ ਦੋਸਤਾਂ ਨਾਲ ਮੋਹ ਰੱਖਣ ਵਾਲਾ ਸੀ। ਉਹ ਸਵੇਰੇ ਦੇਰ ਨਾਲ ਉੱਠਦਾ ਸੀ। ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਉਸ ਨਾਲ ਕਿਹੋ ਜਿਹਾ ਵਿਹਾਰ ਕੀਤਾ? ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਅਜਿਹਾ ਵਿਹਾਰ ਕੀਤਾ ਕਿ ਉਸ ਨੂੰ ਪਤਾ ਨਾ ਲੱਗੇ ਕਿ ਉਸ ਦੀ ਛੁੱਟੀ ਆਉਣ ਤੋਂ ਬਾਅਦ ਕਰਮ ਸਿੰਘ ਮਾਰਿਆ ਜਾ ਚੁੱਕਾ। ਉਹਨਾਂ ਨੇ ਆਪਣਾ ਦੁੱਖ ਮਾਨ ਸਿੰਘ ਨੂੰ ਪਤਾ ਨਾ ਲੱਗਣ ਦਿੱਤਾ ਅਤੇ ਉਸ ਦੀਆਂ ਗੱਲਾਂ ਵਿੱਚ ਜ਼ਿਆਦਾ ਧਿਆਨ ਨਾ ਦਿੱਤਾ, ਪਰ ਉਹ ਸਫਲ ਨਾ ਹੋ ਸਕੇ। ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ ਤੇ ਕਿਉਂ? ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੀ ਮੌਤ ਦੀ ਗੱਲ ਛੁਪਾਈ। ਅਜਿਹਾ ਉਸਨੇ ਇਸ ਲਈ ਕੀਤਾ ਕਿ ਤਾਂ ਜੋ ਮਾਨ ਸਿੰਘ ਦੀ ਛੁੱਟੀ ਖਰਾਬ ਨਾ ਹੋ ਜਾਵੇ, ਕਿਉਂਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਕਰਨੀਆਂ ਕਿਉਂ ਚਾਹੁੰਦਾ ਸੀ? ਮਾਨ ਸਿੰਘ ਕਰਮ ਸਿੰਘ ਦਾ ਗੂੜਾ ਯਾਰ ਸੀ। ਉਹ ਦੋਵੇਂ ਬਰਮਾ ਦੇ ਫਰੰਟ ਤੇ ਇਕੱਠੇ ਲੜ ਰਹੇ ਸਨ। ਉਹ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ ਆਸ ਸੀ ਕਿ ਕਰਮ ਸਿੰਘ ਦੇ ਘਰ ਵਾਲੇ ਉਸ ਕੋਲੋਂ ਲੜਾਈ ਦੀਆਂ ਗੱਲਾਂ ਬਾਰੇ ਜ਼ਰੂਰ ਪੁੱਛਣਗੇ। ਉਹ ਆਪਣੀ ਮਿੱਤਰਤਾ ਦਰਸਾਉਣ ਲਈ ਵੀ ਆਪਣੇ ਯਾਰ ਦੀਆਂ ਗੱਲਾਂ ਰੱਜ ਕੇ ਕਰਨਾ ਚਾਹੁੰਦਾ ਸੀ। ਆ ਫੜ ਲੈ, ਮੁੰਡੇ ਨੂੰ ਉੱਧਰ ਰੱਖ, ਰੋਟੀ ਤਾਂ ਖਾ ਲੈਣ ਦਿਓ ਆਰਾਮ ਨਾਲ। ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਕਿਉਂ ਕਹੇ? ਜਦੋਂ ਮਾਨ ਸਿੰਘ ਨੇ ਰੋਟੀ ਖਾਂਦਿਆਂ ਕੋਲ ਆਏ ਕਰਮ ਸਿੰਘ ਦੇ ਪੁੱਤਰ ਨੂੰ ਗੋਦੀ ਚੁੱਕ ਕੇ ਆਪਣੇ ਪਿਤਾ ਕੋਲ ਚੱਲਣ ਲਈ ਕਿਹਾ ਤਾਂ ਕਰਮ ਸਿੰਘ ਦੇ ਬਾਪੂ ਨੂੰ ਇਹ ਗੱਲ ਸੂਲ ਵਾਂਗ ਚੁੱਭੀ, ਕਿਉਂਕਿ ਉਹ ਜਾਣਦਾ ਸੀ ਕਿ ਕਰਮ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸ ਨੇ ਗੱਲ ਦਾ ਰੁਖ ਦੂਜੇ ਪਾਸੇ ਮੋੜਨ ਲਈ ਇਹ ਸ਼ਬਦ ਕਰਮ ਸਿੰਘ ਦੀ ਮਾਂ ਨੂੰ ਕਹੇ। ਡਾਕੀਏ ਨੂੰ ਦੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ? ਡਾਕੀਏ ਨੂੰ ਬਾਹਰ ਮਾਨ ਸਿੰਘ ਕੋਲ ਬੈਠਾ ਦੇਖ ਕੇ ਕਰਮ ਸਿੰਘ ਦੇ ਬਾਪੂ ਨੇ ਸਮਝ ਲਿਆ ਕਿ ਉਸਨੇ ਮਾਨ ਸਿੰਘ ਤੋਂ ਕਰਮ ਸਿੰਘ ਦੀ ਮੌਤ ਦੀ ਜਿਹੜੀ ਖਬਰ ਛੁਪਾ ਕੇ ਰੱਖਣੀ ਚਾਹੀ ਸੀ ਉਹ ਹੁਣ ਛੁਪੀ ਨਹੀਂ ਰਹਿ ਸਕਦੀ, ਕਿਉਂਕਿ ਡਾਕੀਏ ਤੋਂ ਉਸ ਨੂੰ ਸਾਰੀ ਗੱਲ ਪਤਾ ਲੱਗ ਚੁੱਕੀ ਹੋਵੇਗੀ। ਇਸ ਕਰਕੇ ਹੁਣ ਇਸ ਗੱਲ ਦਾ ਪਾ ਚੁੱਕੀ ਰੱਖਣ ਦਾ ਕੋਈ ਫਾਇਦਾ ਨਹੀਂ। ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਿਉਂ ਕਿਹਾ ਹੈ? ਬਾਪੂ ਨੇ ਆਪਣੇ ਫੌਜੀ ਪੁੱਤਰ ਦੇ ਯਾਰ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਆਪਣੇ ਪੁੱਤਰ ਦੀ ਮੌਤ ਦੀ ਖਬਰ ਉਸ ਕੋਲੋਂ ਲੁਕਾ ਕੇ ਰੱਖੀ। ਇਸ ਲਈ ਕਰਮ ਸਿੰਘ ਨੂੰ ਜਾਪਦਾ ਹੈ ਕਿ ਉਹ ਬਾਪੂ ਧਰਤੀ ਹੇਠਲਾ ਬਲਦ ਹੈ ਜਿਹੜਾ ਪਹਿਲਾਂ ਹੀ ਪਾਰ ਚੁੱਕੇ ਹੋਣ ਦੇ ਬਾਵਜੂਦ ਦੂਸਰਿਆਂ ਦਾ ਭਾਰ ਵੀ ਆਪਣੇ ਸਿਰ ਚੁੱਕਣ ਲਈ ਤਿਆਰ ਸੀ। ਇੱਕ ਪੈਰ ਘੱਟ ਤੁਰਨਾ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਇਹ ਕਹਾਣੀ ਜ਼ਿੰਦਾ ਦਿਲ ਪਾਤਰ ਰਸ਼ੀਦ ਵਾਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ 6 ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ। ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਵੇਚ ਦਿੰਦਾ ਹੈ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜਿਉਂਦਾ ਹੈ। ਉਹ ਕੁਝ ਕਬੂਤਰ, ਤੋਤੇ ਤੇ ਬਿੱਲੀਆਂ ਰੱਖ ਲੈਂਦਾ ਹੈ। ਕਿਆਰੀਆਂ ਵਿੱਚ ਫੁੱਲ ਬੂਟੇ ਲਾ ਦਿੰਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਨੇ ਬੰਦੇ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ। ਜੇਕਰ ਡਾਕਟਰ ਉਸ ਨੂੰ ਜ਼ਿੰਦਗੀ ਦੇ 6 ਮਹੀਨੇ ਵਾਲੀ ਗੱਲ ਨਾ ਦੱਸਦਾ ਤਾਂ ਉਸਨੇ ਸਾਰੀ ਖੂਬਸੂਰਤੀ ਨੂੰ ਮਾਣੇ ਬਗੈਰ ਹੀ ਦੁਨੀਆ ਵਿੱਚੋਂ ਚਲੇ ਜਾਣਾ ਸੀ। ਅੰਤ ਵਿੱਚ ਬੱਚੇ ਨਾਲ ਮਿਲ ਕੇ ਪਤੰਗ ਉਡਾਉਂਦਿਆਂ ਉਹ ਦਮ ਤੋੜ ਦਿੰਦਾ ਹੈ। ਇੰਜ ਰਸ਼ੀਦ
ਹੱਸਦਿਆਂ ਖੇਡਦਿਆਂ ਜ਼ਿੰਦਾ ਦਿਲੀ ਨਾਲ ਮੌਤ ਨੂੰ ਕਬੂਲਦਾ ਹੈ। ਡਾਕਟਰ ਰਸ਼ੀਦ ਨੂੰ ਉਸਦੇ ਅਮਰੀਕਾ ਗਏ ਪੁੱਤਰ ਨੂੰ ਬੁਲਾਉਣ ਲਈ ਕਿਉਂ ਕਹਿੰਦਾ ਹੈ? ਡਾਕਟਰ ਰਸ਼ੀਦ ਨੂੰ ਉਸਦੇ ਅਮਰੀਕਾ ਗਏ ਪੁੱਤਰ ਨੂੰ ਇਸ ਕਰਕੇ ਬੁਲਾਉਣ ਲਈ ਕਹਿੰਦਾ ਹੈ ਤਾਂ ਜੋ ਮਿਹਦੇ ਦੇ ਕੈਂਸਰ ਦਾ ਮਰੀਜ਼ ਹੋਣ ਕਰਕੇ ਉਸ ਦਾ ਇਲਾਜ ਠੀਕ ਤਰ੍ਹਾਂ ਨਾਲ ਹੋ ਸਕੇ, ਕਿਉਂਕਿ ਅਜਿਹੇ ਮਰੀਜ਼ ਨੂੰ ਹਸਪਤਾਲ ਵੀ ਦਾਖਲ ਕਰਨਾ ਪੈ ਸਕਦਾ ਹੈ। ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਕਿਉਂ ਸੋਚਿਆ? ਰਸ਼ੀਦ ਨੇ ਦਫ਼ਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਇਸ ਕਰਕੇ ਸੋਚਿਆ ਕਿਉਂਕਿ ਮਿਹਦੇ ਵਿੱਚ ਕੈਂਸਰ ਹੋਣ ਕਰਕੇ ਡਾਕਟਰਾਂ ਨੇ ਉਸ ਦੀ ਉਮਰ 6 ਮਹੀਨੇ ਹੀ ਦੱਸੀ ਸੀ ਤੇ ਹੁਣ ਇਹ ਸਮਾਂ ਸ਼ਹਿਰ ਦੇ ਰੌਲੇ ਤੇ ਦਰਿਆਗੰਜ ਤੇ ਕੁਰਨੇ ਦੀ ਥਾਂ ਪਿੰਡ ਜਾ ਕੇ ਆਪਣੀ ਪੱਕੀ ਹਵੇਲੀ ਦੀ ਖੁੱਲੀ ਹਵਾ ਵਿੱਚ ਆਪਣੇ ਮਨ ਦੀ ਮਰਜ਼ੀ ਅਨੁਸਾਰ ਗੁਜ਼ਾਰਨੀ ਚਾਹੁੰਦਾ ਸੀ। ਰਸ਼ੀਦ ਆਪਣੇ ਪਿੰਡ ਜਾ ਕੇ ਕਿਵੇਂ ਰਹਿਣਾ ਸ਼ੁਰੂ ਕਰਦਾ ਹੈ? ਰਸ਼ੀਦ ਨੇ ਆਪਣੇ ਪਿੰਡ ਜਾ ਕੇ ਆਪਣੀ ਹਵੇਲੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਸਨੇ ਘਰ ਦੇ ਆਸ-ਪਾਸ ਬਹੁਤ ਸਾਰੇ ਗੁਲਾਬ ਦੇ ਪੌਦੇ ਲਗਵਾ ਦਿੱਤੇ, ਬਹੁਤ ਸਾਰੇ ਕਬੂਤਰ, ਬਿੱਲੀਆਂ ਅਤੇ ਤੋਤੇ ਪਾਲ ਲਏ। ਜਦੋਂ ਦਰਦ ਵੱਧਦਾ ਮਹਿਸੂਸ ਹੁੰਦਾ ਤਾਂ ਉਹ ਕਿਆਰੀਆਂ ਵਿੱਚ ਫੁੱਲਾਂ ਦੀਆਂ ਹੋਰ 2-4 ਕਲਮਾਂ ਲਗਾ ਦਿੰਦਾ। ਇਸ ਤਰ੍ਹਾਂ ਉਹ ਆਪਣਾ ਜੀਵਨ ਆਪਣੀ ਇਕੱਲਤਾ ਵਿੱਚ ਤੇ ਖੁਸ਼ੀ ਨਾਲ ਬਤੀਤ ਕਰਨ ਲੱਗ ਪਿਆ। ਲੈ ਬਈ, ਇੱਕ ਹੋਰ ਦਿਨ ਨੂੰ ਚੁਠਾਲੀ ਦੇ ਦਿੱਤੀ। ਐਸਾ ਅੱਲੂ ਬਣਾਇਆ ਕਿ ਚੁੱਪਚਾਪ ਲੈ ਕੇ ਤੁਰ ਗਿਆ। ਰਸ਼ੀਦ ਦੀ ਇਸ ਮਨ ਬਚਨੀ ਤੋਂ ਕੀ ਭਾਵ ਹੈ? ਹਰ ਬੀਤੇ ਦਿਨ ਨਾਲ ਰਸ਼ੀਦ ਨੂੰ ਆਪਣੀ ਮੌਤ ਹੋਰ ਨੇੜੇ ਜਾਪਦੀ ਸੀ। ਜਦੋਂ ਉਸਦੇ ਅੰਦਰ ਦੀ ਪੀੜ ਬਹੁਤ ਵੱਧ ਗਈ ਤਾਂ ਉਹ ਰੰਗ ਬਿਰੰਗੇ ਤੋਤੇ ਖਰੀਦ ਲਿਆਇਆ ਤੇ ਫਿਰ ਉਸਨੇ ਕਿੰਨੇ ਹੀ ਦਿਨ ਉਹਨਾਂ ਲਈ ਪਿੰਜਰੇ ਬਣਾਉਣ ਅਤੇ ਦੇਖਭਾਲ ਕਰਨ ਵਿੱਚ ਲੰਘਾ ਦਿੱਤੇ। ਕੰਮਕਾਰ ਵਿੱਚ ਰੁੱਝਿਆ ਉਹ ਆਪਣੇ ਦੁੱਖ ਨੂੰ ਭੁੱਲ ਜਾਂਦਾ ਸੀ। ਇਸ ਲਈ ਉਹ ਮਹਿਸੂਸ ਕਰ ਰਿਹਾ ਸੀ ਕਿ ਉਸਨੇ ਇੱਕ ਹੋਰ ਦਿਨ ਨੂੰ ਲੰਘਾ ਕੇ ਜਿਵੇਂ ਮੌਤ ਨੂੰ ਭੁਲਾ ਦਿੱਤਾ ਹੋਵੇ। ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਂਕ ਪਾਲਦਾ ਹੈ? ਉਹ ਕਿਆਰੀਆਂ ਵਿੱਚ ਫੁੱਲਾਂ ਦੇ ਪੌਦੇ ਲਾਉਂਦਾ ਹੈ, ਬਿੱਲੀ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ। ਉਸਨੇ ਕੁਝ ਕਬੂਤਰ ਪਾਲ ਲਏ। ਉਹ ਉਹਨਾਂ ਨੂੰ ਦਾਣਾ ਖਿਲਾਉਂਦਾ ਅਤੇ ਉਹਨਾਂ ਨਾਲ ਗੱਲਾਂ ਕਰਦਾ ਸੀ। ਉਹ ਆਂਢ ਗੁਆਂਢ ਦੇ ਬੱਚਿਆਂ ਨੂੰ ਸੱਦ ਕੇ ਉਹਨਾਂ ਨੂੰ ਸਕੂਲ ਦਾ ਕੰਮ ਕਰਵਾ ਦਿੰਦਾ। ਰਸ਼ੀਦ ਬਚਪਨ ਦੀਆਂ ਸਵੇਰਾਂ ਨੂੰ ਯਾਦ ਕਰਕੇ ਕੀ ਵਰਣਨ ਕਰਦਾ ਹੈ? ਰਸ਼ੀਦ ਸਵੇਰੇ ਸਵੇਰੇ ਕਿਕਰਾਂ ਦੀਆਂ ਟਾਹਣੀਆਂ ਪੰਦਾ ਸੀ ਤੇ ਉਹਨਾਂ ਨੂੰ ਛਾਂਗਦਾ ਸੀ। ਉਹਨਾਂ ਦੀਆਂ ਛੋਟੀਆਂ-ਛੋਟੀਆਂ ਦਾਤਣਾ ਬਣਾ ਕੇ ਘਰ ਲੈ ਕੇ ਆਉਣਾ ਉਸਦੀ ਜ਼ਿੰਮੇਵਾਰੀ ਹੁੰਦੀ ਸੀ। ਰਸ਼ੀਦ ਗੁਆਂਢੀ ਮੁੰਡੇ ਨਾਲ ਪਤੰਗ ਉਡਾਉਣ ਦੀ ਰੀਝ ਕਿਵੇਂ ਪੂਰੀ ਕਰਦਾ ਹੈ? ਰਸ਼ੀਦ ਨੇ ਗੁਆਂਢੀਆਂ ਦੇ ਮੁੰਡੇ ਨੂੰ 10 ਰੁਪਏ ਦੇ ਕੇ ਪਤੰਗ ਤੇ ਡੋਰ ਮੰਗਵਾਈ। ਫਿਰ ਦੋਹਾਂ ਨੇ ਰਲ ਕੇ ਪਤੰਗ ਤਿਆਰ ਕਰ ਲਈ। ਫਿਰ ਉਸਨੇ ਮੁੰਡੇ ਨੂੰ ਡੋਰ ਫੜਾ ਕੇ ਆਪ ਪਤੰਗ ਦੋਹਾਂ ਹੱਥਾਂ ਦੀਆਂ ਉਂਗਲਾਂ ਨਾਲ ਫੜ ਕੇ ਹਵਾ ਵਿੱਚ ਹੁਲਾਰ ਕੇ ਛੱਡ ਦਿੱਤੀ। ਇਸ ਹੁਲਾਰੇ ਨਾਲ ਹੀ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ। ਹੇਠ ਲਿਖੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਨਹੀਂ, ਤੂੰ ਭੁਲੇਖੇ ਵਿੱਚ ਰਿਹਾ ਹੈ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਤੇ ਇਹ ਸਾਨੂੰ ਵਾਰਤਾਲਾਪ ਦਿੱਤੀ ਗਈ ਸੀ। ਹੁਣ ਅਸੀਂ ਪ੍ਰਸ਼ਨ ਉੱਤਰ ਦੇਖਦੇ ਹਾਂ। ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ? ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ? ਅਸ਼ੋਕ ਤੇ ਅਕਬਰ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਰਾਜ ਦੀਆਂ ਨੀਹਾਂ ਪੱਕੀਆਂ ਕੀਤੀਆਂ ਸਨ। ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ? ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ। ਹੁਣ ਅਸੀਂ ਦੇਖਦੇ ਹਾਂ ਦੂਸਰੀ ਵਾਰਤਾਲਾਪ। ਮੇਰਾ ਵੀ ਇਹੋ ਖਿਆਲ ਹੈ। ਖਾਸ ਕਾਸਤ ਨੂੰ ਭੇਜ ਕੇ ਗੁਰੂ ਜੀ ਨੂੰ ਸੁਲ੍ਹਾ ਸਫਾਈ ਲਈ ਇੱਥੇ ਬੁਲਾਉਂਦਾ ਹਾਂ। ਉਹਨਾਂ ਦੀ ਹਿਫਾਜ਼ਤ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁੰਸ਼ੀ ਔਰ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ। ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ। ਹੁਣ ਅਸੀਂ ਕਰਾਂਗੇ ਪ੍ਰਸ਼ਨ ਉੱਤਰ। ਇਹ ਸ਼ਬਦ ਕੌਣ ਕਿਸ ਨੂੰ ਆਖਦਾ ਹੈ? ਇਹ ਸ਼ਬਦ ਔਰੰਗਜ਼ੇਬ ਅਸਦ ਖਾਨ ਨੂੰ ਆਖਦਾ ਹੈ। ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਔਰੰਗਜ਼ੇਬ ਕਾਸਦ ਨੂੰ ਭੇਜ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਲ੍ਹਾ ਸਫਾਈ ਲਈ
ਬੁਲਾਉਣਾ ਚਾਹੁੰਦਾ ਹੈ। ਦਰਬਾਰੇ ਖਾਸ ਵਿੱਚ ਕਿਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ? ਮੇਰ ਮੁੰਸ਼ੀ ਅਤੇ ਭਾਈ ਦਇਆ ਸਿੰਘ ਜੀ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਹੁਣ ਅਸੀਂ ਕਰਾਂਗੇ ਤੀਜੀ ਵਾਰਤਾਲਾਪ। ਬੇਸ਼ੱਕ ਮੈਂ ਉਸ ਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ, ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ? ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਇਹ ਸ਼ਬਦ ਔਰੰਗਜ਼ੇਬ ਅਸਦ ਖਾਨ ਨੂੰ ਕਹਿੰਦਾ ਹੈ। ਇਹਨਾਂ ਸਤਰਾਂ ਵਿਚਲੇ ਸ਼ਬਦ ਉਸਦੇ ਬਾਪ ਕਿਸ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਇਹਨਾਂ ਸਤਰਾਂ ਵਿੱਚ ਉਸਦੇ ਬਾਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕੀਤਾ ਗਿਆ ਹੈ। ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ? ਵਜ਼ੀਰ ਖਾਨ ਨੇ ਪਹਿਲਾਂ ਔਰੰਗਜ਼ੇਬ ਦੇ ਨਾਂ ਤੇ ਕਸਮਾਂ ਖਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਤੇ ਬਾਅਦ ਵਿੱਚ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਤਰ੍ਹਾਂ ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਂ ਬਦਨਾਮ ਕੀਤਾ। ਤੇ ਦੋਸਤੋ ਹੁਣ ਅਸੀਂ ਕਰਾਂਗੇ ਪਾਤਰ ਚਿੱਤਰਨ। ਤੇ ਪਾਤਰ ਚਿੱਤਰਨ ਵਾਲਾ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਮੇਰੀ ਇਹ ਤੁਹਾਨੂੰ ਸੁਜੈਸ਼ਨ ਹੈ, ਐਡਵਾਈਸ ਹੈ, ਸਲਾਹ ਹੈ ਕਿ ਜਦੋਂ ਵੀ ਪਾਤਰ ਚਿੱਤਰਨ ਵਾਲਾ ਕੁਐਸਚਨ ਪੇਪਰ ਵਿੱਚ ਆਏ ਤਾਂ ਤੁਸੀਂ ਉਸ ਨੂੰ ਪੁਆਇੰਟਸ ਬਣਾ ਕੇ ਲਿਖੋ ਤੇ ਇੱਕ ਇੱਕ ਪੁਆਇੰਟ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੋ। ਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪੇਪਰ ਵਿੱਚ ਇਸ ਪ੍ਰਸ਼ਨ ਦੇ ਪੂਰੇ ਨੰਬਰ ਹੈ ਉਹ ਮਿਲ ਸਕਦੇ ਹਨ ਤੇ ਆਪ ਸਾਰਿਆਂ ਨੂੰ ਇਹ ਪ੍ਰਸ਼ਨ ਦਾ ਉੱਤਰ ਯਾਦ ਕਰਨਾ ਵੀ ਸੌਖਾ ਹੋ ਜਾਏਗਾ। ਤੇ ਸਭ ਤੋਂ ਪਹਿਲਾਂ ਅਸੀਂ ਕਰਨਾ ਔਰੰਗਜ਼ੇਬ ਦਾ ਪਾਤਰ ਚਿੱਤਰਨ। ਤੇ ਇਸ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਜਾਣ ਪਛਾਣ। ਤੇ ਇਸ ਵਿੱਚ ਅਸੀਂ ਲਿਖਣਾ ਹੈ ਉਹ ਜ਼ਫਰਨਾਮਾ ਇਕਾਂਗੀ ਦਾ ਮੁੱਖ ਪਾਤਰ ਹੈ, ਉਹ ਇੱਕ ਮੁਗਲ ਬਾਦਸ਼ਾਹ ਸੀ। ਤੇ ਦੂਜਾ ਪੁਆਇੰਟ ਅਸੀਂ ਲਿਖਣਾ ਹੈ ਜ਼ਾਲਮ ਬਾਦਸ਼ਾਹ। ਤੇ ਇਸ ਦੇ ਅੱਗੇ ਅਸੀਂ ਲਿਖ ਸਕਦੇ ਹਾਂ ਹਕੂਮਤ ਦੀ ਹਵਸ ਵਿੱਚ ਉਹ ਇੰਨਾ ਅੰਨਾ ਹੋ ਗਿਆ ਕਿ ਉਸਨੇ ਆਪਣੇ ਪਿਤਾ ਦੀ ਮੌਤ ਦਾ ਇੰਤਜ਼ਾਰ ਵੀ ਨਹੀਂ ਕੀਤਾ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸੂਫੀ ਸਭ ਉਸ ਦੀ ਹਕੂਮਤ ਤੋਂ ਦੁਖੀ ਸਨ। ਜ਼ਿੰਦਗੀ ਦੇ ਰੰਗ ਤਮਾਸ਼ੇ ਦਾ ਵਿਰੋਧੀ ਜਾਂ ਸਖਤ ਸੁਭਾਅ ਵਾਲਾ। ਉਸ ਨੂੰ ਆਪਣੇ ਦਰਬਾਰ ਅਤੇ ਮਹਿਲ ਵਿੱਚ ਕਿਸੇ ਕਿਸਮ ਦੀ ਰਾਗ ਪਸੰਦ ਨਹੀਂ ਸੀ। ਉਹ ਆਪਣੀ ਸਖਤ ਮਿਜ਼ਾਜੀ ਕਰਕੇ ਕਦੇ ਵੀ ਖੁਸ਼ ਨਹੀਂ ਰਹਿ ਸਕਿਆ। ਸ਼ੱਕੀ, ਉਸ ਨੂੰ ਸ਼ਾਹੀ ਹਕੀਮ ਤੇ ਵੀ ਸ਼ੱਕ ਹੈ। ਉਸ ਨੂੰ ਹਮੇਸ਼ਾ ਇੰਜ ਲੱਗਦਾ ਹੈ ਜਿਵੇਂ ਹਰ ਕੋਈ ਉਸ ਦੇ ਖਿਲਾਫ ਵਿਉਂਤ ਬਣਾ ਰਿਹਾ ਹੈ। ਸ਼ਾਹੀ ਹਕੀਮ ਵੱਲੋਂ ਦਿੱਤੀ ਗਈ ਦਵਾਈ ਨੂੰ ਉਹ ਪਹਿਲਾਂ ਉਸ ਨੂੰ ਚਖਣ ਨੂੰ ਕਹਿੰਦਾ ਹੈ। ਪਤਨੀ, ਪੁੱਤਰ ਅਤੇ ਧੀ ਨੂੰ ਪਿਆਰ ਕਰਨ ਵਾਲਾ। ਉਹ ਆਪਣੀ ਪਤਨੀ ਉਦੈਪੁਰੀ, ਪੁੱਤਰ ਕਾਮਬਖਸ਼ ਅਤੇ ਧੀ ਜ਼ੀਨਤ ਉਲ ਨਿਸ਼ਾ ਨੂੰ ਬਹੁਤ ਪਿਆਰ ਕਰਦਾ ਹੈ। ਉਹ ਇਹ ਦੁਆ ਕਰਦਾ ਹੈ ਕਿ ਜ਼ੀਨਤ ਵਰਗੀ ਧੀ ਉਹ ਰੱਬ ਹਰ ਕਿਸੇ ਨੂੰ ਦੇਵੇ। ਜ਼ਫਰਨਾਮਾ ਪੜ੍ਹ ਕੇ ਆਪਣੀ ਹਾਰ ਸਵੀਕਾਰ ਕਰਨ ਵਾਲਾ। ਜ਼ਫਰਨਾਮਾ ਪੜ੍ਹ ਕੇ ਉਸ ਦਾ ਜ਼ਮੀਰ ਝੰਜੋੜਿਆ ਜਾਂਦਾ ਹੈ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਆਪਣੀ ਹਾਰ ਸਵੀਕਾਰ ਕਰਦਾ ਹੈ। ਉਸ ਨੂੰ ਅੰਤ ਵਿੱਚ ਇਹ ਲੱਗਦਾ ਹੈ ਕਿ ਉਹ ਅਨੇਕ ਜੰਗਾਂ ਜਿੱਤ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਹੈ। ਹੁਣ ਅਸੀਂ ਕਰਾਂਗੇ ਜ਼ੀਨਤ ਉਲ ਨਿਸ਼ਾ ਦਾ ਪਾਤਰ ਚਿੱਤਰਨ। ਸਭ ਤੋਂ ਪਹਿਲਾਂ ਜਾਣ ਪਛਾਣ। ਉਹ ਜ਼ਫਰਨਾਮਾ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਔਰੰਗਜ਼ੇਬ ਦੀ ਧੀ ਹੈ ਅਤੇ ਆਪਣੀ ਉਮਰ ਦਾ ਵੱਡਾ ਹਿੱਸਾ ਉਸਨੇ ਆਪਣੇ ਪਿਤਾ ਔਰੰਗਜ਼ੇਬ ਦੀ ਖਿਦਮਤ ਵਿੱਚ ਬਤੀਤ ਕੀਤਾ। ਪਿਤਾ ਦੀ ਸੇਵਾ ਕਰਨ ਵਾਲੀ। ਉਸਨੇ ਆਪਣਾ ਕਾਫੀ ਸਮਾਂ ਪਿਤਾ ਦੀ ਸੇਵਾ ਵਿੱਚ ਬਤੀਤ ਕੀਤਾ ਅਤੇ 30 ਸਾਲਾਂ ਤੋਂ ਉਹ ਆਪਣੇ ਪਿਤਾ ਦੀ ਖਿਦਮਤ ਕਰ ਰਹੀ ਸੀ। ਪਿਤਾ ਤੋਂ ਨਾਰਾਜ਼। ਜਦੋਂ ਉਸ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਗੱਲ ਸੁਣ ਕੇ ਆਪਣੇ ਪਿਤਾ ਤੋਂ ਨਾਰਾਜ਼ ਹੋ ਜਾਂਦੀ ਹੈ। ਤੇ ਰੱਬ ਦੇ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੀ ਜ਼ੀਨਤ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ ਮਗਰ ਉਸ ਨੂੰ ਪਿਆਰ ਨਹੀਂ ਕਰਦਾ। ਸੱਚਾਈ ਪਸੰਦ ਸੁਭਾਅ ਵਾਲੀ। ਇਕਾਂਗੀ ਵਿੱਚ ਜ਼ੀਨਤ ਉਲ ਨਿਸਾ ਨੂੰ ਲੱਗਦਾ ਹੈ ਕਿ ਔਰੰਗਜ਼ੇਬ ਉਸ ਤੋਂ ਕੁਝ ਲੁਕੋ ਰਿਹਾ ਹੈ ਜਾਂ ਔਰੰਗਜ਼ੇਬ ਜ਼ੀਨਤ ਤੋਂ ਕੋਈ ਗੱਲ ਛੁਪਾ ਰਿਹਾ ਹੈ ਤੇ ਉਸ ਗੱਲ ਦਾ ਪਤਾ ਕਰਨਾ ਚਾਹੁੰਦੀ ਹੈ। ਜ਼ੁਲਮ ਨੂੰ ਨਾ ਬਰਦਾਸ਼ਤ ਕਰ ਸਕਣ ਵਾਲੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਉਹ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਹੱਦ ਹੈ। ਹੁਣ ਅਸੀਂ ਕਰਾਂਗੇ ਬੇਗਮ ਉਦੈਪੁਰੀ ਦਾ ਪਾਤਰ ਚਿੱਤਰਨ। ਜਾਣ ਪਛਾਣ। ਉਹ ਔਰੰਗਜ਼ੇਬ ਦੀ ਪਤਨੀ ਹੈ। ਉਹ ਇੱਕ ਤਾਲਵੀ ਔਰਤ ਹੈ ਤੇ ਕਾਮਬਖਸ਼ ਦੀ ਮਾਂ ਹੈ। ਪਤੀ ਨੂੰ ਪਿਆਰ ਕਰਨ ਵਾਲੀ। ਉਹ ਆਪਣੇ ਪਤੀ ਔਰੰਗਜ਼ੇਬ ਨੂੰ ਪਿਆਰ ਕਰਦੀ ਹੈ ਅਤੇ ਉਸ ਦਾ ਖਿਆਲ ਵੀ ਰੱਖਦੀ ਹੈ। ਪਤੀ ਦੀ ਸੇਵਾ ਕਰਨ ਵਾਲੀ। ਅੰਤਲੇ ਸਮੇਂ ਵਿੱਚ ਬੇਗਮ ਉਦੈਪੁਰੀ ਅਤੇ ਜ਼ੀਨਤ ਉਲ ਨਿਸ਼ਾ ਨੇ ਔਰੰਗਜ਼ੇਬ ਦੀ ਕਾਫੀ ਸੇਵਾ ਕੀਤੀ। ਪਤੀ ਤੋਂ ਡਰਨ ਵਾਲੀ। ਉਹ ਆਪਣੇ ਪਤੀ ਔਰੰਗਜ਼ੇਬ ਤੋਂ ਡਰਦੀ ਹੈ। ਔਰੰਗਜ਼ੇਬ ਦੇ ਕਮਰੇ ਵਿੱਚ ਨਾ ਹੋਣ ਦੇ ਬਾਵਜੂਦ ਉਹ ਡਰਦੀ ਉਸਦੇ ਕਮਰੇ ਵਿੱਚ ਦਾਖਲ ਹੁੰਦੀ ਹੈ। ਜਦੋਂ ਔਰੰਗਜ਼ੇਬ ਉਸ ਨੂੰ ਪੁੱਛਦਾ ਹੈ ਕਿ ਉਸਨੇ ਕਾਮਬਖਸ਼ ਤੇ ਉਸਦੇ ਬਿਮਾਰ ਹੋਣ ਦੀ ਸੂਚਨਾ
ਦਿੱਤੀ ਜਾਂ ਨਹੀਂ, ਤਾਂ ਉਹ ਡਰਦੇ ਹੋਏ ਕਹਿੰਦੀ ਹੈ ਕਿ ਉਹ ਔਰੰਗਜ਼ੇਬ ਦੇ ਹੁਕਮ ਤੋਂ ਬਿਨਾਂ ਅਜਿਹਾ ਕਦਮ ਕਦੇ ਨਹੀਂ ਪੁੱਟ ਸਕਦੀ। ਤੇ ਹੁਣ ਅਸੀਂ ਕਰਾਂਗੇ ਅਸਦ ਖਾਨ ਦਾ ਪਾਤਰ ਚਿੱਤਰਨ। ਜਾਣ ਪਛਾਣ। ਉਹ ਜ਼ਫਰਨਾਮਾ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਔਰੰਗਜ਼ੇਬ ਦੇ ਰਾਜ ਵਿੱਚ ਅਹਿਲਕਾਰ ਹੈ। ਦੂਜਾ ਪੁਆਇੰਟ ਅਸੀਂ ਲਿਖਾਂਗੇ ਔਰੰਗਜ਼ੇਬ ਦਾ ਮਿੱਤਰ। ਉਹ ਅਹਿਲਕਾਰ ਹੋਣ ਦੇ ਨਾਲ ਨਾਲ ਔਰੰਗਜ਼ੇਬ ਦਾ ਦਿਲੀ ਦੋਸਤ ਵੀ ਹੈ ਤੇ ਔਰੰਗਜ਼ੇਬ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਅਸਦ ਖਾਨ ਨਾਲ ਕਰਦਾ ਹੈ। ਦੂਸਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ। ਅਸਦ ਖਾਨ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਅਜ਼ਮਤ ਵਾਲਾ ਪੀਰ ਕਹਿੰਦਾ ਹੈ। ਰੱਬ ਤੇ ਵਿਸ਼ਵਾਸ ਕਰਨ ਵਾਲਾ। ਅਸਦ ਖਾਨ ਰੱਬ ਤੇ ਬਹੁਤ ਵਿਸ਼ਵਾਸ ਕਰਦਾ ਅਤੇ ਕਹਿੰਦਾ ਹੈ ਕਿ ਰੱਬ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਜਾਂ ਭੈ ਨਹੀਂ ਹੁੰਦਾ। ਹੁਣ ਅਸੀਂ ਕਰਾਂਗੇ ਸ਼ਾਹੀ ਹਕੀਮ ਦਾ ਪਾਤਰ ਚਿੱਤਰਨ। ਜਾਣ ਪਛਾਣ। ਉਹ ਜ਼ਫਰਨਾਮਾ ਇਕਾਂਗੀ ਦਾ ਇੱਕ ਨਿਮਨ ਪਾਤਰ ਹੈ, ਛੋਟਾ ਪਾਤਰ ਹੈ। ਦੂਜਾ ਪੁਆਇੰਟ ਅਸੀਂ ਲਿਖਣਾ ਬਾਦਸ਼ਾਹ ਦੀ ਸਿਹਤ ਲਈ ਫਿਕਰਮੰਦ। ਉਹ ਬਾਦਸ਼ਾਹ ਔਰੰਗਜ਼ੇਬ ਦੀ ਸਿਹਤ ਲਈ ਕਾਫੀ ਫਿਕਰਮੰਦ ਹੈ। ਔਰੰਗਜ਼ੇਬ ਨੂੰ ਉਸ 'ਤੇ ਭਰੋਸਾ ਨਹੀਂ। ਤੀਜਾ ਪੁਆਇੰਟ ਹੈ ਔਰੰਗਜ਼ੇਬ ਨੂੰ ਸ਼ਾਹੀ ਹਕੀਮ 'ਤੇ ਭਰੋਸਾ ਨਹੀਂ। ਜਦੋਂ ਸ਼ਾਹੀ ਹਕੀਮ ਔਰੰਗਜ਼ੇਬ ਨੂੰ ਦਵਾਈ ਦਿੰਦਾ ਤਾਂ ਔਰੰਗਜ਼ੇਬ ਉਸ ਨੂੰ ਆਪ ਖਾਣ ਲਈ ਕਹਿੰਦਾ ਹੈ। ਹਿਕਮਤ ਦਾ ਚੰਗਾ ਜਾਣਕਾਰ। ਉਹ ਹਿਕਮਤ ਦਾ ਚੰਗਾ ਜਾਣਕਾਰ ਹੈ। ਉਹ ਔਰੰਗਜ਼ੇਬ ਨੂੰ ਵੇਖਦੇ ਹੀ ਕਹਿ ਦਿੰਦਾ ਕਿ ਉਸਦੇ ਚਿਹਰੇ ਤੇ ਅੱਖਾਂ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਉਸ ਨੂੰ ਨੀਂਦ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇਸ ਦਾ ਸੰਬੰਧ ਹੈ ਉਹ ਦਿਮਾਗ ਦੇ ਨਾਲ ਹੈ। ਔਰੰਗਜ਼ੇਬ ਦਾ ਵਿਸ਼ਵਾਸ ਹਾਸਲ ਕਰਨ ਦਾ ਚਾਹ। ਉਹ ਔਰੰਗਜ਼ੇਬ ਦਾ ਵਿਸ਼ਵਾਸ ਹਾਸਲ ਕਰਨ ਦਾ ਚਾਹਵਾਨ ਹੈ ਤੇ ਉਸ ਦੀ ਤਿਆਰ ਕੀਤੀ ਦਵਾਈ ਆਪ ਖਾਣ ਲਈ ਵੀ ਤਿਆਰ ਹੈ। ਮੇਰਾ ਤਾਂ ਕੋਈ ਨਹੀਂ ਜੀ ਕਰਦਾ ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ। ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਮਨਜੀਤ ਕੌਰ ਨੇ ਨਿਹਾਲ ਕੌਰ ਨੂੰ ਕਹੇ। ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਮਨਜੀਤ ਦੀ ਸੱਸ ਉਸ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਾਉਣ ਦਾ ਡਰਾਵਾ ਦਿੰਦੀ ਹੈ। ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ? ਮਨਜੀਤ ਕਹਿੰਦੀ ਹੈ ਜੇ ਨਿਹਾਲ ਕੌਰ ਨੇ ਸੁਖਦੇਵ ਸਿੰਘ ਦਾ ਦੂਜਾ ਵਿਆਹ ਕਰਵਾਇਆ ਤਾਂ ਉਹ ਉਹਨਾਂ ਦੇ ਦਰਵਾਜ਼ੇ ਤੇ ਸ਼ਹੀਦ ਹੋ ਕੇ ਆਪਣੀ ਜਾਨ ਦੇ ਦੇਵੇਗੀ। ਦੂਜੀ, ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ, ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਸੁਖਦੇਵ ਸਿੰਘ ਨੇ ਮਨਜੀਤ ਕੌਰ ਨੂੰ ਕਹੇ। ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ? ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ 2 ਬੱਚੇ ਸਨ, ਸੁਖਦੇਵ ਸਿੰਘ ਅਤੇ ਸੁਖਦੇਵ ਕੌਰ। ਬਾਪੂ ਜੀ ਦਾ ਦੂਜਾ ਵਿਆਹ ਕਰਵਾਉਣ ਪਿੱਛੋਂ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ? ਬਾਪੂ ਜੀ ਦਾ ਦੂਜਾ ਵਿਆਹ ਕਰਵਾਉਣ ਪਿੱਛੋਂ ਉਹਨਾਂ ਦੀ ਫੌਜੀ ਸੋਚ ਕੰਮ ਕਰ ਰਹੀ ਸੀ, ਕਿਉਂਕਿ ਫੌਜੀ ਨੁਕਤੇ ਤੋਂ ਉਹ 2 ਬੱਚਿਆਂ ਨੂੰ ਘੱਟ ਸਮਝਦੇ ਸਨ। ਤੀਜੀ ਵਾਰਤਾਲਾਪ। ਦੁਖੀ ਤਾਂ ਹੈ, ਪਰ ਗੱਲ ਕੀ ਹੈ? ਦੁਖੀ ਤਾਂ ਮੈਨੂੰ ਪਤਾ ਹੀ ਹੈ। ਜ਼ਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਗੁਰਦਿੱਤ ਸਿੰਘ ਨੇ ਨਿਹਾਲ ਕੌਰ ਨੂੰ ਕਹੇ। ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ? ਗੁਰਦਿੱਤ ਸਿੰਘ ਨੂੰ ਆਪਣੀ ਧੀ ਦੇ ਦੁਖੀ ਹੋਣ ਬਾਰੇ ਪਤਾ ਲੱਗਦਾ ਹੈ। ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ? ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕਾਰਨ ਉਸ ਦਾ ਜ਼ਗੀਰਦਾਰਾਂ ਦੇ ਘਰ ਵਿੱਚ ਵਿਆਹ ਹੋਣਾ ਹੈ। ਨੀ ਬਹੂ ਮੈਨੂੰ ਮਾਫ ਕਰੀ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ। ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ। ਮੇਰੀ ਧੀ ਤੇ ਐ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਹੈ। ਜਿਹੜੇ ਬਹੂ ਮੈਂ ਤੈਨੂੰ ਬੋਲ ਕੁਬੋਲ ਬੋਲੇ, ਉਹਨਾਂ ਬੋਲਾਂ ਤੋਂ ਮੈਂ ਤੇਰੇ ਤੋਂ ਤੇ ਵਾਹਿਗੁਰੂ ਤੋਂ ਮਾਫੀ ਮੰਗਦੀ ਹਾਂ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਨਿਹਾਲ ਕੌਰ ਨੇ ਮਨਜੀਤ ਕੌਰ ਨੂੰ ਕਹੇ। ਨਿਹਾਲ ਕੌਰ ਆਪਣੀ ਨੂੰਹ ਤੋਂ ਮਾਫੀ ਕਿਉਂ ਮੰਗਦੀ ਹੈ? ਨਿਹਾਲ ਕੌਰ ਨੂੰ ਇਹ ਅਹਿਸਾਸ ਹੁੰਦਾ ਕਿ ਦੂਜੇ ਵਿਆਹ ਦੀਆਂ ਧਮਕੀਆਂ ਦੇਣਾ ਗਲਤ ਹੈ, ਇਸ ਕਰਕੇ ਉਹ ਆਪਣੀ ਨੂੰਹ ਤੋਂ ਮਾਫੀ ਮੰਗਦੀ ਹੈ। ਨਿਹਾਲ ਕੌਰ ਆਪਣੀ ਧੀ ਦੀ ਕਿਹੜੀ ਹੋਣੀ ਦੀ ਗੱਲ ਕਰਦੀ ਹੈ? ਨਿਹਾਲ ਕੌਰ ਨੂੰ ਇਹ ਡਰ ਹੈ ਕਿ ਉਸ ਦੀ ਧੀ ਸੁਖਦੇਵ ਕੌਰ ਦਾ ਪਤੀ ਬਲਵੰਤ ਸਿੰਘ ਕਿਤੇ ਦੂਜਾ ਵਿਆਹ ਨਾ ਕਰਵਾ ਲੇ ਤੇ ਸੁਖਦੇਵ ਕੌਰ ਨੂੰ ਛੱਡ ਦੇਵੇ। ਉਹ ਇਸ ਹੋਣੀ ਦੀ ਗੱਲ ਕਰਦੀ ਹੈ। ਹਾਂ, ਮੈਥੋਂ ਪੁੱਛ ਕੇ ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਹੈ ਤੂੰ।
ਕਹਿ ਗਈ ਹੋਵੇਂਗੀ ਜਾਂਦੀ ਜਾਂਦੀ ਮੈਨੂੰ ਪੁੱਛਿਆ ਸੀ ਸਭਾ ਦੀ ਮੈਂਬਰ ਬਣਨ ਲੱਗੀ ਨੇ, ਹੋਰ ਨਵਾਂ ਟੰਗ ਕੱਢਿਆ ਇਹਨਾਂ ਦੇ ਖਸਮਾਂ ਨੂੰ ਵਸ ਕਰਨ ਦਾ। ਇਉਂ ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਗੀ ਤਾਂ ਸਭਾ ਦੀ ਮੈਂਬਰ ਬਣ ਕੇ। ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? ਦੂਜਾ ਵਿਆਹ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਸੰਤ ਸਿੰਘ ਸੇਖੋਂ। ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਕੀ ਉਦੇਸ਼ ਸਮਝਦੀ ਸੀ? ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਉਹਨਾਂ ਦੁਆਰਾ ਪਤੀਆਂ ਨੂੰ ਵਸ ਵਿੱਚ ਰੱਖਣਾ ਸੀ। ਪਾਤਰ ਚਿੱਤਰਨ। ਸਭ ਤੋਂ ਪਹਿਲਾ ਪਾਤਰ ਚਿੱਤਰਨ ਅਸੀਂ ਕਰਨਾ ਹੈ ਨਿਹਾਲ ਕੌਰ ਦਾ। ਤੇ ਪਾਤਰ ਚਿੱਤਰਨ ਕਰਨ ਲਈ ਮੇਰੇ ਕੋਲ ਇੱਕ ਬਹੁਤ ਹੀ ਵਧੀਆ ਐਡਵਾਈਸ ਹੈ ਆਪ ਸਾਰਿਆਂ ਦੇ ਲਈ। ਉਹ ਹੈ ਕਿ ਜਦੋਂ ਵੀ ਪਾਤਰ ਚਿੱਤਰਨ ਵਾਲਾ ਕੁਐਸਚਨ ਆਉਂਦਾ ਹੈ, ਇਹ ਵਾਲਾ ਸਵਾਲ ਆਉਂਦਾ ਹੈ, ਤੇ ਆਪ ਸਾਰੇ ਇਸ ਦਾ ਉੱਤਰ ਹੈ ਪੁਆਇੰਟਸ ਬਣਾ ਕੇ ਦਿਓ। ਤੇ ਇਸ ਤਰ੍ਹਾਂ ਕੀ ਹੋਏਗਾ ਕਿ ਜਿਹੜਾ ਐਗਜ਼ਾਮੀਨਰ ਹੈ, ਜਿਹੜਾ ਪੇਪਰ ਚੈੱਕ ਕਰ ਰਿਹਾ, ਉਸ ਤੇ ਵਧੀਆ ਇੰਪ੍ਰੈਸ਼ਨ ਪਏਗਾ ਤੇ ਆਪ ਸਾਰਿਆਂ ਨੂੰ ਇਸ ਪ੍ਰਸ਼ਨ ਦਾ ਉੱਤਰ ਹੈ ਬਹੁਤ ਹੀ ਈਜ਼ੀਲੀ ਹੈ ਉਹ ਯਾਦ ਹੋ ਜਾਏਗਾ ਤੇ ਇਸ ਪ੍ਰਸ਼ਨ ਵਿੱਚ ਆਪ ਸਾਰੇ ਦੇ ਫੁੱਲ ਮਾਰਕਸ ਵੀ ਆ ਸਕਦੇ ਨੇ। ਤੇ ਸਭ ਤੋਂ ਪਹਿਲਾ ਪਾਤਰ ਚਿੱਤਰਨ ਨਿਹਾਲ ਕੌਰ। ਜਾਣ ਪਛਾਣ। ਨਿਹਾਲ ਕੌਰ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦੀ ਮਹੱਤਵਪੂਰਨ ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ, ਸੁਖਦੇਵ ਸਿੰਘ ਅਤੇ ਸੁਖਦੇਵ ਕੌਰ ਦੀ ਮਾਂ ਅਤੇ ਮਨਜੀਤ ਦੀ ਸੱਸ ਹੈ। ਪੁਰਾਣੇ ਖਿਆਲਾਂ ਦੀ ਇਸਤਰੀ। ਉਹ ਪਤੀ ਦਾ ਨਾਂ ਲੈਣ ਅਤੇ ਕੁੰਡ ਚੁੱਕਣ ਦੇ ਵਿਰੁੱਧ ਹੈ। ਨੂੰਹ ਵਿੱਚ ਨੁਕਸ ਕੱਢਣ ਵਾਲੀ। ਉਹ ਨੂੰਹ ਦੀ ਗਲ ਵਿੱਚ ਨੁਕਸ ਛਾਂਟਦੀ ਹੈ ਅਤੇ ਉਸ ਨੂੰ 2.5 ਸਾਲਾਂ ਵਿੱਚ ਕੋਈ ਬੱਚਾ ਨਾ ਹੋਣ ਦਾ ਤਾਨਾ ਵੀ ਦਿੰਦੀ ਹੈ। ਵੇਲੀ ਨਾ ਬੈਠਣ ਵਾਲੀ। ਨਿਹਾਲ ਕੌਰ ਚਰਖਾ ਕੱਤਦੀ ਹੈ ਅਤੇ ਸਵੇਰੇ ਸਵੇਰੇ 3 ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ। ਆਪਣੇ ਬੱਚਿਆਂ ਤੇ ਮਾਣ ਕਰਨ ਵਾਲੀ। ਉਸ ਨੂੰ ਆਪਣੇ ਪੁੱਤਰ ਤੇ ਮਾਣ ਹੈ ਅਤੇ ਆਪਣੀ ਧੀ ਲਈ ਉਹ ਫਿਕਰਮੰਦ ਹੈ। ਆਪਣੀ ਗਲਤੀ ਤੇ ਪਛਤਾਉਣ ਵਾਲੀ। ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦੇ ਦੂਜੇ ਵਿਆਹ ਦੀ ਧਮਕੀਆਂ ਦਿੰਦੀ ਹੈ, ਪਰ ਜਦੋਂ ਉਸ ਨੂੰ ਆਪਣੀ ਧੀ ਨੂੰ ਮਿਲ ਰਹੀ ਧਮਕੀਆਂ ਬਾਰੇ ਪਤਾ ਲੱਗਦਾ ਹੈ, ਫਿਰ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਅਤੇ ਉਹ ਆਪਣੀ ਨੂੰਹ ਤੋਂ ਮਾਫੀ ਮੰਗਦੀ ਹੈ। ਹੁਣ ਅਸੀਂ ਦੂਜੇ ਪਾਤਰ ਦਾ ਪਾਤਰ ਚਿੱਤਰਨ ਕਰਨਾ, ਜਿਸ ਦਾ ਨਾਂ ਹੈ ਮਨਜੀਤ। ਸਭ ਤੋਂ ਪਹਿਲਾਂ ਜਾਣ ਪਛਾਣ। ਮਨਜੀਤ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦੀ ਮਹੱਤਵਪੂਰਨ ਪਾਤਰ ਹੈ। ਉਹ ਸੁਖਦੇਵ ਦੀ ਪਤਨੀ ਅਤੇ ਨਿਹਾਲ ਕੌਰ ਦੀ ਨੂੰਹ ਹੈ। ਗੁੱਸੇ ਵਿੱਚ ਨਾ ਆਉਣ ਵਾਲੀ ਤੇ ਹਸਮੁਖ। ਉਹ ਬਹੁਤ ਸਮਝਦਾਰ ਹੈ ਅਤੇ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ, ਸਗੋਂ ਹੱਸ ਕੇ ਟਾਲ ਛੱਡਦੀ ਹੈ। ਪਤੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਾਲੀ। ਉਹ ਆਪਣੇ ਪਤੀ ਅਤੇ ਸੱਸ ਸਹੁਰੇ ਦਾ ਸਤਿਕਾਰ ਕਰਦੀ ਹੈ। ਨਵੇਂ ਖਿਆਲਾਂ ਵਾਲੀ ਅਤੇ ਇਸਤਰੀ ਸਭਾ ਦੀ ਮੈਂਬਰ। ਨਵੇਂ ਖਿਆਲਾਂ ਦੀ ਇਸਤਰੀ ਹੋਣ ਕਰਕੇ ਉਹ ਕੁੰਡ ਨਹੀਂ ਕੱਢਦੀ ਅਤੇ ਉਹ ਪਿੰਡ ਵਿੱਚ ਬਣੀ ਇਸਤਰੀ ਸਭਾ ਦੀ ਮੈਂਬਰ ਵੀ ਹੈ। ਨਿੰਦਿਆ ਨਾ ਪਸੰਦ ਕਰਨ ਵਾਲੀ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਹ ਗੁਆਂਢਣ ਦੀ ਨਿੰਦਿਆ ਨਾ ਕਰੇ। ਨਨਾਣ ਨਾਲ ਪਿਆਰ ਰੱਖਣ ਵਾਲੀ। ਉਹ ਆਪਣੀ ਨਨਾਣ ਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ। ਇੱਕ ਸੁਚੱਜੀ ਨੂੰ। ਉਹ ਆਪਣੇ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨਾਲ ਵੀ ਬੁਰਾ ਸਲੂਕ ਨਹੀਂ ਕਰਦੀ। ਉਹ ਘਰ ਦੇ ਮਾਹੌਲ ਨੂੰ ਸੁਖਾਵਾਂ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਸੁਖਦੇਵ ਸਿੰਘ। ਜਾਣ ਪਛਾਣ। ਸੁਖਦੇਵ ਸਿੰਘ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਪੁੱਤਰ ਅਤੇ ਮਨਜੀਤ ਦਾ ਪਤੀ ਹੈ। ਉਹ ਇੱਕ ਫੌਜੀ ਹੈ। ਪੜ੍ਹਿਆ ਲਿਖਿਆ ਅਤੇ ਨਵੀਂ ਪੀੜ੍ਹੀ ਦਾ ਨੌਜਵਾਨ। ਉਹ ਆਪਣੀ ਪਤਨੀ ਨੂੰ ਆਪਣੇ ਘਰ ਵਿੱਚ ਬਰਾਬਰੀ ਦਿੰਦਾ ਹੈ। ਆਪਣੀ ਪਤਨੀ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਦੀ ਖੁੱਲ੍ਹ ਦਿੰਦਾ ਹੈ। ਮਾਂ ਦੇ ਸੁਭਾਅ ਤੋਂ ਜਾਣੂ। ਉਸ ਨੂੰ ਪਤਾ ਹੈ ਕਿ ਉਸ ਦੀ ਮਾਂ ਨੂੰ ਜਾਪਦਾ ਹੈ ਕਿ ਇਸਤਰੀ ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੈ। ਭੈਣ ਲਈ ਫਿਕਰਮੰਦ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨ ਵਾਲਾ। ਉਹ ਆਪਣੀ ਭੈਣ ਲਈ ਫਿਕਰਮੰਦ ਹੈ ਅਤੇ ਮਾਤਾ ਪਿਤਾ ਦਾ ਸਤਿਕਾਰ ਵੀ ਕਰਦਾ ਹੈ। ਕਿ ਹੇਠ ਲਿਖੇ ਪਾਤਰਾਂ ਦੇ ਪਾਤਰ ਚਿੱਤਰਨ ਕਰੋ, ਜਿਸ ਵਿੱਚ ਸਭ ਤੋਂ ਪਹਿਲਾ ਹੈ ਬੰਤਾ। ਤੇ ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਲਿਖਣਾ ਹੈ ਜਾਣ ਪਛਾਣ। ਬੰਤਾ ਇੱਕ ਹੋਰ ਨਵਾਂ ਸਾਲ ਨਾਵਲ ਦਾ ਮੁੱਖ ਪਾਤਰ ਹੈ। ਉਸ ਦੇ 3 ਬੱਚੇ ਹਨ, 2 ਧੀਆਂ ਤੇ ਇੱਕ ਮੁੰਡਾ ਫੁੰਮਣ। ਉਹ ਅੰਮ੍ਰਿਤਸਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਮਿਹਨਤੀ ਅਤੇ ਇਮਾਨਦਾਰ।
ਬੰਤਾ ਇੱਕ ਕਿਰਤੀ ਮਨੁੱਖ ਹੈ। ਉਹ ਸਖਤ ਸਰਦੀ ਵਿੱਚ ਵੀ ਸਵੇਰੇ ਉੱਠ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਚੁੱਕਣ ਲਈ ਸਟੇਸ਼ਨ ਪਹੁੰਚ ਜਾਂਦਾ ਹੈ। ਉਹ ਬਹੁਤ ਹੀ ਇਮਾਨਦਾਰ ਹੈ। ਉਹ ਨਾਜਾਇਜ਼ ਧੰਦਿਆਂ ਦੀ ਥਾਂ ਹੱਕ ਹਲਾਲ ਦੀ ਕਮਾਈ ਕਰਨੀ ਪਸੰਦ ਕਰਦਾ ਹੈ। ਆਰਥਿਕ ਤੰਗੀ ਦਾ ਸ਼ਿਕਾਰ। ਬੰਤਾ ਮਹਿੰਗਾਈ ਤੋਂ ਪਰੇਸ਼ਾਨ ਅਤੇ ਆਰਥਿਕ ਤੌਰ ਤੇ ਤੰਗ ਹੈ। ਪਿਤਾ ਦੀ ਮੌਤ ਤੇ ਉਸ ਦੇ ਚੜਾਏ ਕਰਜ਼ੇ ਕਾਰਨ ਉਸ ਨੂੰ ਪੜ੍ਹਾਈ ਛੱਡਣੀ ਪਈ। ਝਿੜਕਾਂ ਅਤੇ ਗੁਲਾਮੀ ਨਾ ਸਹਿਣ ਵਾਲਾ। ਬੰਤੇ ਤੋਂ ਝਿੜਕਾਂ ਅਤੇ ਗੁਲਾਮੀ ਨਹੀਂ ਸਹੀ ਜਾਂਦੀ, ਇਸ ਕਰਕੇ ਉਸਨੇ ਖੇਤ ਮਜ਼ਦੂਰ ਅਤੇ ਚਪੜਾਸੀ ਦੀ ਨੌਕਰੀ ਛੱਡ ਦਿੱਤੀ ਅਤੇ ਰਿਕਸ਼ਾ ਚਲਾਉਣ ਲੱਗ ਪਿਆ। ਪਤਨੀ ਦਾ ਖਿਆਲ ਰੱਖਣ ਵਾਲਾ। ਉਹ ਆਪਣੀ ਪਤਨੀ ਦਾ ਪੂਰਾ ਖਿਆਲ ਰੱਖਦਾ ਹੈ। ਉਹ ਉਸ ਨੂੰ ਕੰਮ ਕਰਨ ਤੋਂ ਰੋਕਦਾ ਹੈ। ਜ਼ਿੰਮੇਵਾਰ ਇਨਸਾਨ। ਬੰਤਾ ਇੱਕ ਜ਼ਿੰਮੇਵਾਰ ਵਿਅਕਤੀ ਹੈ। ਉਹ ਰਿਕਸ਼ੇ ਵਿੱਚ ਬੈਠੀ ਸਵਾਰੀ ਦੀ ਰੱਖਿਆ ਕਰਨਾ ਆਪਣਾ ਫਰਜ਼ ਸਮਝਦਾ ਹੈ। ਤਾਰੋ। ਨਰਿੰਜਨ ਤਸਲੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਤਾਰੋ ਇੱਕ ਮਹੱਤਵਪੂਰਨ ਪਾਤਰ ਹੈ। ਉਹ ਰਿਕਸ਼ਾ ਚਾਲਕ ਬੰਤੇ ਦੀ ਪਤਨੀ ਹੈ। ਉਹ 2 ਜਮਾਤਾਂ ਪੜ੍ਹੀ ਹੈ। ਉਸ ਦੀਆਂ 2 ਧੀਆਂ ਤੇ ਇੱਕ ਪੁੱਤਰ ਹੈ। ਜ਼ਿੰਮੇਵਾਰ ਇਸਤਰੀ। ਉਹ 3 ਬੱਚੇ ਵੀ ਪਾਲਦੀ ਹੈ ਅਤੇ ਨਾਲ ਹੀ 2 ਵੇਲੇ ਇੱਕ ਸਕੂਲ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ। ਬੰਤਾ ਉਸ ਨੂੰ ਰੋਕਦਾ ਹੈ, ਪਰ ਉਹ ਉਸ ਦੀ ਗੱਲ ਨਹੀਂ ਮੰਨਦੀ ਤੇ ਕਹਿੰਦੀ ਹੈ, ਹੁਣ ਜੇ ਕੁਛ ਨਾ ਕੁਛ ਲਿਆਉਂਦੀਆਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ, ਜੇ ਬਿਲਕੁਲ ਹੀ ਕੁਛ ਨਾ ਆਇਆ ਤਾਂ ਝੱਟ ਕਿਵੇਂ ਲੰਘੇਗਾ। ਸੱਸ ਤੋਂ ਅਲੱਗ ਰਹਿਣ ਵਾਲੀ। ਉਸ ਦੀ ਸੱਸ ਨੇ ਉਸ ਦੇ ਟਰੰਕ 'ਚੋਂ ਸਮਾਨ ਕੱਢ ਕੇ ਉਸ ਦੀਆਂ ਨਨਾਣਾਂ ਨੂੰ ਬਿਨਾਂ ਪੁੱਛੇ ਹੀ ਦੇ ਦਿੱਤਾ ਸੀ, ਜਿਸ ਕਰਕੇ ਉਸ ਦੀ ਸੱਸ ਨਾਲ ਨਹੀਂ ਬਣਦੀ ਤੇ ਉਸ ਦੀ ਸੱਸ ਪਿੰਡ ਰਹਿਣ ਲੱਗ ਪਈ। ਕੁੜੀਆਂ ਨੂੰ ਮੁੰਡਿਆਂ ਵਾਂਗ ਪਿਆਰ ਕਰਨ ਵਾਲੀ। ਉਹ ਆਪਣੀ ਕੁੜੀਆਂ ਨੂੰ ਵੀ ਮੁੰਡੇ ਵਾਂਗ ਪਿਆਰ ਕਰਦੀ ਹੈ। ਜਦੋਂ ਬੰਦਾ ਫੁੰਮਣ ਨੂੰ ਰਿਕਸ਼ੇ 'ਤੇ ਝੂਟੇ ਦਿੰਦਾ ਹੈ ਤਾਂ ਉਹ ਕੁੜੀਆਂ ਨੂੰ ਝੂਟੇ ਦੇਣ ਲਈ ਕਹਿੰਦੀ ਹੈ। ਉਹ ਇੱਕ ਜ਼ਿੰਮੇਵਾਰ ਤੇ ਸਿਆਣੀ ਔਰਤ ਹੈ। ਸਿੱਖੀ ਭਾਵਨਾਵਾਂ ਵਾਲੀ। ਤਾਰੋ ਆਪਣੇ ਮੁੰਡੇ ਨੂੰ ਪੂਰਾ ਸਿੱਖ ਬਣਾਉਣਾ ਚਾਹੁੰਦੀ ਸੀ। ਉਹ ਬੰਤੇ ਦੁਆਰਾ ਸਿਗਰਟਾਂ ਪੀਣ ਨੂੰ ਪਸੰਦ ਨਹੀਂ ਕਰਦੀ। ਅਗਲਾ ਪਾਤਰ ਚਿੱਤਰਨ ਅਸੀਂ ਕਰਾਂਗੇ ਫੁੰਮਣ ਦਾ। ਜਾਣ ਪਛਾਣ। ਉਹ ਬੰਤੇ ਅਤੇ ਤਾਰੋ ਦਾ ਪੁੱਤਰ ਹੈ। ਉਸ ਦੀਆਂ 2 ਭੈਣਾਂ ਹਨ। ਉਹ ਸਕੂਲ ਜਾਂਦਾ ਹੈ। ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ। ਉਹ ਆਪਣੇ ਮਾਂ-ਬਾਪ ਦੀਆਂ ਆਸਾਂ ਦਾ ਕੇਂਦਰ ਹੈ। ਬੰਤਾ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰੇ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲਾ। ਜਦੋਂ ਬੰਤਾ ਦੁਪਹਿਰੇ ਘਰ ਆਉਂਦਾ ਹੈ ਤਾਂ ਉਹ ਉਸ ਨੂੰ ਪੜ੍ਹਾਉਣ ਲਈ ਕਹਿੰਦਾ ਹੈ। ਜਿਗਿਆਸੂ ਰੁਚੀ ਵਾਲਾ। ਆਪਣੇ ਪਾਠ ਵਿੱਚ ਆਏ ਸਾਰੇ ਸ਼ਬਦ ਜਿਸ ਦੇ ਉਹਨੂੰ ਅਰਥ ਪਤਾ ਨਹੀਂ ਪੁੱਛਣ ਲਈ ਉਤਾਵਲਾ ਹੋ ਜਾਂਦਾ ਹੈ। ਉਹ ਆਪਣੇ ਪਿਤਾ ਨੂੰ ਨਵੇਂ ਸਾਲ ਬਾਰੇ ਵੀ ਪੁੱਛਦਾ ਹੈ। ਕੁਝ ਹੋਰ ਗੱਲਾਂ। ਜਦੋਂ ਬੰਤਾ ਰੋਟੀ ਖਾਣ ਘਰ ਆਉਂਦਾ ਹੈ ਤਾਂ ਉਹ ਟੱਲੀ ਵਜਾਉਂਦਾ ਹੈ। ਉਹ ਰਿਕਸ਼ੇ 'ਤੇ ਬੈਠ ਕੇ ਝੂਟੇ ਲੈਣ ਦਾ ਸ਼ੌਕੀਨ ਹੈ। ਉਸ ਨੂੰ ਆਪਣੀ ਮਾਂ ਤਾਰੋ ਨਾਲ ਹਮਦਰਦੀ ਵੀ ਹੈ। ਦਿਆਲਾ। ਜਾਣ ਪਛਾਣ। ਦਿਆਲਾ ਇੱਕ ਹੋਰ ਨਵਾਂ ਸਾਲ ਨਾਵਲ ਦਾ ਇੱਕ ਸਹਾਇਕ ਪਾਤਰ ਹੈ। ਉਹ ਬੰਤੇ ਦਾ ਮਿੱਤਰ ਹੈ। ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ। ਦਿਆਲਾ ਆਪਣੀ ਪਤਨੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਉਹ ਆਪਣੀ ਪਤਨੀ ਨੂੰ ਲੜ ਝਗੜ ਕੇ ਪੇਕੇ ਤੋੜ ਦਿੰਦਾ ਹੈ। ਇਕੱਲਾ ਖੁਸ਼ ਰਹਿਣ ਵਾਲਾ। ਦਿਆਲਾ ਇਕੱਲਾ ਰਹਿ ਕੇ ਵੀ ਖੁਸ਼ ਹੈ। ਦੋਸਤੀ ਨਿਭਾਉਣ ਵਾਲਾ। ਉਹ ਆਪਣੇ ਮਿੱਤਰ ਬੰਤੇ ਦਾ ਹਮਦਰਦ ਹੈ। ਘਰੋਂ ਲੜ ਕੇ ਗਏ ਬੰਤੇ ਨੂੰ ਉਹ ਚਾਹ ਪਿਲਾਉਂਦਾ ਹੈ ਤੇ ਫਿਰ ਘਰ ਵੀ ਛੱਡ ਆਉਂਦਾ ਹੈ। ਗਾਉਣ ਦਾ ਸ਼ੌਕੀਨ। ਉਸ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਆਪਣੇ ਮਿੱਤਰ ਬੰਤੇ ਨੂੰ ਵੀ ਗਾਉਣ ਲਈ ਕਹਿੰਦਾ ਹੈ। ਇੰਸਪੈਕਟਰ। ਜਾਣ ਪਛਾਣ। ਇੰਸਪੈਕਟਰ ਇੱਕ ਹੋਰ ਨਵਾਂ ਸਾਲ ਨਾਵਲ ਦਾ ਇੱਕ ਸਹਾਇਕ ਪਾਤਰ ਹੈ। ਸ਼ਰਾਬੀ। ਉਸਨੇ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ ਅਤੇ ਰਿਕਸ਼ੇ ਵਿੱਚ ਬੈਠਾ ਵੀ ਉਹ ਸ਼ਰਾਬ ਪੀ ਰਿਹਾ ਸੀ। ਉਸਨੇ ਬੰਤੇ ਨੂੰ ਵੀ ਸ਼ਰਾਬ ਦੇ ਘੁੱਟ ਪਿਲਾਏ। ਅਹੁਦੇ ਦਾ ਹੰਕਾਰ। ਉਹ ਬੰਤੇ ਨੂੰ ਕਹਿੰਦਾ ਹੈ ਕਿ ਉਹ ਇੱਕ ਵੱਡਾ ਇੰਸਪੈਕਟਰ ਹੈ। ਉਹ ਰੂਪ ਵਿੱਚ ਬੰਤੇ ਨੂੰ ਰਿਕਸ਼ਾ ਚਲਾਉਣ ਲਈ ਕਹਿੰਦਾ ਹੈ। ਰਿਸ਼ਵਤਖੋਰ ਅਤੇ ਬਦਲੇ ਦੀ ਭਾਵਨਾ ਵਾਲਾ। ਉਸ ਨੂੰ ਗੁੱਸਾ ਹੈ ਕਿ ਕਾਰਖਾਨੇ ਵਾਲੇ ਨੇ ਉਸ ਨੂੰ 500 ਕਹਿ ਕੇ 300 ਦੇ ਕੇ ਧੋਖਾ ਕੀਤਾ ਹੈ। ਉਹ ਉਸ ਨੂੰ ਸਿੱਧਾ ਕਰਨ ਦੀ ਧਮਕੀ ਦਿੰਦਾ ਹੈ। ਗਰੀਬਾਂ ਦਾ ਹੱਕ ਮਾਰਨ ਵਾਲਾ। ਉਹ ਗਰੀਬ ਲੋਕਾਂ ਦਾ ਹੱਕ ਮਾਰਦਾ ਹੈ ਅਤੇ ਬੰਤੇ ਨੂੰ ਰਿਕਸ਼ੇ ਦਾ ਕਿਰਾਇਆ ਦਿੱਤੇ ਬਗੈਰ ਹੀ ਰਿਕਸ਼ੇ ਤੋਂ ਉਤਰ ਜਾਂਦਾ ਹੈ। ਬੰਤੇ ਦੀ ਮਾਂ। ਜਾਣ ਪਛਾਣ। ਉਹ ਇੱਕ ਹੋਰ ਨਵਾਂ ਸਾਲ ਨਾਵਲ ਦੀ ਸਹਾਇਕ ਪਾਤਰ ਹੈ।
ਬੰਤਾ ਅਜੇ ਛੋਟਾ ਹੀ ਸੀ ਕਿ ਉਸਦੇ ਪਤੀ ਦੀ ਮੌਤ ਹੋ ਗਈ। ਪਿੰਡ ਵਿੱਚ ਰਹਿਣ ਵਾਲੀ ਉਸ ਦੀ ਆਪਣੀ ਨੂੰਹ ਨਾਲ ਨਹੀਂ ਸੀ ਬਣਦੀ, ਇਸ ਕਰਕੇ ਉਹ ਸ਼ਹਿਰ ਵਿੱਚ ਬੰਤੇ ਕੋਲ ਨਹੀਂ ਸਗੋਂ ਪਿੰਡ ਵਿੱਚ ਰਹਿੰਦੀ ਸੀ। ਨੂੰਹ ਪ੍ਰਤੀ ਗੈਰ ਜ਼ਿੰਮੇਵਾਰ। ਤੀਆ ਨੂੰ ਖੁਸ਼ ਕਰਨ ਲਈ ਉਸਨੇ ਆਪਣੀ ਨੂੰਹ ਤਾਰੋ ਦੇ ਟਰੰਕ ਵਿੱਚੋਂ ਸਮਾਨ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿੱਤਾ ਸੀ। ਉਹ ਆਪਣੀ ਨੂੰਹ ਨੂੰ ਸਾੜਵੀਆਂ ਗੱਲਾਂ ਵੀ ਕਹਿੰਦੀ ਰਹਿੰਦੀ ਸੀ। ਬੰਤੇ ਦੇ ਸਤਿਕਾਰ ਦੀ ਪਾਤਰ। ਬੰਤਾ ਉਸ ਦਾ ਸਤਿਕਾਰ ਕਰਦਾ ਸੀ ਅਤੇ ਉਸ ਦੀਆਂ ਅੱਖਾਂ ਦੇ ਆਪਰੇਸ਼ਨ ਕਰਾਉਣ ਬਾਰੇ ਸੋਚਦਾ ਸੀ। ਮਹੇਸ਼ੀ ਦੀ ਮਾਂ। ਜਾਣ ਪਛਾਣ। ਉਹ ਇੱਕ ਹੋਰ ਨਵਾਂ ਸਾਲ ਨਾਵਲ ਦੀ ਸਹਾਇਕ ਪਾਤਰ ਹੈ। ਉਹ ਮਹੇਸ਼ੀ ਲਈ ਕੁੜੀ ਵੇਖਣ ਖਾਤਰ ਵਿਚੋਲਣ ਰਾਜੋ ਦੇ ਨਾਲ ਰਿਕਸ਼ੇ ਵਿੱਚ ਬੈਠਦੀ ਹੈ। ਦਾਜ ਦਾ ਲਾਲਚ। ਉਸ ਨੂੰ ਦਾਜ ਦਾ ਲਾਲਚ ਹੈ ਅਤੇ ਵਿਚੋਲਣ ਨੂੰ ਪੁੱਛਦੀ ਹੈ ਕਿ ਕੁੜੀ ਵਾਲੇ ਦਾਜ ਵਿੱਚ ਕੀ ਕੁਝ ਦੇਣਗੇ। ਅੰਦਰਲੇ ਡਰ ਦੀ ਮਾਰੀ ਹੋਈ। ਉਸ ਨੂੰ ਇਸ ਗੱਲ ਦਾ ਡਰ ਹੈ ਕਿ ਪੜ੍ਹੀ ਲਿਖੀ ਕੁੜੀ ਉਸ ਦੇ ਮੁੰਡੇ ਤੇ ਹਾਵੀ ਨਾ ਹੋ ਜਾਵੇ, ਕਿਉਂਕਿ ਉਸ ਦਾ ਮੁੰਡਾ 8ਵੀਂ ਫੇਲ ਹੈ। ਆਪਣੇ ਮੁੰਡੇ ਦੀਆਂ ਅੱਖਾਂ ਦਾ ਨੁਕਸ ਲੁਕਾਉਣ ਵਾਲੀ। ਉਹ ਨਹੀਂ ਚਾਹੁੰਦੀ ਸੀ ਕਿ ਕੁੜੀ ਵਾਲਿਆਂ ਨੂੰ ਮਹੇਸ਼ੀ ਦੀਆਂ ਅੱਖਾਂ ਦੇ ਨੁਕਸ ਬਾਰੇ ਪਤਾ ਚੱਲੇ। ਇਸ ਕਰਕੇ ਉਹ ਵਿਚੋਲਣ ਲਾਜੋ ਨਾਲ ਮੁੰਡੇ ਨੂੰ ਧੁੱਪ ਦੀ ਐਨਕਾਂ ਪਾ ਕੇ ਮਿਲਣ ਜਾਣ ਦੀ ਸਲਾਹ ਬਣਾਉਂਦੀ ਹੈ। ਅਗਲਾ ਪਾਤਰ ਚਿਤਰਨ ਲਾਜੋ। ਜਾਣ ਪਛਾਣ। ਉਹ ਇੱਕ ਹੋਰ ਨਵਾਂ ਸਾਲ ਨਾਵਲ ਦੀ ਸਹਾਇਕ ਪਾਤਰ ਹੈ। ਉਹ ਵਿਚੋਲਣ ਦੇ ਤੌਰ ਤੇ ਮਹੇਸ਼ੀ ਦੀ ਮਾਂ ਨੂੰ ਕੁੜੀ ਵਿਖਾਉਣ ਲਈ ਰਿਕਸ਼ੇ ਵਿੱਚ ਬੈਠਦੀ ਹੈ। ਸੱਚ ਲੁਕਾਉਣ ਦੀ ਸਲਾਹ ਬਣਾਉਣ ਵਾਲੀ। ਜਦੋਂ ਉਸ ਨੂੰ ਮਹੇਸ਼ੀ ਦੇ ਅੱਖਾਂ ਦੇ ਨੁਕਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ਦੀ ਮਾਂ ਨਾਲ ਇਹ ਸਲਾਹ ਬਣਾਉਂਦੀ ਹੈ ਕਿ ਮਹੇਸ਼ੀ ਨੂੰ ਧੁੱਪ ਦੀਆਂ ਐਨਕਾਂ ਪਵਾ ਕੇ ਕੁੜੀ ਵਾਲਿਆਂ ਨਾਲ ਮਿਲਵਾਇਆ ਜਾਵੇ, ਜਿਸ ਨਾਲ ਕੁੜੀ ਵਾਲਿਆਂ ਨੂੰ ਅੱਖਾਂ ਦੇ ਨੁਕਸ ਦਾ ਪਤਾ ਨਾ ਚੱਲ ਪਾਵੇ। ਅੰਧ ਵਿਸ਼ਵਾਸੀ। ਉਹ ਸੰਤਾ ਸਾਦਾ ਦੀਆਂ ਪੁੜੀਆਂ ਅਤੇ ਸੁਆਹ ਦੀਆਂ ਚੁਟਕੀਆਂ ਵਿੱਚ ਵਿਸ਼ਵਾਸ ਰੱਖਦੀ ਹੈ। ਉਸ ਨੂੰ ਇਹ ਜਾਪਦਾ ਹੈ ਕਿ ਕਿਰਾਏਦਾਰਨੀ ਦੇ ਘਰ ਸਾਧ ਦੀਆਂ ਪੁੜੀਆਂ ਖਾ ਕੇ ਹੀ ਮੁੰਡੇ ਉੱਪਰੋਂ ਥੱਲੀ ਹੋਏ ਹਨ। ਸਭ ਤੋਂ ਪਹਿਲੀ ਵਾਰਤਾਲਾਪ ਹੈ। ਲੋਕ ਰਾਜ ਦਾ ਮਤਲਬ ਲੋਕਾਂ ਦਾ ਰਾਜ, ਜਿਸ ਤਰ੍ਹਾਂ ਕਿ ਸਾਡੇ ਮੁਲਕ ਵਿੱਚ ਹੈ। ਲੋਕ ਹੀ ਰਾਜ ਕਰਦੇ ਆ, ਰਾਜੇ ਮਹਾਰਾਜੇ ਨਹੀਂ ਕਰਦੇ। ਪ੍ਰਸੰਗ। ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਆਪਣੇ ਪੁੱਤਰ ਫੁੰਮਣ ਨੂੰ ਉਦੋਂ ਕਹੇ ਜਦੋਂ ਉਹ ਉਸ ਨੂੰ ਪੜ੍ਹਾਉਂਦਾ ਹੈ ਤੇ ਉਹ ਕਵਿਤਾ ਵਿੱਚ ਆਏ ਹੋਰ ਸ਼ਬਦਾਂ ਦੇ ਨਾਲ ਲੋਕ ਰਾਜ ਸ਼ਬਦ ਦਾ ਮਤਲਬ ਪੁੱਛਦਾ ਹੈ। ਵਿਆਖਿਆ। ਬੰਤਾ ਦੱਸਦਾ ਹੈ ਕਿ ਲੋਕ ਰਾਜ ਦਾ ਮਤਲਬ ਹੈ ਉਹ ਰਾਜ ਜੋ ਲੋਕਾਂ ਦੇ ਹੱਥ ਵਿੱਚ ਹੋਵੇ, ਜਿੱਥੋਂ ਦੀ ਸਰਕਾਰ ਲੋਕ ਵੋਟਾਂ ਪਾ ਕੇ ਚੁਣਨ। ਅਜਿਹਾ ਲੋਕ ਰਾਜ ਸਾਡੇ ਦੇਸ਼ ਵਿੱਚ ਵੀ ਹੈ। ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਹੈ, ਨਾ ਕਿ ਰਾਜਿਆਂ ਦੀ। ਇਹਨਾਂ ਨੂੰ ਵੀ ਸੈਰ ਕਰਾ ਦੇ, ਇਹ ਕੋਈ ਮਤਰਈਆਂ ਤਾਂ ਨਹੀਂ। ਪ੍ਰਸੰਗ। ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਦੁਪਹਿਰ ਪਿੱਛੋਂ ਘਰੋਂ ਰਿਕਸ਼ਾ ਲੈ ਜਾਣ ਸਮੇਂ ਫੁੰਮਣ ਨੂੰ ਵਿੱਚ ਬਿਠਾ ਕੇ ਉਸ ਨੂੰ ਸੈਰ ਕਰਾਉਣ ਦੀ ਗੱਲ ਕਹਿੰਦਾ ਹੈ। ਵਿਆਖਿਆ। ਇਸ ਸਮੇਂ ਤਾਰੋ ਨੇ ਬੰਤੇ ਨੂੰ ਕਿਹਾ ਕਿ ਉਹ ਇਕੱਲੇ ਫੁੰਮਣ ਨੂੰ ਕਿਉਂ ਸੈਰ ਕਰਾਉਣ ਲਈ ਲੈ ਜਾਂਦਾ ਹੈ। ਉਹ ਕੁੜੀਆਂ ਨੂੰ ਵੀ ਨਾਲ ਬਿਠਾਇਆ ਕਿਉਂਕਿ ਉਹ ਵੀ ਫੁੰਮਣ ਵਾਂਗ ਉਸਦੀਆਂ ਆਪਣੀਆਂ ਹੀ ਹਨ। ਲੋੜ ਤੈਨੂੰ ਪਊ ਸ਼ਾਮ ਨੂੰ, ਕਿਸੇ ਵੇਲੇ ਪਾਨ ਥੋੜੋਂ ਸਵਾਰੀ ਨਹੀਂ ਮਿਲਦੀ। ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਦੁਪਹਿਰੇ ਘਰ ਆਰਾਮ ਕਰਨ ਲਈ ਆਉਣ ਸਮੇਂ ਉਸ ਨੂੰ ਬੋਝੇ ਵਿੱਚੋਂ ਪੈਸੇ ਕੱਢ ਕੇ ਦਿੰਦਾ ਹੈ ਤੇ ਤਾਰੋ ਉਸ ਨੂੰ ਪਾਨ ਵਾਪਸ ਕਰਦੀ ਹੈ, ਪਰ ਉਹ ਉਸ ਨੂੰ ਪਾਨ ਵੀ ਆਪਣੇ ਕੋਲ ਰੱਖਣ ਲਈ ਕਹਿੰਦਾ ਹੈ। ਵਿਆਖਿਆ। ਇਸ ਸਮੇਂ ਤਾਰੋ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਪਾਨ ਆਪਣੇ ਕੋਲ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਮ ਨੂੰ ਉਸ ਨੂੰ ਲੋੜ ਪੈ ਸਕਦੀ ਹੈ। ਕਈ ਵਾਰੀ ਪਾਨ ਨਾ ਹੋਣ ਕਰਕੇ ਹੀ ਸਵਾਰੀ ਨਹੀਂ ਮਿਲਦੀ। ਹੌਲੀ ਚਲਾਵੇ ਰਿਕਸ਼ਾ ਬੰਤਿਆ, ਤੈਨੂੰ ਦਿਖਦਾ ਨਹੀਂ, ਕੁੜੀ ਦੀ ਹਾਲਤ ਤਾਂ ਵੇਖ। ਪ੍ਰਸੰਗ। ਇਹ ਵਾਰਤਾਲਾਪ ਨਰਿੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ। ਇਹ ਵਾਰਤਾਲਾਪ ਬੰਤੇ ਦੀ ਮਾਂ ਬੰਤੇ ਨੂੰ ਉਦੋਂ ਕਹਿੰਦੀ ਹੈ ਜਦੋਂ ਉਹ ਤੇ ਉਸ ਦੀ ਨੂੰਹ ਤਾਰੋ ਬਸੰਤ ਪੰਚਮੀ ਤੇ ਰਿਕਸ਼ੇ ਤੇ ਬੈਠ ਕੇ ਜਾਂਦੀਆਂ ਹਨ। ਵਿਆਖਿਆ। ਬੰਤਾ ਬਸੰਤ ਪੰਚਮੀ ਤੇ ਆਪਣੀ ਮਾਂ ਤੇ ਪਤਨੀ ਨੂੰ ਰਿਕਸ਼ੇ ਵਿੱਚ ਬਿਠਾ ਕੇ ਛਰਾਟਾ ਸਾਹਿਬ ਲਿਜਾ ਰਿਹਾ ਸੀ। ਭੀੜ ਵੇਖ ਕੇ ਉਸ ਦੀ ਬੇਬੇ ਉਸ ਨੂੰ ਰਿਕਸ਼ਾ ਹੌਲੀ ਚਲਾਉਣ ਲਈ ਕਹਿੰਦੀ ਹੈ
ਨਾਲੇ ਕਹਿੰਦੀ ਹੈ ਕਿ ਉਸਦੀ ਘਰਵਾਲੀ ਤਾਰੋ ਵੀ ਡਰੀ ਹੋਈ ਹੈ। ਖੇਡਿਆ ਮੱਲਿਆ ਕਰਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਹੀ ਨਹੀਂ। ਪ੍ਰਸੰਗ। ਇਹ ਵਾਰਤਾਲਾਪ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸ਼ਾਮ ਵਿੱਚ ਇੱਕ ਵਡੇਰੀ ਉਮਰ ਦਾ ਆਦਮੀ ਆਪਣੀ ਦੂਜੀ ਪਤਨੀ ਨੂੰ ਕਹਿੰਦਾ ਹੈ, ਜਦੋਂ ਉਹ ਬੰਤੇ ਦੇ ਰਿਕਸ਼ੇ ਵਿੱਚ ਬੈਠ ਕੇ ਜਾ ਰਹੇ ਸਨ। ਵਿਆਖਿਆ। ਵਡੇਰੀ ਉਮਰ ਦਾ ਆਦਮੀ ਆਪਣੀ ਦੂਜੀ ਪਤਨੀ ਨੂੰ ਸਲਾਹ ਦਿੰਦਾ ਹੈ ਕਿ ਉਸਨੂੰ ਉਸਦੇ ਪਹਿਲੀ ਪਤਨੀ ਦੇ ਬੱਚਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ, ਉਹਨਾਂ ਨਾਲ ਖੇਡਣਾ ਚਾਹੀਦਾ। ਉਹ ਤਾਂ ਬੱਚਿਆਂ ਨਾਲ ਗੱਲ ਤੱਕ ਨਹੀਂ ਕਰਦੀ। ਸਾਨੂੰ ਪਿੰਡਾਂ ਵਾਲਿਆਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ, ਇੱਕ ਤਾਂ ਮੁੱਚਦੇ ਆ ਸਾਡੇ ਅਰਗਿਆਂ ਨੂੰ, ਦੂਜਾ ਟੀਚਰਾਂ ਕਰਦੇ ਆ। ਪ੍ਰਸੰਗ। ਇਹ ਵਾਰਤਾਲਾਪ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸ਼ਾਮ ਵਿੱਚ ਇੱਕ ਬਜ਼ੁਰਗ ਸਵਾਰੀ ਬੰਤੇ ਨੂੰ ਕਹਿੰਦੀ ਹੈ, ਜਦੋਂ ਉਹ ਆਪਣੀ ਘਰਵਾਲੀ ਦੇ ਅੱਖਾਂ ਦੇ ਆਪਰੇਸ਼ਨ ਬਾਰੇ ਦੱਸਦਾ ਹੈ। ਵਿਆਖਿਆ। ਬਜ਼ੁਰਗ ਆਦਮੀ ਦੱਸਦਾ ਹੈ ਕਿ ਹਸਪਤਾਲ ਵਿੱਚ ਡਾਕਟਰ ਤੋਂ ਇਲਾਵਾ ਜਿਹੜੇ ਹੋਰ ਕਰਮਚਾਰੀ ਹਨ, ਕੰਮ ਕਰਨ ਲਈ ਰਿਸ਼ਵਤ ਮੰਗਦੇ ਹਨ। ਪਿੰਡ ਦੇ ਸਿੱਧੇ ਸਾਦੇ ਲੋਕਾਂ ਦੀ ਕਦਰ ਨਹੀਂ ਕਰਦੇ, ਨਾਲੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਹਨ। आओ फिर ਅਸੀਂ अगली वार्तालाप पढ़ते हैं। जाएंगे तो सही पर अभी नहीं, बहुत देर बाद साहब की गाड़ी छोड़ आएगी उन्हें। ते प्रसंग। ਇਹ ਵਾਰਤਾਲਾਪ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸ਼ਾਮ ਵਿੱਚ ਬੰਤੇ ਨੂੰ ਵੱਡੇ ਅਫਸਰ ਦਾ ਗੇਟਕੀਪਰ ਕਹਿੰਦਾ ਹੈ, ਜਦੋਂ ਬੰਦਾ ਸਵਾਰੀਆਂ ਦੀ ਉਡੀਕ ਕਰ ਰਿਹਾ ਹੁੰਦਾ ਹੈ। ਵਿਆਖਿਆ। ਬੰਤਾ ਸੋਚਦਾ ਹੈ ਕਿ ਕੋਈ ਸਵਾਰੀ ਮਿਲ ਜਾਏ, ਪਰ ਉਸਨੂੰ ਅਫਸਰ ਦਾ ਗਾਰਡ ਦੱਸਦਾ ਹੈ ਕਿ ਜਿਹੜੇ ਲੋਕ ਉਸਦੇ ਰਿਕਸ਼ੇ ਤੇ ਆਏ ਹਨ ਉਹ ਅਜੇ ਨਹੀਂ ਜਾਣਗੇ, ਉਹਨਾਂ ਨੂੰ ਬਹੁਤ ਸਮਾਂ ਲੱਗੇਗਾ, ਨਾਲੇ ਉਹਨਾਂ ਨੂੰ ਅਫਸਰ ਦੀ ਗੱਡੀ ਛੱਡ ਆਏਗੀ। ਅਗਲੀ ਵਾਰਤਾਲਾਪ ਵੀ ਬਹੁਤ ਇੰਪੋਰਟੈਂਟ ਹੈ। ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਇੰਨੀਆਂ, ਪਰ ਇਹ ਰਿਕਸ਼ਾ ਤਾਂ ਮੁੱਕ ਜਾਏ ਇੱਕ ਵਾਰੀ। ਇਕੱਲਾ ਬੰਦਾ ਜਦੋਂ ਦੋ ਜਣਿਆਂ ਨੂੰ ਖਿੱਚਦਾ ਹੈ ਤਾਂ ਜਾਨ ਬਾਹਰ ਆਉਣ ਨੂੰ ਕਰਦੀ ਹੈ। ਪ੍ਰਸੰਗ। ਇਹ ਵਾਰਤਾਲਾਪ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸ਼ਾਮ ਵਿੱਚ ਬੰਤਾ ਰਿਕਸ਼ੇ ਵਾਲਾ ਆਪਣੀ ਪਤਨੀ ਤਾਰੋ ਨੂੰ ਕਹਿੰਦਾ ਹੈ। ਅਸਲ ਵਿੱਚ ਉਹ ਰਿਕਸ਼ਾ ਚਲਾ ਕੇ ਅੱਕ ਗਿਆ ਸੀ। ਵਿਆਖਿਆ। ਬੰਤਾ ਆਪਣੀ ਪਤਨੀ ਤਾਰੋ ਨੂੰ ਕਹਿੰਦਾ ਹੈ ਕਿ ਲੋਕਾਂ ਕੋਲ ਕਾਰਾਂ ਬੇਸ਼ੱਕ ਹੋਣ ਜਾਂ ਨਾ ਹੋਣ, ਪਰ ਰਿਕਸ਼ਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਇੱਕ ਬੰਦਾ ਦੋ ਜਣਿਆਂ ਨੂੰ ਰਿਕਸ਼ੇ 'ਤੇ ਬਿਠਾ ਕੇ ਖਿੱਚਦਾ ਹੈ ਤਾਂ ਜਾਨ ਨਿਕਲ ਜਾਂਦੀ ਹੈ, ਬਹੁਤ ਜ਼ੋਰ ਲੱਗਦਾ ਹੈ ਤੇ ਇਹ ਕੰਮ ਬੜਾ ਔਖਾ ਹੈ। ਅਗਲੀ ਵਾਰਤਾਲਾਪ ਹੈ। ਰੋਣਾ ਤਾਂ ਹੈ ਕਿ ਫਿਰ ਵੀ ਪੂਰੀ ਨਹੀਂ ਪੈਂਦੀ, ਹੱਡ ਟੁੱਟ ਜਾਂਦੇ ਹੈ ਰਾਤ ਤੀਕ, ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ। ਪ੍ਰਸੰਗ। ਇਹ ਸ਼ਬਦ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਦਿਆਲੇ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਪ੍ਰਭਾਵਸ਼ਾਲੀ ਸ਼ਖਸੀਅਤ ਵਾਲੀ ਪ੍ਰੋਫੈਸਰ ਨੀਨੂ ਖਾਲਸਾ ਕਾਲਜ ਤੋਂ ਘਰ ਛੱਡ ਕੇ ਆਉਂਦਾ ਬਹੁਤ ਖੁਸ਼ ਹੁੰਦਾ ਹੈ ਅਤੇ ਨਾਲ ਹੀ ਬੰਤੇ ਨਾਲ ਆਪਣੀਆਂ ਤੰਗੀਆਂ ਤੁਰਸ਼ੀਆਂ ਅਤੇ ਗਰੀਬੀ ਨਾਲ ਭਰੇ ਜੀਵਨ ਦੀ ਗੱਲ ਕਰਦਾ ਹੈ ਅਤੇ ਬੰਤਾ ਕਹਿੰਦਾ ਹੈ ਕਿ ਮਿਹਨਤ ਕਰਕੇ ਹੀ ਉਹਨਾਂ ਨੂੰ ਖਾਣ ਨੂੰ ਮਿਲੇਗਾ। ਵਿਆਖਿਆ। ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਦੁੱਖ ਤਾਂ ਐਸੇ ਗੱਲ ਦਾ ਹੈ ਕਿ ਉਹ ਮਿਹਨਤ ਮਸ਼ੱਕਤ ਵੀ ਬਥੇਰੀ ਕਰਦੇ ਹਨ। ਰਾਤ ਤੱਕ ਰਿਕਸ਼ਾ ਚਲਾਉਂਦੇ ਉਹਨਾਂ ਦੇ ਹੱਡ ਟੁੱਟ ਜਾਂਦੇ ਹਨ, ਪਰੰਤੂ ਫਿਰ ਵੀ ਉਹਨਾਂ ਕੋਲ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਹੁੰਦੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕੇਹਾ ਕਾੜਾ ਜਿਉ, ਤੁਮਰੀ ਕਿਰਪਾ ਮੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਅਵਰ ਨਾ ਕੋਏ, ਸਭ ਤੇਰਾ ਖੇਲ ਅਖਾੜਾ ਜਿਉ। ਇਸੇ ਪ੍ਰਸੰਗ ਵਿੱਚ ਅਸੀਂ ਲਿਖਣਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਕਾਵਿ ਭਾਗ ਵਿੱਚ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਹੀ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ। ਪਰਮਾਤਮਾ ਦੀ ਕਿਰਪਾ ਹੋਣ 'ਤੇ ਹੀ ਮੈਂ ਉਸ ਨੂੰ ਪਛਾਣ ਸਕਦਾ ਹਾਂ, ਉਸ ਤੋਂ ਬਿਨਾਂ ਮੇਰਾ ਕੋਈ ਆਪਾ ਨਹੀਂ, ਕੋਈ ਮਾਣ ਨਹੀਂ ਹੈ। ਵਿਆਖਿਆ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਤੂੰ ਮੇਰਾ ਪਿਓ ਦੇ ਥਾਂ ਹੈ, ਤੂੰ ਹੀ ਮੇਰੀ
माता दे थां है। तू मेरा रिश्तेदार है, तू ही मेरा भरा है। हे प्रभु, जदों तू ही सब थावां उत्ते मेरा राखा है तां मैनूं कोई डर हो ही नहीं सकदा, कोई चिंता मेरे उत्ते काबू नहीं पा सकदी। हे प्रभु, तेरी मेहर नाल ही मैं तेनों पछाण सकदा हाँ, तेरे नाल डूंगी सांझ पा सकदा हाँ। तू ही मेरा आसरा है, तू ही मेरा माण है। तेरे बिना तेरे वर्गा होर कोई नहीं। ए जगत तमाशा, ए जगत अखाड़ा तेरा ही बनाया होया है। दूजा, जी जंत सब तुद उपाए, जिज्जत पाणा तित तित लाए। सब किछ कीता तेरा होवे, नाही किछ असाड़ा जियो। नाम ते आए महा सुख पाया। ਤੇ ਇਸ ਦਾ ਅਸੀਂ ਪ੍ਰਸੰਗ ਲਿਖਣਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅੰਸ਼ ਹੈ। ਇਹ 10ਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤ ਕਾਵ ਭਾਗ ਵਿੱਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਗੁਰੂ ਜੀ ਪਰਮਾਤਮਾ ਨੂੰ ਟੇਕ ਆਸਰਾ ਮੰਨਦੇ ਹੋਏ ਲਿਖਦੇ ਹਨ ਕਿ ਪਰਮਾਤਮਾ ਮੇਰਾ ਸਭ ਕੁਝ ਹੈ, ਮੇਰਾ ਆਪਣਾ ਕੁਝ ਨਹੀਂ ਹੈ। ਸਭ ਜੀਵ ਜੰਤ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਅਤੇ ਆਪਣੀ ਰਜ਼ਾ ਅਨੁਸਾਰ ਵੱਖ-ਵੱਖ ਕੰਮਾਂ ਕਾਰਾਂ ਵਿੱਚ ਲਾਏ ਹੋਏ ਹਨ। व्याख्या, गुरु जी फरमाउंदे हन कि हे प्रभु, जगत दे सारे जी जन तू ही पैदा कीते हन। जिस जिस काम विच तेरी रजा होई भाव तेनों पाउंदा है तू उस काम विच सारे जी जंत लाए हुए हैं। संसार में जो कुछ हो रहा है सब तेरा कीता हो रहा है। साडा जीवां दा कोई जोर नहीं चल सकता। हे भाई, परमात्मा दा नाम सिमर के मैं बड़ा आत्मक आनंद हासिल किया है। तो इस तो बाद असी व्याख्या करनी है, प्रसंग सहित व्याख्या करनी है इन्हां सत्तरां दी। मिठ बोलड़ा जी हर सज्जन स्वामी मोरा, हो सम्मल थकी जी ओ कदे ना बोले कोड़ा। प्रसंग है शब्द श्री गुरु ग्रंथ साहिब विच दर्ज श्री गुरु अर्जन देव जी की बाणी का अंश है। यह 10वीं जमात की पंजाबी की पुस्तक ਸਾਹਿਤ ਮਾਲਾ विच गुरमत काव भाग विच मिठ बोलड़ा जी हर सज्जन सिरलेख हेठ दर्ज है। इस विच गुरु जी परमात्मा की वडियाई विच लिखते हैं कि मेरा प्रभु निमर सुभाव का मालक है ਅਤੇ ਉਹ कण कण ਵਿੱਚ ਵਸਿਆ ਹੋਇਆ ਹੈ। व्याख्या, गुरु जी फरमाउंदे ਹਨ कि हे भाई, मेरा मालक प्रभु मिठे बोल बोलन वाला प्यारा मित्र है। मैं चेते करके थक गई हाँ कि उसका कदे कौड़ा बोल बोलिया याद आ जावे, पर वो कदे भी कौड़ा बोल नहीं सकता। ते इस तो बाद है, मेरा मन लोचै गुर दर्शन ताई, बिलप करे चातरिक की न्याई। त्रिखा ना उतरे सांत ना आवे, बिन दर्शन संत प्यारे जियो। हो कोली जियो कोल कमाई, गुर दर्शन संत प्यारे जियो। ते इसका प्रसंग है। यह शब्द श्री गुरु ग्रंथ साहिब विच दर्ज श्री गुरु अर्जन देव जी की बाणी का अंश है। यह 10वीं जमात की पंजाबी की पुस्तक ਸਾਹਿਤ ਮਾਲਾ विच गुरमत का भाग विच मेरा मन लोचा है गुर दर्शन ताई सिरलेख हेठ दर्ज है। इस श्लोक के पहले 3 बंदा विच गुरु ਸਾਹਿਬ परमात्मा नाल विछोड़े ਅਤੇ चौथे बंद विच मिलाप की अवस्था ਨੂੰ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬੇਕਰਾਰੀ ਨੂੰ ਬਿਆਨ ਕੀਤਾ ਹੈ। व्याख्या, ਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ। ਉਹ ਇਸ ਪ੍ਰਕਾਰ ਤੜਫ ਰਿਹਾ ਹੈ ਜਿਵੇਂ ਪਪੀਹਾ ਸਵਾਂਤੀ ਬੂੰਦ ਲੈਣ ਲਈ ਤਰਲੇ ਲੈਂਦਾ ਹੈ। ਪਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ। प्यारे संत गुरु के दर्शन करन तो बिना दर्शन करन दी मेरी आत्मिक त्रेव मिटदी नहीं अते मेरे मन नूं धीरज नहीं आउंदी। मैं प्यारे संत गुरु के दर्शन तो कुर्बान जांदा हाँ। भाग होआ गुर संत मिलाया, प्रभ अविनाशी कर मैं पाया। सेव करी पल चसा ना विछड़ा, जन नानक दास तुम्हारे जियो। तो इस ਵਿੱਚ ਜਿਹੜਾ ਪ੍ਰਸੰਗ ਹੈ ਉਹ ਪਿਛਲੇ ਵਾਲਾ ਹੀ ਸੇਮ ਹੋ ਜਾਏਗਾ। ਤੇ ਵਿਆਖਿਆ ਅਸੀਂ ਦੇਖਦੇ ਹਾਂ। ਗੁਰੂ ਜੀ ਫਰਮਾਉਂਦੇ ਹਨ ਕਿ हे ਭਾਈ, ਮੇਰੇ ਭਾਗ ਜਾਗ ਪਏ ਹਨ ਅਤੇ ਚੰਗੇ ਭਾਗਾਂ ਨਾਲ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਨਾਲ ਮਿਲਾ ਦਿੱਤਾ। ਗੁਰੂ ਦੀ ਸਿੱਖਿਆ ਨਾਲ ਉਸ ਕਦੇ ਨਾ ਨਾਸ਼ ਹੋਣ ਵਾਲੇ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ। हे ਪ੍ਰਭੂ, ਮੈਂ ਆਪ ਜੀ ਦਾ ਦਾਸ ਹਾਂ। ਹੁਣ ਮੈਂ ਹਰ ਵਕਤ ਆਪ ਜੀ ਦੀ ਸੇਵਾ ਕਰਾਂਗਾ। मैं एक पलियां अख चमकण जिन्ने समय ਲਈ भी आप जी तो विछड़ांगा नहीं। इस तो बाद सतगुर नानक प्रगटिया मिट्टी तुम जग जानन होवा, जो कर सूरज निकलिया तारे छपे अंधेर पलोवा।
ਸਿੰਘ ਬੁੱਕੇ ਮਿਰਗਾਵਲੀ, ਪੰਨੀ ਜਾਏ ਨਾ ਤੀਰ ਤਰੋਆ, ਜਿੱਥੇ ਬਾਬਾ ਪੈਰ ਤਰੇ, ਪੂਜਾ ਆਸਣ ਥਾਪੜ ਸੋਆ। ਤੇ ਇਸ ਦਾ ਅਸੀਂ ਪ੍ਰਸੰਗ ਲਿਖਣਾ। ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਅਖਵਾਉਂਦਿਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਕਾ ਭਾਗ ਅਧੀਨ ਸਤਿਗੁਰੂ ਨਾਨਕ ਪ੍ਰਗਟਿਆ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਹ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕੀਤਾ। ਤੇ ਇਸ ਦੀ ਅਸੀਂ ਵਿਆਖਿਆ ਕਰਦੇ ਹਾਂ। ਵਿਆਖਿਆ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਹਰ ਪਾਸੇ ਗਿਆਨਤਾ ਦਾ ਹਨੇਰਾ ਪਰਸਿਆ ਹੋਇਆ ਸੀ। ਗੁਰੂ ਜੀ ਨੇ ਗਿਆਨ ਦੇ ਪ੍ਰਕਾਸ਼ ਨਾਲ ਉਸ ਹਨੇਰੇ ਨੂੰ ਦੂਰ ਕਰ ਦਿੱਤਾ। ਜਿਵੇਂ ਸੂਰਜ ਚੜ੍ਹਨ ਨਾਲ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਜਿਵੇਂ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਦੀ ਡਾਰ ਵਿੱਚ ਨੱਸਣ ਲਈ ਭਾਜੜ ਪੈ ਜਾਂਦੀ ਹੈ ਅਤੇ ਧੀਰਜ ਨਹੀਂ ਆਉਂਦੀ, ਉਸ ਪ੍ਰਕਾਰ ਪਾਪਾਂ ਦਾ ਵਣਜ ਕਰਨ ਵਾਲਿਆਂ ਨੂੰ ਭਾਜੜ ਪੈ ਗਈ। ਜਿਸ ਥਾਂ ਬਾਬਾ ਜੀ ਦੇ ਚਰਨ ਪਏ, ਉਹ ਥਾਵਾਂ ਪੂਜਣਯੋਗ ਹੋ ਗਈਆਂ। ਸਿੱਧ ਆਸਣ ਸਭ ਜਗਤ ਤੇ, ਨਾਨਕ ਆਦ ਮਤੇ ਜੇ ਕੋਆ, ਕਰ ਕਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਬਾਬਾ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੇ ਇਸ ਵਿੱਚ ਪ੍ਰਸੰਗ ਸੇਮ ਹੀ ਰਹੇਗਾ ਪਿਛਲੇ ਵਾਲਾ। ਤੇ ਹੁਣ ਅਸੀਂ ਕਰਾਂਗੇ ਵਿਆਖਿਆ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰਾਂ ਅਤੇ ਪਵਿੱਤਰ ਸ਼ਖਸੀਅਤ ਦਾ ਅਜਿਹਾ ਪ੍ਰਭਾਵ ਸੀ ਕਿ ਸੰਸਾਰ ਵਿੱਚ ਜਿੰਨੀਆਂ ਵੀ ਪ੍ਰਸਿੱਧ ਥਾਵਾਂ ਸਨ, ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਲ ਪ੍ਰਸਿੱਧ ਹੋ ਗਈਆਂ ਅਤੇ ਸਿੱਧਾਂ ਦੇ ਸਾਰੇ ਅਸਥਾਨ ਗੁਰੂ ਜੀ ਦੇ ਘਰ ਬਣ ਗਏ। ਘਰ ਘਰ ਅੰਦਰ ਧਰਮਸ਼ਾਲਾਵਾਂ ਬਣ ਗਈਆਂ ਤੇ ਕੀਰਤਨ ਹੋਣ ਲੱਗਿਆ, ਜਿਵੇਂ ਹਰ ਘਰ ਵਿਸਾਖੀ ਦੀ ਖੁਸ਼ੀ ਵਿੱਚ ਕੀਰਤਨ ਹੋ ਰਿਹਾ ਹੋਵੇ। ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। 9 ਖੰਡਾਂ ਵਿੱਚ ਸੱਚ ਦਾ ਪ੍ਰਕਾਸ਼ ਫੈਲ ਗਿਆ। ਕਲਯੁਗ ਦੇ ਭਿਆਨਕ ਸਮੇਂ ਵਿੱਚ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦਾ ਭਲਾ ਕਰ ਦਿੱਤਾ। ਇਸ ਤੋਂ ਬਾਅਦ ਦੇਖ ਪਰਾਈਆਂ ਚੰਗੀਆਂ, ਮਾਮਾ ਪੈਣਾ ਤੀਆ ਜਾਣੇ, ਉਸ ਸੂਰ ਉਸ ਗਾਏ ਹੈ, ਪਰ ਤਨ ਹਿੰਦੂ ਮੁਸਲਮਾਨੇ। ਤੇ ਇਸ ਵਿੱਚ ਅਸੀਂ ਪ੍ਰਸੰਗ ਲਿਖਣਾ। ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਅਖਵਾਉਂਦਿਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਕਾ ਭਾਗ ਅਧੀਨ ਦੇਖ ਪਰਾਈਆਂ ਚੰਗੇ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੁਆਰਾ ਇੱਕ ਗੁਰਸਿੱਖ ਨੂੰ ਨੇਕ ਆਚਰਨ ਤੇ ਕੁਝ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਵਿਆਖਿਆ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰਸਿੱਖ ਦਾ ਫਰਜ਼ ਹੈ ਕਿ ਉਹ ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਮਰ ਵਿੱਚ ਵੱਡੀਆਂ ਮਾਵਾਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ ਅਤੇ ਛੋਟੀਆਂ ਨੂੰ ਆਪਣੀਆਂ ਧੀਆਂ ਸਮਝੇ। ਉਹ ਪਰਾਏ ਧਨ ਨੂੰ ਹੜਪ ਨਹੀਂ ਕਰ ਸਕਦਾ, ਕਿਉਂਕਿ ਪਰਾਇਆ ਧਨ ਹਿੰਦੂ ਲਈ ਗਊ ਦਾ ਅਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੈ। ਇਸ ਤੋਂ ਬਾਅਦ ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੇ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ। ਪ੍ਰਸੰਗ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਕਹੀਆਂ ਜਾਣ ਵਾਲੀਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਕਾ ਭਾਗ ਅਧੀਨ ਆਪ ਭਲਾ ਸਭ ਜਗ ਭਲਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਹਰੇਕ ਮਨੁੱਖ ਨੂੰ ਉਸ ਦੀ ਆਪਣੀ ਭਾਵਨਾ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਚੰਗੇ ਨੂੰ ਸਾਰੇ ਚੰਗੇ ਲੱਗਦੇ ਹਨ ਅਤੇ ਬੁਰੇ ਵਿਅਕਤੀ ਨੂੰ ਸਾਰੇ ਬੁਰੇ ਲੱਗਦੇ ਹਨ। ਵਿਆਖਿਆ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਭਲਾ ਕਰਨ ਵਾਲੇ ਨੂੰ ਸਾਰਾ ਸੰਸਾਰ ਹੀ ਭਲਾ ਕਰਨ ਵਾਲਾ ਦਿਸਦਾ ਹੈ। ਉਹ ਸਾਰਿਆਂ ਨੂੰ ਭਲਾ ਮਨੁੱਖ ਕਰਕੇ ਹੀ ਦੇਖਦਾ ਹੈ। ਜਿਹੜਾ ਆਪ ਬੁਰਾ ਹੈ ਉਸ ਨੂੰ ਸਾਰਾ ਸੰਸਾਰ ਹੀ ਬੁਰਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਨਾ ਤਿਸ ਪਾਰੇ ਪਰਬਤਾ ਅਸਮਾਨ ਖਹੰਦੇ, ਨਾ ਤਿਸ ਪਾਰੇ ਕੋਟ ਗੜ ਕਰ ਬਾਰ ਦਿਸੰਦੇ, ਨਾ ਤਿਸ ਪਾਰੇ ਸਾਇਰਾ ਨਦਵਾ ਵਹੰਦੇ, ਨਾ ਤਿਸ ਪਾਰੇ ਤਰਵਰਾ ਫਲ ਸਫਲ ਫਲੰਦੇ, ਨਾ ਤਿਸ ਪਾਰੇ ਜੀ ਜੰਤ ਅਣਗਿਣਤ ਫਿਰੰਦੇ, ਪਾਰੇ ਪੁਈ ਅਕ੍ਰਿਤ ਗਣ ਮੰਦੀਹੂ ਮੰਦੇ। ਅਤੇ ਇਸ ਦਾ ਪ੍ਰਸੰਗ ਹੈ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਪੂੰਜੀ ਕਹੀਆਂ ਜਾਣ ਵਾਲੀਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤਮਾਲਾ ਵਿੱਚ ਗੁਰਮਤਿ ਕਾ ਭਾਗ ਅਧੀਨ ਅਕ੍ਰਿਤ ਗਣ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ
ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਮਨੁੱਖ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ। ਵਿਆਖਿਆ। ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਅਸਮਾਨ ਨਾਲ ਖਿੰਦੇ ਹੋਏ ਉੱਚੇ ਪਹਾੜ ਭਾਰੇ ਨਹੀਂ ਲੱਗਦੇ। ਉਸ ਨੂੰ ਕੋਟ, ਗੜ ਅਤੇ ਘਰ-ਬਾਰ ਜੋ ਸਾਨੂੰ ਦਿਸਦੇ ਹਨ ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਸਮੁੰਦਰ ਅਤੇ ਵਗਦੇ ਹੋਏ ਨਦੀਆਂ ਤੇ ਦਰਿਆ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਚੰਗੇ ਫਲਾਂ ਨਾਲ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਇੱਧਰ ਉੱਧਰ ਘੁੰਮ ਰਹੇ ਅਣਗਿਣਤ ਜੀਵ ਜੰਤੂ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਅਕ੍ਰਿਤਗਣ ਮਨੁੱਖ ਭਾਰੇ ਲੱਗਦੇ ਹਨ, ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਇਸ ਤੋਂ ਬਾਅਦ ਹੈ, ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾ ਵਿੱਚ ਸ਼ਰਾਬਾਂ, ਨਾ ਵਿੱਚ ਰਿੰਦਾ ਮਸਤ ਖਰਾਬਾ, ਨਾ ਵਿੱਚ ਜਾਗਣ ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਤੇ ਪ੍ਰਸੰਗ ਹੈ, ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਵੇਦਾਂ ਅਤੇ ਭੰਗ ਸ਼ਰਾਬ ਦੇ ਨਸ਼ਿਆਂ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਵਿਆਖਿਆ। ਬੁੱਲੇ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਵੇਦ ਪੁਰਾਣ ਅਤੇ ਹੋਰ ਧਾਰਮਿਕ ਗ੍ਰੰਥ ਪੜ੍ਹਨ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਮੇਰੀ ਮੈਂ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ਮੈਂ ਮਲੰਗਾ ਵਿੱਚ ਸ਼ਾਮਿਲ ਹੋਣ ਵਿੱਚ ਹੈ ਤੇ ਨਾ ਹੀ ਮੇਰੀ ਮੈਂ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਜਗਰਾਤੇ ਕੱਟਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਹੈ ਅਤੇ ਨਾ ਹੀ ਸੁੱਤੇ ਰਹਿਣ ਵਾਲਿਆਂ ਵਿੱਚ ਹੋਣ ਕਰਕੇ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕਿਸ ਵਿੱਚ ਹੈ ਅਤੇ ਕੀ ਹੈ। ਨਾ ਵਿੱਚ ਸ਼ਾਦੀ ਨਾ ਗਮ ਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ, ਬੁੱਲਾ ਕੀ ਜਾਣਾ ਮੈਂ ਕੌਣ। ਇਸ ਦਾ ਪ੍ਰਸੰਗ ਹੈ, ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਬੁੱਲੇ ਸ਼ਾਹ ਆਪਣੇ ਆਪ ਨੂੰ ਖੁਸ਼ੀਆਂ, ਗਮੀਆਂ ਅਤੇ ਪਵਿੱਤਰ ਲੋਕਾਂ ਵਿੱਚੋਂ ਬਾਹਰ ਰੱਖ ਕੇ ਆਪਣੀ ਆਤਮਾ ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕਰਦਾ ਹੈ। ਵਿਆਖਿਆ। ਬੁੱਲੇ ਸ਼ਾਹ ਕਹਿੰਦਾ ਹੈ ਕਿ ਮੇਰੀ ਮੈਂ ਖੁਸ਼ੀਆਂ ਮਨਾਉਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਿੱਚ ਨਹੀਂ ਹੈ ਅਤੇ ਨਾ ਹੀ ਦੁਖੀ ਰਹਿਣ ਵਾਲਿਆਂ ਵਿੱਚ ਹੈ। ਨਾ ਮੇਰੀ ਮੈਂ ਪਵਿੱਤਰ ਲੋਕਾਂ ਵਿੱਚ ਹੈ ਅਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ ਸ਼ਾਮਿਲ ਹੋਣ ਵਿੱਚ ਹੈ। ਨਾ ਮੇਰੀ ਮੈਂ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ ਅਤੇ ਨਾ ਹੀ ਮਿੱਟੀ ਦਾ ਬਣਿਆ ਹੋਇਆ ਹੋਣ ਵਿੱਚ ਹੈ। ਨਾ ਮੇਰੀ ਮੈਂ ਅੱਗ ਦਾ ਬਣਿਆ ਹੋਣ ਵਿੱਚ ਹੈ ਅਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ ਹੈ। ਮੈਂ ਨਹੀਂ ਜਾਣਦਾ ਕਿ ਮੇਰੀ ਮੈਂ ਕੀ ਹੈ ਅਤੇ ਮੈਂ ਕੌਣ ਹਾਂ। ਇਸ ਤੋਂ ਬਾਅਦ ਹੈ, ਵੇਦ ਕੁਰਾਨਾਂ ਪੜ੍ਹ ਥੱਕੇ, ਸਿਜਦੇ ਕਰਦਿਆਂ ਕਸ ਗਏ ਮੱਥੇ, ਨਾ ਰੱਬ ਤੀਰਥਾਂ ਨਾ ਰੱਬ ਮੱਕੇ, ਜਿਨ ਪਾਇਆ ਤੇ ਨੂਰ ਅਨਵਾਰ, ਇਸ਼ਕ ਦੀ ਨਵੀਓ ਨਵੀਂ ਬਹਾਰ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਪ੍ਰਸੰਗ। ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਇਸ਼ਕ ਦੀ ਨਵੀਓ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੈਂ ਰੱਬ ਨੂੰ ਪ੍ਰਾਪਤ ਕਰਨ ਲਈ ਮਜ਼ਹਬੀ ਕਰਮ ਕਾਂਡ ਕੀਤੇ ਪਰ ਸਾਰੇ ਵਿਅਰਥ ਸਨ। ਕਵੀ ਰੱਬੀ ਇਸ਼ਕ ਦੁਆਰਾ ਪ੍ਰਾਪਤ ਆਨੰਦਮਈ ਅਵਸਥਾ ਦਾ ਗੁਣਗਾਨ ਕਰਦਾ ਹੈ। ਵਿਆਖਿਆ। ਬੁੱਲੇ ਸ਼ਾਹ ਕਹਿੰਦਾ ਕਿ ਧਾਰਮਿਕ ਕਰਮ ਕਾਂਡ ਕਰਕੇ ਵੇਦਾਂ ਅਤੇ ਕੁਰਾਨਾਂ ਨੂੰ ਪੜ੍ਹ ਕੇ ਮੈਂ ਥੱਕ ਗਿਆ ਸੀ। ਮੰਦਰਾਂ ਅਤੇ ਮਸੀਤਾਂ ਵਿੱਚ ਮੱਥਾ ਟੇਕ ਕੇ ਮੇਰੇ ਮੱਥੇ ਵੀ ਕੱਸ ਗਏ ਸਨ। ਰੱਬ ਤੀਰਥਾਂ, ਅਸਥਾਨਾਂ ਅਤੇ ਮੱਕੇ ਵਿੱਚ ਜਾ ਕੇ ਨਹੀਂ ਮਿਲਦਾ। ਜਿਹੜਾ ਹਕੀਕੀ ਇਸ਼ਕ ਕਰਕੇ ਪਰਮਾਤਮਾ ਨੂੰ ਪਾ ਲੈਂਦਾ ਹੈ, ਉਸ ਦੇ ਨੂਰ ਨਾਲ ਇਕਮਿਕ ਹੋ ਜਾਂਦਾ ਹੈ। ਰੱਬ ਦੇ ਆਸ਼ਕ ਪਰਮਾਤਮਾ ਨਾਲ ਇਸ਼ਕ ਕਰਕੇ ਇਕਮਿਕ ਹੋ ਕੇ ਇਸ਼ਕ ਦੀ ਨਵੀਂ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ। ਇਸ ਤੋਂ ਬਾਅਦ ਤੇਰਾ ਨਾਮ ਤੇ ਆਈਦਾ ਸਾਈ, ਤੇਰਾ ਨਾਮ ਤੇ ਆਈਦਾ, ਪੁੱਲੇ ਨਾਲੋਂ ਚੁੱਲਾ ਚੰਗਾ, ਜਿਸ ਪਰ ਨਾਮ ਪਕਾਈਦਾ, ਰਲ ਫਕੀਰਾਂ ਮਜਲਸ ਕੀਤੀ, ਪੋਰਾ ਪੋਰਾ ਖਾਈਦਾ, ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਕਸਾਈਦਾ, ਬੁੱਲਾ ਸ਼ਾਹ ਤੋਂ ਸੋਈ ਪਾਵੇ, ਜੋ ਬੱਕਰਾ ਬਣੇ ਕਸਾਈਦਾ। ਇਸ ਦਾ ਪ੍ਰਸੰਗ ਹੈ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਲਿਖੀ ਕਾਫੀ ਤੇਰਾ ਨਾਮ ਤੇ ਆਈਦਾ ਸਾਈ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਕਵੀ ਦੱਸਦਾ ਹੈ ਕਿ ਮੇਰੀ ਆਪਣੀ ਕੋਈ ਹਸਤੀ ਨਹੀਂ ਹੈ, ਮੈਂ ਆਪਣੇ ਮਾਲਕ ਪ੍ਰਭੂ ਨੂੰ ਧਿਆਉਂਦਾ ਹਾਂ। ਵਿਆਖਿਆ। ਕਵੀ ਕਹਿੰਦਾ ਕਿ ਹੇ ਪ੍ਰਭੂ, ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਦਾ ਹਾਂ। ਮੈਂ ਇੱਕ ਨਿਕਾਰੀ ਜਿਹੀ ਵਸਤੂ ਹਾਂ, ਮੇਰੇ ਨਾਲੋਂ ਤਾਂ ਚੁੱਲ੍ਹਾ ਹੀ ਚੰਗਾ ਹੈ।
ਜਿਸ ਉੱਤੇ ਰੋਟੀ ਪਕਾਈ ਜਾਂਦੀ ਹੈ ਤੇ ਫਕੀਰ ਲੋਕ ਇੱਕ ਦੂਜੇ ਦੀ ਸੰਗਤ ਵਿੱਚ ਬੈਠ ਕੇ ਪੂਰਾ ਪੂਰਾ ਖਾ ਕੇ ਢਿੱਡ ਨੂੰ ਆਸਰਾ ਦਿੰਦੇ ਹਨ। ਮੈਂ ਕਿਸੇ ਕੰਮ ਆਉਣ ਜੋਗਾ ਨਹੀਂ ਹਾਂ। ਮੇਰੇ ਵਿੱਚ ਰੰਗੜ ਵਾਲੀ ਹਉਮੈ ਤੇ ਹੰਕਾਰ ਨਹੀਂ ਹੈ। ਮੈਂ ਰੰਗੜ ਨਾਲੋਂ ਕਿੰਗਰ ਨੂੰ ਚੰਗਾ ਸਮਝਦਾ ਹਾਂ, ਜਿਸ ਉੱਤੇ ਪੈਰਾਂ ਨੂੰ ਕਸਾ ਕੇ ਸਾਫ਼ ਕੀਤਾ ਜਾ ਸਕਦਾ ਹੈ। ਅਸਲ ਵਿੱਚ ਹੰਕਾਰੀ ਬੰਦਾ ਰੱਬ ਨੂੰ ਪਾ ਨਹੀਂ ਸਕਦਾ। ਉਹ ਹੀ ਰੱਬ ਨੂੰ ਪਾ ਸਕਦਾ ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋਵੇ, ਭਾਵ ਸਭ ਪ੍ਰਕਾਰ ਦੇ ਹੰਕਾਰ ਅਤੇ ਮਾਣ ਤਿਆਗ ਕੇ ਨਿਮਾਣਾ ਬਣ ਜਾਵੇ। ਅਗਲਾ ਬਹੁਤ ਹੀ ਇੰਪੋਰਟੈਂਟ ਹੈ। ਨਾਜ਼ਕ ਪੈਰ ਗੁਲਾਬ ਸਸੀਦੇ, ਮਹਿੰਦੀ ਨਾਲ ਸ਼ਿੰਗਾਰੇ, ਆਸ਼ਕ ਵੇਖ ਬਹੇ ਇੱਕ ਵਾਰੀ, ਜਿਉ ਤਿੰਨਾ ਪਰਵਾਰੇ, ਬਾਲੂ ਰੇਤ ਤਪੇ ਵਿੱਚ ਥਲਦੇ, ਪੰਨਣ ਜੋ ਪਠਿਆਰੇ, ਹਾਸ਼ਮ ਵੇਖ ਯਕੀਨ ਸਸੀਦਾ, ਫਿਰ ਨਹੀਂ ਦਿਲ ਹਾਰੇ। ਤੇ ਇਸ ਦਾ ਪ੍ਰਸੰਗ ਅਸੀਂ ਲਿਖਣਾ ਹੈ। ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ਕਿੱਸਾ ਸੱਸੀ ਪੰਨੂ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੰਨੂ ਦੀ ਪ੍ਰੀਤ ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਜਦੋਂ ਸੱਸੀ ਵਿਛੜੇ ਪੰਨੂ ਦੀ ਭਾਲ ਵਿੱਚ ਮਾਰੂਥਲ ਵਿੱਚ ਅੱਗੇ ਹੀ ਅੱਗੇ ਤੁਰਦੀ ਜਾਂਦੀ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਅਤੇ ਬਿਰਹੇ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰੰਤੂ ਉਹ ਸਿਦਕ ਨਹੀਂ ਹਾਰਦੀ। ਵਿਆਖਿਆ। ਮਾਰੂਥਲ ਵਿੱਚ ਪੰਨੂ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਗੁਲਾਬ ਵਰਗੇ ਨਾਜ਼ਕ ਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ। ਜੇਕਰ ਕੋਈ ਆਸ਼ਕ ਉਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਹਨਾਂ ਦੀ ਖਾਤਰ ਜਾਨ ਵਾਰ ਦੇਣ ਲਈ ਤਿਆਰ ਹੋ ਜਾਂਦਾ ਸੀ। ਮਾਰੂਥਲ ਵਿੱਚ ਬਾਲੂ ਰੇਤ ਉਨੀ ਤਪ ਰਹੀ ਸੀ ਜਿੰਨੀ ਤਪਦੀ ਰੇਤ ਵਿੱਚ ਪਠਿਆਰੇ ਜੌਂ ਪੰਦੇ ਹਨ। ਪਰ ਹਾਸ਼ਮ ਆਖਦਾ ਹੈ ਕਿ ਸੱਸੀ ਦਾ ਯਕੀਨ ਦੇਖੋ, ਉਹ ਸਿਦਕ ਤੋਂ ਪਿੱਛੇ ਨਹੀਂ ਹਟੀ ਤੇ ਸੜਦੀ ਰੇਤ ਦੇ ਉੱਪਰ ਹੀ ਤੁਰਦੀ ਗਈ। ਤੇ ਅਗਲਾ ਤੇ ਇਸ ਤੋਂ ਬਾਅਦ ਤੌਂਸਾ ਵੱਜਿਆ, ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤਰ ਸਰਦਾਰਾ ਦੇ ਛੈਲ ਬਾਂਕੇ, ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ। ਇਸ ਦਾ ਪ੍ਰਸੰਗ ਅਸੀਂ ਲਿਖਣਾ ਹੈ। ਕਾਵਿ ਟੋਟਾ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਲਿਆ ਗਿਆ ਹੈ ਤੇ ਇਹ ਸਾਹਿਤਮਾਲਾ ਪੁਸਤਕ ਵਿੱਚ ਸਿੰਘਾਂ ਦੀ ਚੜ੍ਹਤ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਅਤੇ ਅੰਤ ਅੰਗਰੇਜ਼ਾਂ ਦੀ ਜਿੱਤ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ। ਵਿਆਖਿਆ। ਜਦੋਂ ਸਿੱਖ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਫੌਜਾਂ ਨਗਾਰਾ ਵਜਾ ਕੇ ਲੜਾਈ ਲਈ ਚੱਲ ਪਈਆਂ। ਸਿੱਖ ਫੌਜਾਂ ਦੇ ਵੱਡੇ ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਕਰ ਦਿੱਤੀ। ਇਸ ਫੌਜ ਵਿੱਚ ਸ਼ਾਮਿਲ ਵੱਡੇ ਵੱਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਜੰਗਲ ਵਿੱਚ ਸ਼ੇਰ ਨਿਕਲਦੇ ਹਨ। ਇਹਨਾਂ ਫੌਜਾਂ ਵਿੱਚ ਮਾਝੇ ਤੇ ਦੁਆਬੇ ਦੇ ਉਹ ਬਹਾਦਰ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦਿਆਂ ਵੱਡੇ ਵੱਡੇ ਕਿਲ੍ਹਿਆਂ ਨੂੰ ਫਤਿਹ ਕੀਤਾ ਸੀ। ਫੌਜ ਦੇ ਨਾਲ ਜੰਬੂਰਖਾਨਾ ਵੀ ਚੱਲ ਪਿਆ ਅਤੇ ਇਸ ਤਰ੍ਹਾਂ ਜਦੋਂ ਸਿੱਖ ਫੌਜਾਂ ਨੂੰ ਚੜ੍ਹਾਈ ਕਰਨ ਦਾ ਹੁਕਮ ਹੋਇਆ ਤਾਂ ਉਹਨਾਂ ਤੁਰਦਿਆਂ ਜ਼ਰਾ ਵੀ ਦੇਰ ਨਾ ਲਾਈ। ਤੇ ਅਗਲਾ ਤੇ ਆਖਰੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ, ਅੱਜ ਹੋਏ ਸਰਕਾਰ ਤਾਂ ਮੁੱਲ ਪਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ। ਕੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਟੈਂਦੇ ਸੁਣੇ ਅੰਬਾਰੀਆਂ ਨਹੀਂ। ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰਿਆ ਨਹੀਂ। ਤੇ ਬਹੁਤ ਹੀ ਇੰਪੋਰਟੈਂਟ ਹੈ 17 ਪ੍ਰਸੰਗ ਹੈ। ਇਹ ਕਾਵਿ 17 ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਲਿਆ ਗਿਆ ਹੈ, ਜੋ ਕਿ ਸਾਹਿਤਮਾਲਾ ਪੁਸਤਕ ਵਿੱਚ ਜੰਗ ਦਾ ਹਾਲ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਦਾ ਵਰਣਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਸਿੱਖ ਫੌਜਾਂ ਦੀ ਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਵਿਆਖਿਆ। ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਬੰਧੀ ਆਪਣਾ ਫੈਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਹਿੰਦੁਸਤਾਨ ਤੇ ਪੰਜਾਬ ਦੀ ਜੰਗ ਸੀ। ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੋਹਾਂ ਬਾਦਸ਼ਾਹੀਆਂ ਦੀਆਂ ਫੌਜਾਂ ਬਹੁਤ ਭਾਰੀਆਂ ਸਨ। ਖਾਲਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਖੁਸ਼ ਹੋ ਕੇ ਸਿੰਘਾਂ ਨੂੰ ਭਾਰੀ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ। ਜੰਗ ਇੰਨੀ ਭਿਆਨਕ ਸੀ ਕਿ ਆਦਮੀ ਗੋਲੀਆਂ ਨਾਲੇ ਉੱਡਦੇ ਜਾ ਰਹੇ ਸਨ ਅਤੇ ਹਾਥੀ ਆਪਣੇ ਅਹੁਦਿਆਂ ਸਮੇਤ ਹੀ ਟਹਿ ਰਹੇ ਸਨ। ਕਵੀ ਆਖਦਾ ਹੈ ਕਿ ਖਾਲਸਾ ਫੌਜਾਂ ਤਾਂ ਜਿੱਤੀਆਂ ਪਈਆਂ ਸਨ,
ਪਰ ਉਹਨਾਂ ਦੀ ਹਾਰ ਦਾ ਕਾਰਨ ਕੇਵਲ ਇਹ ਸੀ ਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰਾਂ ਦੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ ਤੇ ਇਸ ਕਾਰਨ ਸਿੰਘਾਂ ਦੀਆਂ ਫੌਜਾਂ ਨੂੰ ਹਾਰ ਮਿਲੀ।